ਬੰਦੂਕ ਦੀ ਨੋਕ ਤੇ ਜਾਂ ਆਇਰਨ ਫਿਸਟ ਨਾਲ ਰਾਜ ਕਰਿਆ। ਸੋ ਆਇਰਨ ਫਿਸਟ ਨਾਲ ਜਾਂ ਬੰਦੂਕ ਦੀ ਨੋਕ ਤੇ ਜਿਹੜੇ ਰਾਜ ਆ ਉਹ ਇੰਨੇ ਲੰਬੇ ਨਹੀਂ ਚੱਲਦੇ ਹੁੰਦੇ। ਉਹ ਤਾਂ ਫਿਰ ਕਿਸਮਤ ਵਾਲੇ ਵੀ ਇੰਨਾ ਲੰਬਾ ਕੱਢ ਕੇ ਹੋਏ ਆ। ਸੋ ਉਹ ਪਤਾ ਨਹੀਂ ਹੁੰਦਾ ਵੀ ਮਹਾਰਾਜ ਵੱਲੋਂ ਕੋਈ ਪੁਰਾਣੇ ਕਰਮ ਆ ਜਿਹੜੇ ਕਰੇ ਹੁੰਦੇ ਆ। ਸੋ ਜਦੋਂ ਕ੍ਰੈਡੀਬਿਲਟੀ ਸ਼ਾਸਕਾਂ ਦੀ ਲੋਕਾਂ ਦੇ ਮਨਾਂ ਵਿੱਚੋਂ ਖਤਮ ਹੋ ਜਾਵੇ, ਸੋ ਉਹ ਫਿਰ ਦਿਨ ਤਾਂ ਬਹੁਤ ਹੁੰਦੇ ਆ, ਘੰਟਿਆਂ 'ਚ ਹੀ ਜਿੱਦਾਂ ਸਾਰਾ ਕੁਝ ਆ ਫੈਸਲਾ ਹੋ ਜਾਂਦਾ। ਹੁਣ ਘੰਟਿਆਂ 'ਚ ਹੀ ਹੋਇਆ, ਤੁਸੀਂ ਦੇਖੋ ਨਾ। ਇਹਨਾਂ ਵਿੱਚ ਬਹੁਤ ਵੱਡੀਆਂ ਜਿਹੜੀਆਂ ਤਬਦੀਲੀਆਂ ਵਾਪਰੂਗੀਆਂ। ਬਸ਼ਰ ਅਲ ਅਸਾਦ ਦੀ ਸਰਕਾਰ ਦਾ ਟੁੱਟਣਾ ਉਸ ਖਿੱਤੇ ਵਿੱਚ ਇੱਕ ਨਵੇਂ ਜਿਹੜਾ ਹੈਗਾ ਆਜ਼ਾਦੀ ਦਾ ਸੂਰਜ ਆਪਾਂ ਕਹਿ ਸਕਦੇ ਹਾਂ, ਜਾਂ ਡੈਮੋਕ੍ਰੇਸੀ ਦਾ ਸੂਰਜ ਆ ਵੀ ਦੁਨੀਆ ਵਿੱਚ ਗਾਂਹ ਜਾ ਕੇ ਦੋ ਧੜੇ ਬਣਨੇ ਆ, ਇੱਕ ਐਕਸਿਸ ਆਫ ਆਟੋਕ੍ਰੇਸੀ ਤੇ ਦੂਜਾ ਐਕਸਿਸ ਆਫ ਡੈਮੋਕ੍ਰੇਸੀ ਹੈ ਨਾ। ਸੀਰੀਆ ਦੀ ਇਹ ਤਬਦੀਲੀ ਆ, ਇਹਨੇ ਵਰਲਡ ਪੋਲਿਟਿਕਸ ਵਿੱਚ ਬਹੁਤ ਵੱਡੀਆਂ ਜਿਹੜੀਆਂ ਤਬਦੀਲੀਆਂ ਲਿਆਉਣੀਆਂ। ਸੀਰੀਆ ਦੇ ਰਾਹੀਂ ਹੀ ਜਿਹੜਾ ਹਮਾਸ ਹੈ ਉਹਨੂੰ ਹਥਿਆਰ ਜਾਂਦੇ ਸੀ। ਸੀਰੀਆ ਦੇ ਰਾਹੀਂ ਹੀ ਹਿਜ਼ਬੁੱਲਾ ਨੂੰ ਹਥਿਆਰ ਜਾਂਦੇ ਸੀ ਵਾਇਆ ਇਰਾਨ ਜਾਂ ਕਿਸੇ ਵੀ ਤਰ੍ਹਾਂ, ਜਿਸ ਤਰ੍ਹਾਂ ਜਾਂ ਉਹ ਰਸ਼ੀਆ ਤੋਂ ਦੇਸ਼ ਲੈਣੇ ਸੀ, ਕਿਉਂਕਿ ਕਿਸੇ ਖਾੜਕੂ ਜਥੇਬੰਦੀ ਕੋਲ ਐਡੇ ਵੱਡੇ ਹਥਿਆਰ ਆ, ਉਹ ਕਿਤੇ ਵੀ ਕਿਸੇ ਵੀ ਖੁੱਲੀ ਮਾਰਕੀਟ ਚੋਂ ਇਦਾਂ ਨਹੀਂ ਮਿਲਦੇ ਹੁੰਦੇ। ਕ੍ਰੈਡੀਬਿਲਟੀ ਔਰ ਜਿਹੜੀ ਸੈਲਫ ਗਵਰਨੈਂਸ ਆ, ਜੇ ਉਹ ਭਾਵਨਾ ਲੋਕਾਂ ਵਿੱਚ ਨਹੀਂ ਹੈਗੀ ਲੀਡਰ ਪ੍ਰਤੀ, ਤਾਂ ਉਹ ਫਿਰ ਇਸ ਤਰ੍ਹਾਂ ਹੀ ਭੱਜਦਾ ਹੁੰਦਾ ਜਿਸ ਤਰ੍ਹਾਂ ਬਸ਼ਰ ਅਲ ਅਸਾਦ ਭੱਜਿਆ। ਕਿਹਾ ਜਾਂਦਾ ਵੀ ਸੀਰੀਆ ਦੀ ਜਿਹੜੀ ਇਹ ਰਾਜਸੀ ਇਨਕਲਾਬ ਆ, ਇੱਕ 15 ਸਾਲਾਂ ਦੇ ਬੱਚੇ ਨੇ ਆਰੰਭ ਕੀਤੀ ਸੀ। ਕੀ ਹੈ? ਹਾਂਜੀ ਹਾਂਜੀ, ਇਹ ਬਹੁਤ ਦਿਲਚਸਪ ਕਿੱਸਾ ਹੈਗਾ। ਤੁਸੀਂ ਦੇਖੋ ਵੀ ਉਸ ਬੱਚੇ ਦੀ ਲਾਈ ਹੋਈ ਚਿਣਗ ਨੇ ਅੱਜ ਸੀਰੀਆ ਦੇ ਔਰ ਦੁਨੀਆ ਦੇ ਸਭ ਤੋਂ ਵੱਡੇ ਤਾਨਾਸ਼ਾਹ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਸੋ ਖਾਸ ਥਾਂ ਤੇ ਅਲੇਪੋ ਦੀ ਮੇਰੇ ਖਿਆਲ ਗੱਲ ਹੈਗੀ ਆ। ਅਲੇਪੋ ਵਿੱਚ ਇੱਕ ਸਕੂਲ ਦੇ 15 ਬੱਚੇ ਇੱਕ ਕਲਾਸ ਵਿੱਚ ਬੈਠੇ ਨੇ। ਕਲਾਸ ਚੋਂ ਇੱਕ ਬੱਚਾ ਜਿਹੜਾ 15 ਸਾਲਾਂ ਦਾ ਸੀ, ਉਹਨੇ ਜਦੋਂ 3 ਮੁਲਕਾਂ ਵਿੱਚ ਸਰਕਾਰਾਂ ਬਦਲ ਗਈਆਂ ਤਾਂ ਉਹਨੇ ਇੱਕ ਕੰਧ ਤੇ ਨਾਰਾ ਲਿਖਿਆ ਵੀ ਡਾਕਟਰ ਅਗਲੀ ਵਾਰੀ ਤੇਰੀ ਹੈ। ਜਦੋਂ ਸਿਕਿਉਰਿਟੀ ਸਰਵਿਸ ਦੀ ਨਜ਼ਰ ਪਈ ਤਾਂ ਉਹਨਾਂ ਨੇ ਫਿਰ ਲੱਭਣਾ ਸ਼ੁਰੂ ਕਰਿਆ ਵੀ ਇਹ ਕਿਹਨੇ ਲਿਖਿਆ। ਕਿਸੇ ਨੇ ਨਹੀਂ ਦੱਸਿਆ। ਉਹਨਾਂ 15 ਬੱਚਿਆਂ ਵਿੱਚੋਂ ਕੋਈ ਇੱਕ ਬੱਚਾ ਹੋ ਸਕਦਾ। ਉਹਨਾਂ ਨੇ 15 ਬੱਚੇ ਗ੍ਰਿਫਤਾਰ ਕਰ ਲਏ ਔਰ ਫਿਰ ਉਹੀ ਟੌਰਚਰ ਜਿਹੜਾ ਆਪਣੇ ਇੰਡੀਆ ਵਿੱਚ ਪੁਲਿਸ ਕਰਦੀ ਆ ਜਾਂ ਥਰਡ ਵਰਲਡ ਕੰਟਰੀਜ਼ ਵਿੱਚ ਕਰਦੀ ਆ। ਸੋ ਉਹਨਾਂ 15 ਬੱਚਿਆਂ ਦੀ ਰਿਹਾਈ ਲਈ ਫਿਰ ਮਾਪਿਆਂ ਨੇ ਹੌਲੀ ਹੌਲੀ, ਸਕੂਲ ਦੇ ਅਧਿਆਪਕਾਂ ਨੇ ਜਿਹੜਾ ਸੰਘਰਸ਼ ਸ਼ੁਰੂ ਕਰਿਆ, ਉਹ ਇਸ ਵੱਡੀ ਪੱਧਰ ਤੇ ਫੈਲਿਆ। ਤੁਸੀਂ ਦੇਖੋ ਵੀ ਅੱਜ 2011 ਤੋਂ 2024 ਆ ਗਿਆ ਹੋਇਆ, ਲਗਭਗ 13 ਸਾਲ ਲੱਗੇ ਸੀ। ਉਹ 15 ਸਾਲ ਦੇ ਬੱਚੇ ਦਾ ਇੱਕ ਲਿਖਿਆ ਹੋਇਆ ਸੈਂਟੈਂਸ, ਇੱਕ ਵਾਕ ਵੀ ਡਾਕਟਰ ਹੁਣ ਤੇਰੀ ਵਾਰੀ ਹੈ। ਸੋ ਡਾਕਟਰ ਦੀ ਵਾਰੀ ਆ ਗਈ 13 ਸਾਲਾਂ 'ਚ। ਦੱਸਿਆ ਜਾਂਦਾ ਜਿਹੜੇ ਜਹਾਜ਼ ਵਿੱਚ ਉਹ ਭੱਜਿਆ ਉਹਦਾ ਟਰਾਂਸਪੌਂਡਰ ਵੀ ਬੰਦ ਕਰ ਦਿੱਤੇ ਤਾਂ ਕਿ ਡਿਟੈਕਟ ਨਾ ਹੋਵੇ। HTS ਹੈਗੀ ਆ, ਹਯਾਤ ਤਹਰੀਰੇ ਅਲ ਸ਼ਾਮ, ਜਿਹੜੀ ਇਹ ਮੇਨ ਖਾੜਕੂ ਜਥੇਬੰਦੀ ਆ। ਸੋ ਇਹਦੀ ਅਗਵਾਈ ਹੇਠ ਆ ਜਿਹੜਾ ਸਾਰਾ ਸੰਘਰਸ਼ ਲੜਿਆ ਗਿਆ। ਪਿਛਲੇ 1 ਸਾਲ ਤੋਂ ਉਹ ਕਹਿੰਦੇ ਵੀ ਫਿਰ ਅਸੀਂ ਜਿਹੜੀ ਹੈਗੀ ਸਰਗਰਮੀ ਸ਼ੁਰੂ ਕਰੀ। ਸੀਰੀਆ ਵਿੱਚ ਬਹੁਤ ਸਾਰੀਆਂ ਜਿਹੜੀਆਂ ਖਾੜਕੂ ਜਥੇਬੰਦੀਆਂ ਦੇ ਛੋਟੇ ਛੋਟੇ ਗਰੁੱਪ ਸਨ। ਉਹ ਕਹਿੰਦੇ ਵੀ ਅਸੀਂ ਸਾਰਿਆਂ ਨਾਲ ਜਿਹੜਾ ਹੈਗਾ ਸੰਪਰਕ ਕਰਿਆ ਵੀ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਵੱਡਾ ਹੰਭਲਾ ਮਾਰੀਏ, ਟਾਰਗੇਟ ਮਿੱਥ ਕੇ, ਔਰ ਸਭ ਤੋਂ ਪਹਿਲਾਂ ਤਾਂ ਏਕਤਾ ਕਰੀਏ। ਹੁਣ ਵੀ ਤੁਸੀਂ ਦੇਖੋ ਜਦੋਂ ਨਵੀਂ ਸਰਕਾਰ ਦਾ ਕਬਜ਼ਾ ਹੋ ਗਿਆ, ਹਲੇ ਵੀ ਇਜ਼ਰਾਈਲ ਉੱਥੇ ਹਵਾਈ ਹਮਲੇ ਕਰ ਰਿਹਾ ਹੈ। ਉਹਨਾਂ ਦੀ ਮਿਲਟਰੀ ਜਿਹੜੀ ਕੈਪੇਬਿਲਿਟੀ ਆ ਉਹਨੂੰ ਤਬਾਹ ਕਰ ਰਿਹਾ ਵੀ ਤਾਂ ਕਿ ਕਿਤੇ ਇਹ ਵੀ ਨਾ ਉਸ ਰਸਤੇ ਤੇ ਪੈ ਜਾਣ ਜਿਹੜੀ ਨਵੀਂ ਸਰਕਾਰ ਆ। ਪਰ ਜਿਹੜੇ ਨੈਸ਼ਨਲਿਜ਼ਮ ਦੇ ਵਿਦਵਾਨ ਆ ਉਹ ਕਹਿੰਦੇ ਹੈਗੇ ਵੀ ਜਦੋਂ ਕੌਮ ਤੇ ਵੱਡੇ ਹਮਲੇ ਹੋਣ ਲੱਗਦੇ ਆ, ਕੌਮ ਦੀ ਹੋਂਦ ਦਾ ਸਵਾਲ ਖੜਾ ਹੋ ਜਾਂਦਾ, ਤਾਂ ਇਹ ਜਿਹੜੇ ਛੋਟੇ ਛੋਟੇ ਵਖਰੇਵੇਂ ਆ ਆਪਣੇ ਆਪ ਮਿਟ ਜਾਂਦੇ ਹੈਗੇ ਆ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜਰਨਲਿਸਟ ਅਵਤਾਰ ਸਿੰਘ ਜੀ ਦੇ ਨਾਲ। ਸੀਰੀਆ ਦੇ ਵਿੱਚ ਜੋ ਕੁਝ ਵਾਪਰਿਆ ਉਸ ਦੀ ਡੂੰਘਾਈ ਦੇ ਵਿੱਚ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਉਸ ਦੇ ਕੀ ਮਾਇਨੇ ਆ, ਕਿੱਦਾਂ ਇਹ ਵਾਪਰਿਆ ਤੇ ਇਸ ਦਾ ਭਵਿੱਖ ਦੇ ਉੱਤੇ ਕੀ ਅਸਰ ਹੋਊਗਾ ਤੇ ਸਿੱਖਾਂ ਦੇ ਲਈ ਇਸ ਦੇ ਵਿੱਚ ਕੀ ਸੰਦੇਸ਼ ਲੁਕਿਆ ਆ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ। ਅਵਤਾਰ ਸਿੰਘ ਜੀ, ਸਵਾਗਤ ਹੈ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਆਪਾਂ ਇਹ ਪ੍ਰੋਗਰਾਮ ਮਹੀਨੇ ਦੇ ਵਿੱਚ ਟਰਾਈ ਕਰਦੇ ਹਾਂ ਵੀ 2 ਵਾਰੀ ਜਿਹੜਾ ਜ਼ਰੂਰ ਲੈ ਕੇ ਆਈਏ। ਦੁਨੀਆ ਭਰ ਦੇ ਵਿੱਚ ਜੋ ਜੀਓ ਪੋਲਿਟਿਕਸ ਦੇ ਵਿੱਚ ਵਾਪਰ ਰਿਹਾ ਆ ਤੇ ਉਹਦਾ ਕੀ ਅਸਰ ਪੈਂਦਾ ਆ ਦੁਨੀਆ ਦੇ ਉੱਤੇ, ਤੇ ਨਾਲ ਸਿੱਖਾਂ ਨੂੰ ਉਸ ਤੋਂ ਕੀ ਸੇਧ ਲੈਣੀ ਚਾਹੀਦੀ ਆ ਜਾਂ ਸਿੱਖਾਂ ਦੇ ਲਈ ਉਸ ਵਿੱਚ ਕੀ ਸੰਦੇਸ਼ ਆ, ਉਹਦੇ ਬਾਰੇ ਆਪਾਂ ਜ਼ਰੂਰ ਚਰਚਾ ਕਰਦੇ ਹਾਂ। ਅਵਤਾਰ ਸਿੰਘ ਜੀ, ਗੱਲਬਾਤ ਦੀ ਸ਼ੁਰੂਆਤ ਆਪਾਂ ਹੁਣ ਸੀਰੀਆ ਵਾਲੇ ਜੋ ਮਸਲਾ ਬਣਿਆ ਉਸ ਤੋਂ ਕਰਦੇ ਹਾਂ। ਸੀਰੀਆ ਵਿੱਚ ਬਸ਼ਰ ਅਲ ਅਸਾਦ ਦਾ ਤਖਤਾ ਪਲਟ ਦਿੱਤਾ ਗਿਆ। ਕੌਮਾਂਤਰੀ ਰਾਜਨੀਤੀ ਦੇ ਵਿੱਚ ਇਸ ਦੇ ਕੀ ਅਰਥ ਨੇ? ਹਾਂਜੀ ਹਾਂਜੀ, ਇੰਟਰਨੈਸ਼ਨਲ ਪੋਲਿਟਿਕਸ ਲਈ ਇਹਦੇ ਬਹੁਤ ਜ਼ਿਆਦਾ ਗਹਿਰੇ ਅਰਥ ਹੋਣਗੇ।
ਸੋ ਬਹੁਤ ਹੀ ਜ਼ਿਆਦਾ ਜਿਹੜੇ ਕਿ ਮਤਲਬ ਕਿ ਹਲੇ ਆਪਾਂ ਜੇ ਕੈਲਕੂਲੇਟ ਵੀ ਨਹੀਂ ਕਰ ਸਕਦੇ ਜਿਸ ਕਿਸਮ ਦੇ ਇਹਦੇ ਅਰਥ ਹੋਣਗੇ। ਇਹਨੇ ਮਿਡਲ ਈਸਟ ਦੀ ਜਿਹੜੀ ਰਾਜਨੀਤੀ ਤੇ ਸਟ੍ਰੈਟਜੀ ਆ ਤੇ ਡਿਪਲੋਮੇਸੀ ਆ ਉਹਦੇ ਤੇ ਬਹੁਤ ਜ਼ਿਆਦਾ ਡੂੰਘੇ ਆ ਜਿਹੜੇ ਅਰਥ ਪਾਉਣੇ ਆ। ਤੁਸੀਂ ਦੇਖੋ ਵੀ ਸੀਰੀਆ ਇੱਕ ਹੱਬ ਸੀ। ਆਪਾਂ ਪਿਛਲੇ ਪ੍ਰੋਗਰਾਮਾਂ 'ਚ ਕਿਹਾ ਵੀ ਦੁਨੀਆ ਵਿੱਚ ਗਾਂਹ ਜਾ ਕੇ 2 ਧੜੇ ਬਣਨੇ ਆ, ਇੱਕ ਐਕਸਿਸ ਆਫ ਆਟੋਕ੍ਰੇਸੀ ਤੇ ਦੂਜਾ ਐਕਸਿਸ ਆਫ ਡੈਮੋਕ੍ਰੇਸੀ, ਹੈ ਨਾ। ਜੀ ਸੋ ਇਹ ਐਕਸਿਸ ਆਫ ਆਟੋਕ੍ਰੇਸੀ ਦਾ ਇੱਕ ਧੜਾ ਹੈਗਾ ਜਿਹਦੇ ਵਿੱਚ ਈਰਾਨ ਆ, ਸੀਰੀਆ, ਰਸ਼ੀਆ, ਈਵਨ ਚਾਈਨਾ ਵੀ ਆਉਂਦਾ ਤੇ ਭਾਰਤ ਵੀ ਉਹਦੇ ਵਿੱਚ ਸ਼ਾਮਲ ਹੋ ਰਿਹਾ ਹੌਲੀ ਹੌਲੀ, ਹੈ ਨਾ। ਸੋ ਇਹ ਐਕਸਿਸ ਆਫ ਆਟੋਕ੍ਰੇਸੀ ਜਾਂ ਐਕਸਿਸ ਆਫ ਈਵਲ, ਇਹਨੂੰ ਜਾਰਜ ਬੁਸ਼ ਛੋਟੇ ਨੇ ਐਕਸਿਸ ਆਫ ਈਵਲ ਕਿਹਾ ਸੀਗਾ ਈਰਾਨ ਤੇ ਸੀਰੀਆ ਵਾਲੇ ਚੱਕਰ ਨੂੰ, ਤੇ ਈਵਨ ਇਰਾਕ ਨੂੰ ਵੀ ਉਦੋਂ। ਹੁਣ ਜਿਹੜਾ ਸੀਰੀਆ ਦੀ ਇਹ ਤਬਦੀਲੀ ਆ, ਇਹਨੇ ਵਰਲਡ ਪੋਲਿਟਿਕਸ ਵਿੱਚ ਬਹੁਤ ਵੱਡੀਆਂ ਜਿਹੜੀਆਂ ਤਬਦੀਲੀਆਂ ਲਿਆਉਣੀਆਂ। ਸੀਰੀਆ ਦੇ ਰਾਹੀਂ ਹੀ ਜਿਹੜਾ ਹਮਾਸ ਹੈ ਉਹਨੂੰ ਹਥਿਆਰ ਜਾਂਦੇ ਸੀ। ਸੀਰੀਆ ਦੇ ਰਾਹੀਂ ਹੀ ਹਿਜ਼ਬੁੱਲਾ ਨੂੰ ਹਥਿਆਰ ਜਾਂਦੇ ਸੀ ਵਾਇਆ ਈਰਾਨ ਜਾਂ ਕਿਸੇ ਵੀ ਤਰ੍ਹਾਂ, ਜਿਸ ਤਰ੍ਹਾਂ ਜਾਂ ਉਹ ਰਸ਼ੀਆ ਤੋਂ ਦੇਸ਼ ਲੈਣੇ ਸੀ, ਕਿਉਂਕਿ ਕਿਸੇ ਖਾੜਕੂ ਜਥੇਬੰਦੀ ਕੋਲ ਐਡੇ ਵੱਡੇ ਹਥਿਆਰ ਆ, ਉਹ ਕਿਤੇ ਵੀ ਕਿਸੇ ਵੀ ਖੁੱਲੀ ਮਾਰਕੀਟ ਚੋਂ ਇਦਾਂ ਨਹੀਂ ਮਿਲਦੇ ਹੁੰਦੇ। ਨਹੀਂ ਮਿਲਦੇ। ਕੋਈ ਵੀ ਖਾੜਕੂ ਜਥੇਬੰਦੀ ਖੁੱਲੀ ਮਾਰਕੀਟ ਚੋਂ ਐਡੇ ਵੱਡੇ ਵੀ ਟੈਂਕ ਲੈ ਆਉਲੇ, ਮਿਜ਼ਾਈਲਾਂ ਲੈ ਜਾਂਦੀਆਂ, ਹੈਲੀਕਾਪਟਰ ਜਾਂ ਡਰੋਨ ਲੈ ਜਾਂਦੇ, ਇਹ ਨਹੀਂ ਮਿਲਦੇ। ਇਹ ਸਾਰੇ ਹਥਿਆਰ ਆ ਜਿਹੜੇ ਵਾਇਆ ਕਿਸੇ ਦੇਸ਼ ਮਿਲਦੇ ਹੁੰਦੇ ਆ। ਕੋਈ ਦੇਸ਼ ਪਹਿਲਾਂ ਹਥਿਆਰ ਖਰੀਦਦਾ, ਫਿਰ ਉਹਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਖਾੜਕੂ ਜਥੇਬੰਦੀਆਂ ਹੁੰਦੀਆਂ ਉਹਨਾਂ ਨੂੰ ਹਥਿਆਰ ਜਾਂਦੇ ਆ। ਸੋ ਕੰਪਨੀਆਂ ਦੇ ਜਿਹੜੇ ਹਥਿਆਰਾਂ ਦੀ ਕੰਪਨੀਆਂ ਦੇ ਜਿਹੜੇ ਸੌਦੇ ਹੁੰਦੇ ਆ ਉਹ ਦੇਸ਼ਾਂ ਨਾਲ ਹੁੰਦੇ ਹੈਗੇ ਆ। ਸੋ ਸੀਰੀਆ ਆਪਣੇ ਤੌਰ ਤੇ ਹਥਿਆਰ ਲੈ ਲੈਂਦਾ ਸੀ ਰਸ਼ੀਆ ਤੋਂ ਵੀ, ਚਾਈਨਾ ਤੋਂ ਵੀ, ਜਾਂ ਹੋਰ ਥਾਵਾਂ ਤੋਂ ਜਿੱਥੋਂ ਪ੍ਰੋਕਿਊਰ ਕਰਦਾ ਸੀ ਐਜ਼ ਏ ਕੰਟਰੀ ਵੀ ਅਸੀਂ ਆਪਣੇ ਮੁਲਕ ਨੂੰ ਬਚਾਉਣਾ। ਤੇ ਉਸ ਚੱਕਰ 'ਚ ਫਿਰ ਇਹ ਸਾਰਾ ਜਿਹੜਾ ਹੈਗਾ ਉਹਨਾਂ ਨੂੰ ਜਾਂਦਾ ਸੀ। ਹਿਜ਼ਬੁੱਲਾ ਦੀ ਸਾਰੀ ਜਿਹੜੀ ਆਰਮਸ ਸੀਗਾ ਉੱਥੋਂ ਜਾਂਦਾ ਸੀ, ਹਮਾਸ ਦਾ ਸਾਰਾ ਆਰਮਸ ਇੱਥੋਂ ਜਾਂਦਾ ਸੀ, ਤੇ ਇੱਥੋਂ ਤੱਕ ਕਿ ਜੇ ਆਪਾਂ ਕੁਰਦਾਂ ਦਾ ਕਹੀਏ, ਸੋ ਕੁਰਦਾਂ ਨੂੰ ਵੀ ਹਥਿਆਰ ਆ ਜਿਹੜੇ ਉਹ ਇੱਥੋਂ ਜਾਂਦੇ ਸੀਗੇ। ਸੋ ਇੱਕ ਤਾਂ ਉਹ ਹਥਿਆਰਾਂ ਦਾ ਜਿਹੜੀ ਪਾਈਪਲਾਈਨ ਆ ਉਹ ਟੁੱਟਣੀ ਹੈਗੀ ਆ, ਤੇ ਦੂਜਾ ਜਿਹੜਾ ਈਰਾਨ ਨਾਲ ਇਹਦੇ ਸੰਬੰਧ ਸੀ, ਈਰਾਨ ਤੇ ਸੀਰੀਆ ਇੱਕ ਤਰ੍ਹਾਂ ਨਾਲ ਮਾਮੇ ਭਾਣਜੇ ਵਾਲੇ ਜਾਂ ਭਰਾਵਾਂ ਵਾਲੇ ਸੰਬੰਧ ਸੀ, ਉਹ ਜਿਹੜੇ ਹੈਗੇ ਆ ਜਿਹੜੀ ਮਿਡਲ ਈਸਟ ਦੀ ਡਿਪਲੋਮੇਸੀ ਵਿੱਚੋਂ ਟੁੱਟ ਜਾਣੇ ਆ। ਤੇ ਉਹਦੇ ਨਾਲ ਹੀ ਜਿਸ ਤਰ੍ਹਾਂ ਦਾ ਹੈਗਾ ਵੀ ਜਿਹੜਾ ਤੁਰਕੀ ਇੱਕ ਆ ਜਿਹੜੀ ਫਾਈਟਿੰਗ ਫੋਰਸ ਵਜੋਂ ਜਿਹੜਾ ਇਸ ਮਾਮਲੇ 'ਚ ਆਇਆ ਹੈਗਾ। ਸੋ ਰੂਸ ਦਾ ਜਿਹੜਾ ਰੂਸ ਦੇ ਪੈਰ ਉਖੜੇ ਇਹਦੇ ਨਾਲ, ਸੋ ਉਹਦੇ ਨਾਲ ਜਿਹੜੀਆਂ ਇੰਪਲੀਕੇਸ਼ਨਸ ਆ ਪੋਲੀਟੀਕਲੀ ਵਰਲਡ ਪੋਲਿਟਿਕਸ ਵਿੱਚ, ਉਹਦੇ ਚੋਂ ਇਹ ਆਇਆ ਹੈਗਾ ਵੀ ਅਮਰੀਕਾ, ਆਪਾਂ ਵਾਰ-ਵਾਰ ਕਹਿੰਦੇ ਆ ਵੀ ਅਮਰੀਕਾ ਹਲੇ ਵੀ ਪੂਰੀ ਦੁਨੀਆ ਵਿੱਚ ਇੱਕ ਤਰ੍ਹਾਂ ਨਾਲ ਇੱਕ ਬਹੁਤ ਵੱਡੀ ਫੋਰਸ ਹੈਗੀ ਆ, ਜਿਹਨੂੰ ਬਹੁਤ ਜਲਦੀ ਕਿਤੇ ਹਰਾਇਆ ਨਹੀਂ ਜਾ ਸਕਦਾ। ਸੋ ਆਪਣੀ ਤਾਂ ਇਹ ਲੱਗਦੀ ਹੈ ਵੀ ਲਗਭਗ 100 ਸਾਲਾਂ ਤੱਕ ਇਹਨੂੰ ਨਹੀਂ ਹਰਾਇਆ ਜਾ ਸਕਦਾ। ਸੋ ਅਮਰੀਕਨ ਪਾਲਿਸੀ ਮੇਕਰਸ ਨੇ ਜਿਹੜੀ ਇਹ ਖੇਡ ਖੇਡੀ ਹੈਗੀ ਆ ਵੀ ਮਿਡਲ ਈਸਟ ਦਾ ਜਿਹੜਾ ਇੱਕ ਨਕਸ਼ਾ ਚੇਂਜ ਹੋਇਆ ਸੀਰੀਆ ਵਿੱਚ ਬਸ਼ਰ ਅਲ ਅਸਾਦ ਦੀ ਉੱਥੋਂ ਭੱਜ ਜਾਣ ਨਾਲ, ਜਿਹੜਾ ਮਿਡਲ ਈਸਟ ਦੀ ਪੋਲਿਟਿਕਸ ਆ ਇਹ ਨਵੇਂ ਸਿਰੇ ਤੋਂ ਜਿਹੜਾ ਵਰਲਡ ਆਰਡਰ ਵਿੱਚ ਮਿਡਲ ਈਸਟ ਆ ਇਹਦੇ ਨਵੇਂ ਮੈਪਸ ਡਰਾ ਹੋਣਗੇ। ਸੋ ਇਹ ਵੀ ਹੋ ਸਕਦਾ ਵੀ ਨਵੇਂ ਮੈਪਸ ਵੀ ਡਰਾ ਹੋਣ, ਤੇ ਨਵੇਂ ਵਰਲਡ ਆਰਡਰ ਦੀਆਂ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਆ ਉਹ ਵੀ ਨਵੀਆਂ ਡਰਾ ਹੋਣਗੀਆਂ। ਉਹਦੇ ਨਾਲ ਜਿਹੜੀਆਂ ਮਿਡਲ ਈਸਟ ਦੀਆਂ ਬਾਕੀ ਕੰਟਰੀਜ਼ ਆ, ਚਾਹੇ ਸਾਊਦੀ ਅਰਬ ਆ, ਚਾਹੇ ਦੁਬਈ ਆ, ਚਾਹੇ UAE ਆ, ਕਤਰ ਹੈਗੀ ਆ, ਬਹਿਰੀਨ ਆ, ਮਤਲਬ ਕਿ ਉਹ ਜਿੰਨੇ ਵੀ ਵੱਡੇ ਮੁਲਕ ਨੇ, ਸੋ ਉਹਨਾਂ ਦੇ ਵੈਸਟ ਨਾਲ ਰਿਲੇਸ਼ਨ, ਉਹਨਾਂ ਦੇ ਈਸਟ ਨਾਲ ਰਿਲੇਸ਼ਨ, ਇਹਨਾਂ ਵਿੱਚ ਬਹੁਤ ਵੱਡੀਆਂ ਜਿਹੜੀਆਂ ਤਬਦੀਲੀਆਂ ਵਾਪਰੂਗੀਆਂ। ਬਸ਼ਰ ਅਲ ਅਸਾਦ ਦੀ ਸਰਕਾਰ ਦਾ ਟੁੱਟਣਾ ਉਸ ਖਿੱਤੇ ਵਿੱਚ ਇੱਕ ਨਵੇਂ ਜਿਹੜਾ ਹੈਗਾ ਆਜ਼ਾਦੀ ਦਾ ਸੂਰਜ ਆਪਾਂ ਕਹਿ ਸਕਦੇ ਹਾਂ, ਜਾਂ ਡੈਮੋਕ੍ਰੇਸੀ ਦਾ ਸੂਰਜ ਆ, ਜਾਂ ਜਿਹੜਾ ਇੱਕ ਪੋਜ਼ਿਟਿਵ ਪੋਲੀਟੀਕਲ ਇੰਟਰੈਕਸ਼ਨ ਐਂਡ ਪੋਜ਼ਿਟਿਵ ਪੋਲੀਟੀਕਲ ਡਿਸਕੋਰਸ ਆ, ਸਾਨੂੰ ਉਹਦੇ ਜਿਹੜਾ ਹੈਗਾ ਵੀ ਅੱਗੇ ਵਧਣ ਦੀਆਂ ਸੰਭਾਵਨਾਵਾਂ ਨੇ। ਪਰ ਡਿਪੈਂਡ ਕਰੂਗਾ ਵੀ ਜਿਹੜੀ ਫਾਈਟਿੰਗ ਫੋਰਸ ਆਈ ਹੈਗੀ ਆ ਬਸ਼ਰ ਅਲ ਅਸਾਦ ਦੀ ਜਗ੍ਹਾ, ਉਹ ਕਿੰਨੀ ਕੁ ਲਿਬਰਲ ਵੈਲਿਊਜ਼ ਨੂੰ ਅਪਣਾਈ ਹੋਈ ਆ, ਤੇ ਕਿੰਨਾ ਕੁ ਉਹ ਜਿਹੜੀ ਹੈਗੀ ਆ ਨਾਨ ਲਿਬਰਲ, ਕਿਉਂਕਿ ਜਿਹੜੇ ਫਾਈਟਿੰਗ ਫੋਰਸਿਸ ਹੁੰਦੇ ਆ, ਜਿਹੜੇ ਖਾੜਕੂ ਜਥੇਬੰਦੀਆਂ ਚੋਂ ਆਉਂਦੇ ਆ, ਉਹ ਲੰਮੇ ਸਮੇਂ ਤੱਕ ਹਥਿਆਰਾਂ ਨਾਲ ਜੁੜੇ ਹੁੰਦੇ ਆ। ਸੋ ਉਹਨਾਂ ਨੂੰ ਡਿਪਲੋਮੈਟਿਕ ਲਾਈਫ ਵਿੱਚ ਲਿਆਉਣਾ ਬਹੁਤ ਔਖਾ ਹੁੰਦਾ। ਸੋ ਉਹਨਾਂ ਦਾ ਮਾਈਂਡ ਸੈਟ ਐਂਡ ਐਡਜਸਟਮੈਂਟ ਆ ਉਹ ਫੌਜ ਲਈ ਹੋਈ ਹੁੰਦੀ ਆ। ਸੋ ਉਹਨਾਂ ਲੋਕਾਂ ਨੂੰ ਜਿਸ ਤਰ੍ਹਾਂ ਇਹ ਕਰਨਾ, ਜਿਸ ਤਰ੍ਹਾਂ ਤਾਲਿਬਾਨ ਨਾਲ ਹੋ ਰਿਹਾ, ਵੀ ਤਾਲਿਬਾਨ ਲਗਾਤਾਰ ਯਤਨ ਕਰ ਰਹੇ ਆ, ਪਰ ਹਲੇ ਵੀ ਰੈਕੋਗਨੀਸ਼ਨ ਐਂਡ ਜਿਹੜੀ ਇੰਟਰੈਕਸ਼ਨ ਆ ਉਹ ਨਹੀਂ ਹੋ ਰਹੀ। ਸੋ ਸੀਰੀਆ ਦੇ ਇਸ ਨਵੇਂ ਘਟਨਾਕ੍ਰਮ ਨੇ ਗਲੋਬਲ ਪੋਲਿਟਿਕਸ ਨੂੰ, ਔਰ ਖਾਸ ਕਰਕੇ ਜੇ ਆਪਾਂ ਕਹੀਏ ਜਿਹੜੀ ਮਿਡਲ ਈਸਟ ਦੀ ਪੋਲਿਟਿਕਸ ਆ, ਸੋ ਉਹ ਕਿਸ ਤਰ੍ਹਾਂ ਅਨਫੋਲਡ ਹੋਊਗੇ, ਹਲੇ ਇਹ ਕਹਿਣਾ ਬਹੁਤ ਆਪਾਂ ਨੂੰ ਔਖਾ ਹਾਲ ਦੀ ਘੜੀ, ਕਿਉਂਕਿ ਪਿਛਲੇ ਹਫ਼ਤੇ ਹੀ ਸਾਰਾ ਕੁਝ ਵਾਪਰਿਆ। ਘੱਟੋ ਘੱਟ ਆਪਾਂ ਨੂੰ 6 ਮਹੀਨੇ ਲੱਗਣਗੇ ਅਸੈਸ ਕਰਨ ਨੂੰ। ਪਰ ਆਪਾਂ ਇਹ ਕਹਿ ਸਕਦੇ ਵੀ ਮੈਪ ਵੀ ਨਵੇਂ ਡਰਾ ਹੋ ਸਕਦੇ ਆ,
ਤੇ ਵਰਲਡ ਆਰਡਰ ਦੀਆਂ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਆ ਮਿਡਲ ਈਸਟ ਲਈ ਉਹ ਵੀ ਨਵੇਂ ਡਰਾ ਹੋਣਗੀਆਂ ਜੀ। ਨਵੇਂ ਨਕਸ਼ੇ ਬਣਨਗੇ, ਨਵੀਆਂ ਜਿਹੜੀਆਂ ਧਾਰਾਵਾਂ ਆਉਣਗੀਆਂ। ਸੋ ਮਸਲਾ ਜਿਹੜਾ ਓਵਰਆਲ ਪੂਰਾ ਇਹ ਗੁੰਝਲਦਾਰ ਆ। ਪਰਤ ਦਰ ਪਰਤ ਅਸੀਂ ਇਸ ਪੂਰੇ ਮਾਮਲੇ ਦੇ ਉੱਤੋਂ ਪਰਦਾ ਚੱਕਣ ਦੀ ਕੋਸ਼ਿਸ਼ ਜਿਹੜੀ ਉਹ ਕਰਦੇ ਆ। ਜਿੱਦਾਂ ਜਰਨਲਿਸਟ ਅਵਤਾਰ ਸਿੰਘ ਜੀ ਬਹੁਤ ਡੂੰਘੀ ਘੋਖ ਕਰਕੇ ਇੱਦਾਂ ਦੇ ਇਸ਼ੂਜ਼ ਲੈ ਕੇ ਆਉਂਦੇ ਆ। ਸੋ ਅੱਗੇ ਵਧੀਏ ਅਵਤਾਰ ਸਿੰਘ ਜੀ, ਜਿੱਦਾਂ ਹੁਣ ਆਸਾਦ ਪਰਿਵਾਰ ਉੱਥੇ ਸੀਗਾ 54 ਸਾਲਾਂ ਤੋਂ, ਉਹਨਾਂ ਦਾ ਸ਼ਾਸਨ ਜਿਹੜਾ ਉੱਥੇ ਰਿਹਾ 5 ਦਹਾਕੇ ਤੋਂ ਵੱਧ ਦਾ, ਮਤਲਬ ਆਇਰਨ ਫਿਸਟ ਦੇ ਨਾਲ, ਜਿੱਦਾਂ ਕਹਿੰਦੇ ਹੁੰਦੇ ਆ ਵੀ ਉਹਨਾਂ ਨੇ ਉੱਥੇ ਪੂਰਾ ਆਪਣਾ ਕਬਜ਼ਾ ਜਮਾ ਕੇ ਜਿਹੜਾ ਉਹ ਰੱਖਿਆ ਸੀ, ਹਫ਼ਤਿਆਂ ਵਿੱਚ ਹੀ ਖਤਮ ਹੋ ਗਿਆ। ਉਸ ਦੇ ਕੀ ਕਾਰਨ ਆ ਤੇ ਇਸ ਦੇ ਵਿੱਚ ਸੰਦੇਸ਼ ਕੀ ਲੁਕਿਆ ਹੈ? ਹਾਂਜੀ, ਜਿਹੜਾ ਤੁਸੀਂ ਇਹ ਕਿਹਾ ਵੀ ਬੰਦੂਕ ਦੀ ਨੋਕ ਤੇ ਜਾਂ ਆਇਰਨ ਫਿਸਟ ਨਾਲ ਰਾਜ ਕਰਿਆ, ਸੋ ਆਇਰਨ ਫਿਸਟ ਨਾਲ ਜਾਂ ਬੰਦੂਕ ਦੀ ਨੋਕ ਤੇ ਜਿਹੜੇ ਰਾਜ ਆ ਉਹ ਇੰਨੇ ਲੰਬੇ ਨਹੀਂ ਚੱਲਦੇ ਹੁੰਦੇ। ਉਹ ਤਾਂ ਫਿਰ ਕਿਸਮਤ ਵਾਲੇ ਆ ਵੀ ਇੰਨਾ ਲੰਬਾ ਕੱਢ ਗਏ ਹੋਏ ਆ। ਸੋ ਉਹ ਪਤਾ ਨਹੀਂ ਹੁੰਦਾ ਵੀ ਮਹਾਰਾਜ ਵੱਲੋਂ ਕੋਈ ਪੁਰਾਣੇ ਕਰਮ ਆ ਜਿਹੜੇ ਕਰੇ ਹੁੰਦੇ ਆ। ਸੋ ਜਦੋਂ ਕ੍ਰੈਡੀਬਿਲਟੀ ਸ਼ਾਸਕਾਂ ਦੀ ਲੋਕਾਂ ਦੇ ਮਨਾਂ ਵਿੱਚੋਂ ਖਤਮ ਹੋ ਜਾਵੇ, ਸੋ ਉਹ ਫਿਰ ਦਿਨ ਤਾਂ ਬਹੁਤ ਹੁੰਦੇ ਆ, ਘੰਟਿਆਂ 'ਚ ਹੀ ਜਿੱਦਾਂ ਸਾਰਾ ਕੁਝ ਆ ਫੈਸਲਾ ਹੋ ਜਾਂਦਾ। ਹੁਣ ਘੰਟਿਆਂ 'ਚ ਹੀ ਹੋਇਆ, ਤੁਸੀਂ ਦੇਖੋ ਨਾ ਵੀ ਜਿਸ ਤਰ੍ਹਾਂ ਉਹਨੂੰ ਭੱਜਣਾ ਪਿਆ ਘੰਟਿਆਂ ਦੇ ਵਿੱਚ ਹੀ। ਸੋ ਸਾਰਾ ਕੁਝ ਸੀਕ੍ਰੇਸੀ ਨਾਲ ਸਾਰਾ ਕੁਝ ਕਰਨਾ ਪਿਆ। ਸੋ ਹਮੇਸ਼ਾ ਹੀ ਸ਼ਾਸਨ ਦਾ, ਗਵਰਨੈਂਸ ਦਾ ਤੇ ਪ੍ਰਸ਼ਾਸਨ ਦਾ ਇਹ ਹੈਗਾ ਵੀ ਜਿਹੜੇ ਲੋਕਾਂ ਨਾਲ ਤੁਸੀਂ ਇੰਟਰੈਕਟ ਕਰ ਰਹੇ ਹੋ, ਜਿਹੜੇ ਤੁਹਾਡੀ ਪ੍ਰਜਾ, ਜੇ ਉਹਨਾਂ ਵਿੱਚ ਉਹਨਾਂ ਦੇ ਮਨਾਂ ਵਿੱਚ ਤੁਹਾਡੇ ਲਈ ਇੱਜ਼ਤ ਨਹੀਂ ਹੈ, ਜੇ ਉਹ ਉਸ ਮੁਲਕ ਨੂੰ ਜਾਂ ਉਸ ਸਰਕਾਰ ਨੂੰ ਆਪਣੀ ਸਰਕਾਰ ਨਹੀਂ ਸਮਝਦੇ, ਜੇ ਉਹ ਨਹੀਂ ਸਮਝਦੇ ਵੀ ਸਾਡੇ ਤੇ ਸਾਡੀ ਕੌਮ ਦੇ ਲੋਕ ਰਾਜ ਕਰ ਰਹੇ ਆ, ਜੇ ਉਹਨਾਂ ਨੂੰ ਇਹ ਨਹੀਂ ਲੱਗਦਾ ਵੀ ਸੈਲਫ ਗਵਰਨੈਂਸ ਇਜ਼ ਬੈਟਰ ਦੈਨ ਗੁੱਡ ਗਵਰਨੈਂਸ, ਹਨਾ। ਸੋ ਜੇ ਉਹਨਾਂ ਨੂੰ ਸੈਲਫ ਗਵਰਨੈਂਸ ਦੀ ਭਾਵਨਾ ਨਹੀਂ ਆ ਰਹੀ, ਹਨਾ, ਵੀ ਅਸੀਂ ਆਪ ਹੀ ਰਾਜ ਕਰ ਰਹੇ ਹਾਂ, ਤਾਂ ਫਿਰ ਜਿਹੜਾ ਬੰਦਾ ਰਾਜ ਕਰ ਲਿਆ ਉਹਦੇ ਲਈ ਹਾਂ ਉਹ ਕੱਢ ਸਕਦਾ ਬੰਦੂਕ ਦੀ ਨੋਕ ਤੇ, ਹਥਿਆਰਾਂ ਦੀ ਨੋਕ ਤੇ, ਆਪਣੀਆਂ ਪ੍ਰਾਈਵੇਟ ਮਿਲਟਰੀ ਆਰਮੀਜ਼ ਨਾਲ, ਆਪਣੇ ਅੱਤਵਾਦੀ ਸੰਗਠਨਾਂ ਨਾਲ, ਮਤਲਬ ਕਿ ਕੁਝ ਠੀਕ ਹੈ 50 ਸਾਲ ਕੱਢ ਲਏ, ਪਰ ਅਲਟੀਮੇਟਲੀ ਡਿਮਾਈਸ ਆ। ਸੋ ਇਹ ਲੌਂਗ ਟਰਮ ਨਹੀਂ ਹੈਗੀ। ਸੋ ਜਿਹੜੀ ਆਪਾਂ ਲਿਬਰਲ ਡੈਮੋਕ੍ਰੇਸੀ ਦੀ ਜਾਂ ਜਿਹੜੀ ਓਪਨ ਡੈਮੋਕ੍ਰੇਸੀ ਦੀ ਗੱਲ ਕਰਦੇ ਹੈਗੇ ਆ, ਸੋ ਇਸੇ ਕਰਕੇ ਸਰਵਾਈਵ ਕਰ ਰਹੀਆਂ ਨੇ ਵੀ ਉਹ ਆਇਰਨ ਫਿਸਟ ਨਾਲ ਕੰਮ ਨਹੀਂ ਕਰਦੀਆਂ। ਉਹਨਾਂ ਸਮਾਜਾਂ ਵਿੱਚ ਜਾਂ ਉਹਨਾਂ ਪੋਲੀਟੀਕਲ ਸੁਸਾਇਟੀਜ਼ ਵਿੱਚ ਜਿਹੜੀਆਂ ਪੋਲੀਟੀਕਲ ਐਂਟੀਬੋਡੀਜ਼ ਆ, ਐਂਟੀ ਕਰਪਸ਼ਨ, ਉਹ ਇੰਨੀਆਂ ਜ਼ਿਆਦਾ ਆ ਵੀ ਸਿਸਟਮ ਆਪਣੇ ਆਪ ਹੀ ਉਸ ਕਰਪਟ ਪ੍ਰੈਕਟਿਸਿਸ ਨੂੰ ਖਤਮ ਕਰ ਦਿੰਦਾ। ਪਰ ਸਾਡੇ ਮਿਡਲ ਈਸਟ ਵਿੱਚ ਆ ਜਿਹੜਾ ਆਪਣਾ ਸਾਰਾ ਥਰਡ ਵਰਲਡ ਕੰਟਰੀ ਆ, ਉਹਦੇ ਵਿੱਚ ਕਿਉਂਕਿ ਡੈਮੋਕ੍ਰੇਸੀ ਐਕਸਪੋਰਟ ਹੋਈ ਆ, ਉਹਨਾਂ ਤੇ ਥੋਪੀ ਗਈ ਆ, ਉਹਨਾਂ ਦੀਆਂ ਆਪਣੀਆਂ ਸੰਸਥਾਵਾਂ ਵਿੱਚੋਂ ਡੈਮੋਕ੍ਰੇਸੀ ਗਰੋ ਨਹੀਂ ਹੋਈ। ਸੋ ਜਦੋਂ ਗਰੋਥ ਨਹੀਂ ਹੋਈ ਡੈਮੋਕ੍ਰੇਸੀ ਦੀ, ਸਿਰਫ ਆਪਾਂ ਇੱਕ ਤਰ੍ਹਾਂ ਨਾਲ ਲੈ ਜਾਂਦੀ ਹੈਗੀ ਆ ਮਸਨੂਈ ਢੰਗ ਨਾਲ ਇੰਜੈਕਸ਼ਨ ਲਾ ਕੇ, ਸੋ ਉਹਦੇ ਜਿਹੜੇ ਆਫਸ਼ੂਟਸ ਆ ਜਾਂ ਕਨਸੀਕੁਐਂਸਿਸ ਆ ਉਹ ਇਸੇ ਤਰ੍ਹਾਂ ਦੇ ਹੋਣੇ ਚਾਹੀਦੇ ਆ। ਸੋ ਕ੍ਰੈਡੀਬਿਲਿਟੀ ਔਰ ਜਿਹੜੀ ਸੈਲਫ ਗਵਰਨੈਂਸ ਆ, ਜੇ ਉਹ ਭਾਵਨਾ ਲੋਕਾਂ ਵਿੱਚ ਨਹੀਂ ਹੈਗੀ ਲੀਡਰ ਪ੍ਰਤੀ, ਤਾਂ ਉਹ ਫਿਰ ਇਸ ਤਰ੍ਹਾਂ ਹੀ ਭੱਜਦਾ ਹੁੰਦਾ ਜਿਸ ਤਰ੍ਹਾਂ ਬਸ਼ਰ ਅਲ ਅਸਾਦ ਭੱਜਿਆ। ਜੀ। ਦੱਸਿਆ ਜਾਂਦਾ ਵੀ ਸੀਰੀਆ ਦੀ ਜਿਹੜੀ ਇਹ ਰਾਜਸੀ ਇਨਕਲਾਬ ਆ, ਇੱਕ 15 ਸਾਲਾਂ ਦੇ ਬੱਚੇ ਨੇ ਆਰੰਭ ਕੀਤੀ ਸੀ। ਕੀ ਹੈ ਇਸ ਹਾਂਜੀ ਪਿੱਛੇ ਹਾਂਜੀ, ਹਾਂ, ਇਹ ਬਹੁਤ ਦਿਲਚਸਪ ਕਿੱਸਾ ਹੈਗਾ। ਜਿਸ ਤਰ੍ਹਾਂ ਆਪਾਂ ਬੰਗਲਾਦੇਸ਼ 'ਚ ਦੇਖਿਆ ਨਾ ਵੀ ਯੂਨੀਵਰਸਿਟੀ ਸਟੂਡੈਂਟਸ ਨੇ ਉੱਥੋਂ ਜੇ ਸ਼ੇਖ ਹਸੀਨਾ ਦੇ ਖਿਲਾਫ ਜਿਹੜਾ ਸੰਘਰਸ਼ ਸ਼ੁਰੂ ਕਰਿਆ, ਔਰ ਉਹਨੂੰ ਵੀ 10-15-20 ਦਿਨਾਂ 'ਚ ਹੀ ਭੱਜਣਾ ਪੈ ਗਿਆ ਸੀਗਾ, ਹਨਾ। ਜੀ ਯੂਨੀਵਰਸਿਟੀ ਆਪਾਂ ਬੰਗਲਾਦੇਸ਼ ਤੇ ਜਦੋਂ ਕਰਿਆ ਸੀ ਪ੍ਰੋਗਰਾਮ, ਉਹਦੇ ਵਿੱਚ ਦੱਸਿਆ ਸੀ। ਸੋ ਇਹ ਸਭ ਤੋਂ ਛੋਟੀ ਉਮਰ ਦਾ ਆਪਾਂ ਕਹਿ ਸਕਦੇ ਹਾਂ, ਸਭ ਤੋਂ ਛੋਟੀ ਉਮਰ ਦੇ ਬੱਚੇ ਨੇ। ਤੁਸੀਂ ਦੇਖੋ ਵੀ ਉਸ ਬੱਚੇ ਦੀ ਲਾਈ ਹੋਈ ਚਿਣਗ ਨੇ ਅੱਜ ਸੀਰੀਆ ਦੇ ਔਰ ਦੁਨੀਆ ਦੇ ਸਭ ਤੋਂ ਵੱਡੇ ਤਾਨਾਸ਼ਾਹ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਸੋ ਗੱਲ ਇਹ 2011 ਦੀ ਹੈ। ਸੋ 2011 ਦੀ ਫਰਵਰੀ ਵਿੱਚ ਅਰਬ ਕੰਟਰੀਜ਼ ਵਿੱਚ ਜਿਹੜਾ ਹੈਗਾ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਦੀ ਬਹਾਲੀ ਲਈ ਇੱਕ ਸੰਘਰਸ਼ ਸ਼ੁਰੂ ਹੁੰਦਾ। ਉਹਦੇ ਵਿੱਚੋਂ ਸੀਰੀਆ ਬਾਅਦ ਚੋਂ ਆਉਂਦਾ। ਪਹਿਲਾਂ ਕਰਨਲ ਗਦਾਫੀ ਵਾਲਾ ਜਿਹੜਾ ਹੈਗਾ ਉਹ ਸਭ ਤੋਂ ਪਹਿਲਾਂ ਅਲਜੀਰੀਆ ਵਿੱਚ ਸ਼ੁਰੂ ਹੋਇਆ ਹੈ। ਜੇ ਤੁਹਾਨੂੰ ਯਾਦ ਹੋਵੇ, ਜਿਹੜਾ ਅਰਬ ਸਪਰਿੰਗ ਆ ਅਲਜੀਰੀਆ ਵਿੱਚ ਸ਼ੁਰੂ ਹੋਇਆ ਸੀ। ਅਲਜੀਰੀਆ ਵਿੱਚ 6 ਮਹੀਨੇ ਦੇ ਵਿੱਚ ਆ ਜਿਹੜਾ ਉੱਥੇ ਰਾਸ਼ਟਰਪਤੀ ਨੂੰ ਭੱਜਣਾ ਪਿਆ ਸੀ ਤੇ ਡੈਮੋਕ੍ਰੈਟਿਕਲੀ ਚੁਣੀ ਹੋਈ ਸਰਕਾਰ ਆ ਜਿਹੜੀ ਆਈ। ਅਲਜੀਰੀਆ ਤੋਂ ਇੱਕਦਮ ਬਾਅਦ ਆ ਜਿਹੜਾ ਕਰਨਲ ਗਦਾਫੀ ਵਾਲਾ ਮੁਲਕ ਸੀਗਾ, ਉਹਦੇ ਵਿੱਚ ਇਨਕਲਾਬ ਸ਼ੁਰੂ ਹੋਇਆ। ਸੋ ਕਰਨਲ ਗਦਾਫੀ ਦੇ ਖਿਲਾਫ, ਕਿਉਂਕਿ ਉਹ ਵੀ ਤਾਨਾਸ਼ਾਹੀ ਨਾਲ ਸਰਕਾਰ ਚਲਾ ਰਿਹਾ ਸੀ, ਉਹਦੇ ਖਿਲਾਫ ਬਹੁਤ ਵੱਡਾ ਜਿਹੜਾ ਸੰਘਰਸ਼ ਹੋਇਆ। ਅੰਤ ਨੂੰ ਹੋਇਆ ਵੀ ਇੰਟਰਨੈਸ਼ਨਲ ਫੋਰਸਿਸ ਦੀ ਮਦਦ ਨਾਲ ਕਰਨਲ ਗਦਾਫੀ ਨੂੰ ਮਾਰ ਦਿੱਤਾ ਗਿਆ ਤੇ ਉੱਥੇ ਜਿਹੜੀ ਹੈਗੀ ਨਵੀਂ ਸਰਕਾਰ ਆਈ। ਇਹਦੇ ਨਾਲ ਹੀ ਇਜਿਪਟ ਵਿੱਚ ਹੋਇਆ ਸੀਗਾ, ਤੁਸੀਂ ਦੇਖੋ ਨਾ, ਉਹਦੇ ਵਿੱਚ ਹੁਸਨੀ ਮੁਬਾਰਕ ਦੀ ਸਰਕਾਰ ਸੀ, ਉਹ ਵੀ ਅਰਬ ਸਪਰਿੰਗ 'ਚ ਹੀ ਗਈ ਆ। ਸੋ ਉੱਥੇ ਮੁਸਲਿਮ ਬ੍ਰਦਰਹੁੱਡ ਦੀ ਸਰਕਾਰ ਬਾਅਦ ਚੋਂ ਡੈਮੋਕ੍ਰੈਟਿਕ ਲਿਆਈ, ਜਿਹਨੂੰ ਕਿ ਫਿਰ ਬਾਅਦ ਚੋਂ
ਖਤਮ ਕਰਕੇ ਮਾਰ ਦਿੱਤਾ ਗਿਆ। ਉੱਥੇ ਫਿਰ ਇੱਕ ਤਰ੍ਹਾਂ ਦੀ ਤਾਨਾਸ਼ਾਹੀ ਆਈ ਹੈਗੀ ਆ। ਸੋ ਜਦੋਂ ਇਹਨਾਂ 3 ਮੁਲਕਾਂ ਵਿੱਚ ਸਰਕਾਰਾਂ ਬਦਲਤੀਆਂ, ਲੋਕਾਂ ਦੇ ਸੰਘਰਸ਼ਾਂ ਨੇ, ਤਾਂ ਸੀਰੀਆ ਵਿੱਚ ਵੀ ਹੌਲੀ-ਹੌਲੀ ਸੰਘਰਸ਼ ਦੀਆਂ ਜਿੱਦਾਂ ਆਵਾਜ਼ਾਂ ਸੁਣਨ ਲੱਗ ਗਈਆਂ ਸੀ। ਪਰ ਇੱਕ ਠੀਕ ਹੈ। ਇੱਕ ਖਾਸ ਥਾਂ ਤੇ ਅਲੇਪੋ ਦੀ ਮੇਰੇ ਖਿਆਲ ਗੱਲ ਹੈਗੀ ਆ। ਅਲੇਪੋ ਵਿੱਚ ਇੱਕ ਸਕੂਲ ਦੇ 15 ਬੱਚੇ ਇੱਕ ਕਲਾਸ ਵਿੱਚ ਬੈਠੇ ਨੇ। ਹੂੰ ਉਸ ਕਲਾਸ ਚੋਂ ਇੱਕ ਬੱਚਾ ਜਿਹੜਾ 15 ਸਾਲਾਂ ਦਾ ਸੀ, ਉਹਨੇ ਜਦੋਂ 3 ਮੁਲਕਾਂ ਵਿੱਚ ਸਰਕਾਰਾਂ ਬਦਲ ਗਈਆਂ ਤਾਂ ਉਹਨੇ ਇੱਕ ਕੰਧ ਤੇ ਨਾਅਰਾ ਲਿਖਿਆ ਵੀ ਡਾਕਟਰ ਅਗਲੀ ਵਾਰੀ ਤੇਰੀ ਹੈ। ਹੂੰ ਹਨਾ, ਪਿੱਛੋਂ ਜਿਹੜਾ ਬਸ਼ਰ ਅਲ ਅਸਾਦ ਹੈ, ਇਹ ਅੱਖਾਂ ਦਾ ਸਰਜਨ ਸੀਗਾ। ਇਹਨੇ ਲੰਡਨ ਤੋਂ ਜਿੱਦਾਂ ਆਈ ਸਪੈਸ਼ਲਿਸਟ ਦੇ ਤੌਰ ਤੇ ਡਾਕਟਰੀ ਕਰੀ ਹੋਈ ਸੀ, ਹਨਾ। ਸੋ ਇਹਨੂੰ ਡਾਕਟਰ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਉਹਦੇ ਵਿੱਚ, ਹਨਾ। ਸੋ ਉਹਨੇ ਕੰਧ ਤੇ ਲਿਖਤਾ ਵੀ ਡਾਕਟਰ ਅਗਲੀ ਵਾਰੀ ਤੇਰੀ ਹੈ, ਵੀ ਤੂੰ ਤਿਆਰ ਹੋ ਜਾ ਨਾ। ਇਹ ਇੱਕ ਸੈਂਟੈਂਸ ਲਿਖਿਆ ਕੰਧ ਤੇ, ਔਰ ਕਹਿੰਦੇ ਵੀ ਉਹ 15-20 ਦਿਨ ਲਿਖਿਆ ਰਿਹਾ। ਜਦੋਂ ਸਿਕਿਉਰਿਟੀ ਸਰਵਿਸ ਦੀ ਨਜ਼ਰ ਪਈ ਤਾਂ ਉਹਨਾਂ ਨੇ ਫਿਰ ਲੱਭਣਾ ਸ਼ੁਰੂ ਕਰਿਆ ਵੀ ਇਹ ਕਿਹਨੇ ਲਿਖਿਆ। ਕਿਸੇ ਨੇ ਨਹੀਂ ਦੱਸਿਆ। ਹੌਲੀ-ਹੌਲੀ ਜ਼ੀਰੋ ਇਨ ਹੁੰਦੀ ਹੋਈ ਗੱਲ ਆ ਜਿਹੜੀ ਉਹਨਾਂ 15 ਬੱਚਿਆਂ ਤੇ ਆ ਗਈ ਵੀ ਉਹਨਾਂ 15 ਬੱਚਿਆਂ ਵਿੱਚੋਂ ਕੋਈ ਇੱਕ ਬੱਚਾ ਹੋ ਸਕਦਾ। ਉਹਨਾਂ ਨੇ 15 ਬੱਚੇ ਗ੍ਰਿਫਤਾਰ ਕਰ ਲਏ, ਔਰ ਫਿਰ ਉਹੀ ਟੌਰਚਰ ਜਿਹੜਾ ਆਪਣੇ ਇੰਡੀਆ ਵਿੱਚ ਪੁਲਿਸ ਕਰਦੀ ਆ ਜਾਂ ਥਰਡ ਵਰਲਡ ਕੰਟਰੀਜ਼ ਵਿੱਚ ਕਰਦੀ ਆ, ਇਹ ਪੁੱਠਾ ਲਟਕਾਤਾ, ਨੰਗੇ ਕਰਕੇ ਚੱਡੇ ਪਾੜ ਤੇ, ਜਿੱਦਾਂ ਕਰੰਟ ਲਾਇਆ। ਔਰ ਦੱਸਿਆ ਗਿਆ ਵੀ ਪੰਜਾਬ ਪੁਲਿਸ ਵੀ ਇਹ ਕਰਦੀ ਰਹੀ ਹੈਗੀ ਆ ਵੀ ਇੱਕ ਵੱਡੇ ਸਾਰੇ ਟੱਬ ਵਿੱਚ ਪਾਣੀ ਭਰ ਲੈਂਦੇ ਸੀ ਤੇ ਉਹਦੇ ਵਿੱਚ ਤਾਰਾਂ ਬਿਜਲੀ ਦੀਆਂ ਛੱਡ ਦਿੰਦੀ ਸੀ। ਸੋ ਉਹਦੇ ਵਿੱਚ ਫਿਰ ਬੰਦਾ ਬਿਠਾ ਦਿੰਦੀ ਸੀ। ਇਹਨਾਂ ਬੱਚਿਆਂ ਨੂੰ ਉਹ ਟੌਰਚਰ ਕੀਤਾ ਗਿਆ, 15 ਬੱਚਿਆਂ ਨੂੰ। ਸੋ ਉਹਨਾਂ 15 ਬੱਚਿਆਂ ਦੀ ਰਿਹਾਈ ਲਈ ਫਿਰ ਮਾਪਿਆਂ ਨੇ ਹੌਲੀ-ਹੌਲੀ, ਸਕੂਲ ਦੇ ਅਧਿਆਪਕਾਂ ਨੇ ਜਿਹੜਾ ਸੰਘਰਸ਼ ਸ਼ੁਰੂ ਕਰਿਆ, ਉਹ ਇਸ ਵੱਡੀ ਪੱਧਰ ਤੇ ਫੈਲਿਆ। ਤੁਸੀਂ ਦੇਖੋ ਵੀ ਅੱਜ 2011 ਤੋਂ 2024 ਆ ਗਿਆ ਹੋਇਆ, ਲਗਭਗ 13 ਸਾਲ ਲੱਗੇ ਸੀ। ਉਹ 15 ਸਾਲ ਦੇ ਬੱਚੇ ਦਾ ਇੱਕ ਲਿਖਿਆ ਹੋਇਆ ਸੈਂਟੈਂਸ, ਇੱਕ ਵਾਕ ਵੀ ਡਾਕਟਰ ਹੁਣ ਤੇਰੀ ਵਾਰੀ ਹੈ। ਸੋ ਡਾਕਟਰ ਦੀ ਵਾਰੀ ਆ ਗਈ 13 ਸਾਲਾਂ 'ਚ। ਸੋ ਇਸ ਬੱਚੇ ਦਾ 15, ਇਹ ਦੇਖੋ ਵੀ ਉਹ ਜਜ਼ਬਾ ਕਿੰਨਾ ਹੋਊਗਾ ਵੀ ਜਦੋਂ ਇੰਨੀ ਦਹਿਸ਼ਤ ਔਰ ਗੋਲੀ ਦੀ ਬੰਦੂਕ ਦੀ ਨੋਕ ਤੇ ਜਦੋਂ ਬਸ਼ਰ ਅਲ ਅਸਾਦ ਦੀ ਫੈਮਿਲੀ ਨੇ ਰਾਜ ਕਰਿਆ, ਤਾਂ ਉਸ 15 ਸਾਲਾ ਬੱਚੇ ਦਾ ਜਿਗਰਾ ਕਿੰਨਾ ਹੋਊਗਾ ਜਿਹਨੇ ਇਹ ਲਿਖਤਾ ਵੀ ਡਾਕਟਰ ਅਗਲੀ ਵਾਰੀ ਤੇਰੀ ਹੈ। ਯਾ ਉਸ ਸੰਘਰਸ਼ ਨੇ ਜਿਹੜਾ ਹੈਗਾ ਅੱਜ ਸੀਰੀਆ ਨੂੰ ਆਜ਼ਾਦੀ ਦਵਾਈ। ਔਰ ਇੰਨੀ ਵੱਡੀ ਤੁਸੀਂ ਦੇਖੋ ਵੀ ਆਹ ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਜਦੋਂ ਖੁਸ਼ੀਆਂ ਮਨਾਈਆਂ ਗਈਆਂ, ਜੋ ਤੁਸੀਂ ਦੇਖੋ ਵੀ ਸਾਰੇ ਸੀਰੀਅਨਸ ਆ ਜਿਹੜੇ ਉੱਥੇ ਉਹਨਾਂ ਦੇ ਮੇਨ ਸਕੁਅਰ ਵਿੱਚ ਇਕੱਠੇ ਹੋਏ ਔਰ ਉਹਨਾਂ ਨੇ ਜੋ ਆਜ਼ਾਦੀ ਦਾ ਜਸ਼ਨ ਮਨਾਇਆ, ਉਹ ਉਸ 15 ਸਾਲਾ ਬੱਚੇ ਦੇ ਇੱਕ ਵਾਕ ਤੋਂ ਸ਼ੁਰੂ ਹੋਇਆ ਸੰਘਰਸ਼ ਆ ਜਿਹੜਾ ਇੱਕ ਤਾਨਾਸ਼ਾਹ ਨੂੰ ਰਾਤਾਂ ਨੂੰ ਜਿੱਦਾਂ ਹੈਗਾ ਵੀ ਦੇਸ਼ ਛੱਡ ਕੇ ਭੱਜਣ ਲਈ ਮਜਬੂਰ ਕਰ ਗਿਆ। ਬਿਲਕੁਲ ਸਹੀ ਗੱਲ ਆ। ਯੂ ਆਰ ਨੈਕਸਟ ਡਾਕਟਰ, ਇਹ ਐਗਜ਼ੈਕਟ ਉਹਦੇ ਵਿੱਚ ਵਰਡ ਸੀ। 14 ਸਾਲਾਂ ਦਾ ਇਹ ਮੁੰਡਾ ਸੀ। ਮਊਵਈਆ ਸੈਨ ਸਿਸਨਾ, ਮੈਂ ਨਾ ਭੁੱਲ ਗਿਆ ਸੀ ਉਹਦਾ। ਹਾਂ, ਮੁਵਈਆ ਸਿਸਨਾ ਜਿਹੜਾ ਸੀਗਾ। ਤੇ ਜਦ ਕਹਿੰਦੇ ਵੀ ਹੁਣ ਆਇਆ ਤੇ ਹੁਣ ਦੁਬਾਰਾ ਵੀ ਮੋਹਰੇ ਦੇਖਿਆ 45 ਦਿਨਾਂ ਲਈ, ਜਿੱਦਾਂ ਤੁਸੀਂ ਦੱਸਿਆ ਵੀ ਇਸ ਨੂੰ ਟਾਰਚਰ ਜਿਹੜਾ ਉਹ ਕੀਤਾ ਟਾਰਚਰ ਗਿਆ, ਕੀਤਾ, ਨਾਲ ਜਿਹੜੇ ਇਹਦੇ ਸਾਥੀਆਂ ਨੂੰ ਵੀ ਸਾਰਿਆਂ ਨੂੰ ਟਾਰਚਰ ਕਰਿਆ, ਸਾਰਿਆਂ ਨੂੰ ਬਹੁਤ ਇਨਹਿਊਮਨ ਟਾਰਚਰ ਕਰਿਆ ਉਹਨੂੰ। ਜਾਂ ਬੱਚਿਆਂ ਦੇ ਨਾਲ ਜੋ ਹੁੰਦਾ ਆ, ਆਪਾਂ ਦੇਖਿਆ ਉੱਥੋਂ ਦੀਆਂ ਜਿੱਦਾਂ ਦੀਆਂ ਵੀਡੀਓਜ਼ ਅਵਤਾਰ ਸਿੰਘ ਜੀ ਆ ਰਹੀਆਂ ਵੀ ਲੋਕਾਂ ਨੇ ਕਿਤੇ ਜਸ਼ਨ ਮਨਾਏ ਆ। ਹਾਂਜੀ ਬਹੁਤ ਜਿਹੜੀ ਉਹ ਜੇਲ੍ਹ ਸੀਗੀ ਜਿੱਥੇ ਪਤਾ ਨਹੀਂ ਸੈਡਿਆਨਾ ਪ੍ਰਿਜ਼ਨ ਸੈਡਿਆਨਾ ਪ੍ਰਿਜ਼ਨ ਸੀਗੀ, ਉੱਥੇ ਨੂੰ ਰੀਸੈਂਟਲੀ ਕੱਲ ਮੈਂ ਪੜ੍ਹ ਰਿਹਾ ਸੀ 1 ਲੱਖ ਲੋਕਾਂ ਨੂੰ ਦਫਨਾਉਣ ਵਾਲੀ ਥਾਂ ਵੀ ਜਿਹੜੀ ਇਹਨਾਂ ਨੇ ਮਾਰ ਕੇ ਹੱਡੀਆਂ ਦੇ ਪਿੰਜਰ ਆ ਜਿਹੜੇ ਮਿਲ ਰਹੇ ਆ ਹੁਣ, ਮਾਸ ਗ੍ਰੇਵਸ ਆ ਜਿਹੜੀਆਂ ਮਿਲ ਰਹੀਆਂ, ਮਾਸ ਗ੍ਰੇਵਸ ਆ। ਸੋ ਤੁਸੀਂ ਦੇਖੋ ਵੀ ਬਹੁਤ ਜ਼ਿਆਦਾ ਇਹਨਾਂ ਨੇ ਉੱਥੇ ਤਸ਼ੱਦਦ ਜਿਹੜਾ ਉਹ ਕੀਤਾ ਸੀਗਾ। ਸੋ ਇਹਦੇ ਵਿੱਚੋਂ ਗੱਲ ਆਪਾਂ ਕਰੀਏ ਵੀ ਇਹ ਜਿਹੜੀ ਸੈਲਫ ਗਵਰਨੈਂਸ ਜਾਂ ਆਜ਼ਾਦੀ ਦੀ ਜਿਹੜੀ ਇਹ ਭਾਵਨਾ ਆ, ਆਜ਼ਾਦੀ ਚਾਹਣ ਵਾਲੀ ਜਿਹੜੀ ਇਹ ਕੌਮ ਆ, ਇਹਦਾ ਭਾਵ ਇਹੀ ਆ ਵੀ ਉਹਦੇ ਵਿੱਚ ਜੇ ਆਪਣੇ ਨਿਸ਼ਾਨੇ ਪ੍ਰਤੀ ਇਮਾਨਦਾਰੀ ਹੋਵੇ ਤਾਂ ਉਮਰਾਂ ਅਰਥ ਨਹੀਂ ਰੱਖਦੀਆਂ ਕਿ ਆਪਾਂ ਪਹੁੰਚ ਜਾਈਦਾ ਟਿਕਾਣੇ। ਬਿਲਕੁਲ। ਸੋ 15 ਸਾਲ ਦੇ ਬੱਚੇ ਨੇ ਸਰਕਾਰ ਹਲਾਤੀ ਹੈ ਨਾ, ਇਹ ਤੁਸੀਂ ਦੇਖੋ ਵੀ। ਸੋ ਉਮਰਾਂ ਦੀ ਕੋਈ ਗੱਲ ਨਹੀਂ, ਗੱਲ ਤਾਂ ਪ੍ਰਤੀਬੱਧਤਾ ਦੀ ਆ, ਇਮਾਨਦਾਰੀ ਦੀ ਆ, ਆਜ਼ਾਦੀ ਲਈ ਜਜ਼ਬੇ ਦੀ ਆ। ਤੁਹਾਡੇ ਵਿੱਚ ਕੋਈ ਡਿਲੂਸ਼ਨ ਨਾ ਆਵੇ, ਤੁਹਾਡੇ ਵਿੱਚ ਕੋਈ ਇਸ ਤਰ੍ਹਾਂ ਦੀ ਕਮਜ਼ੋਰੀ ਨਾ ਆਵੇ ਆਜ਼ਾਦੀ ਬਾਰੇ, ਕੋਈ ਡਬਲ ਮਾਈਂਡ ਨਾ ਹੋਣ ਵੀ ਨਹੀਂ ਇੱਥੇ ਰਹਿ ਲਓ ਜੀ, ਇਹ ਕੌਮ ਨਾਲ ਹੀ ਰਹਿ ਲਓ, ਇਹ ਇਸ ਨਾਲ ਹੀ ਸਾਡੇ ਚੰਗੇ ਸੰਬੰਧ ਆ, ਸਾਡੇ ਪਰਿਵਾਰਕ ਰਿਸ਼ਤੇ ਆ। ਸੋ ਜਦੋਂ ਦੁਬਿਧਾ ਆਏਗੀ, ਇਹਨੂੰ ਗੁਰੂ ਸਾਹਿਬ ਵਿਪਰਨ ਕੀ ਰੀਤ ਕਹਿੰਦੇ ਆ ਵੀ ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਸੋ ਵਿਪਰਨ ਕੀ ਰੀਤ ਹੈ ਜਿਹੜੀ ਇਨਰ ਇਰੋਜ਼ਨ ਆ, ਅੰਦਰੋਂ ਖੋਰਾ ਲੱਗਣਾ ਜਿਹਨੂੰ ਆਪਾਂ ਕਹਿੰਦੇ ਆ। ਸੋ ਗੁਰੂ ਸਾਹਿਬ ਨੇ ਉਹ ਤੋਂ ਸਾਨੂੰ ਵਰਜਿਆ ਹੈ
ਸੋ ਇਸੇ ਕਰਕੇ ਹੈਗਾ ਵੀ ਜੇ ਕੌਮ ਵਿੱਚ ਆਜ਼ਾਦੀ ਦੀ ਭਾਵਨਾ ਦਾ ਸੂਰਜ ਜਾਂ ਜਿਹੜੀ ਅੱਗ ਆ ਲਟਾਲਟ ਬਲ ਰਹੀ ਆ, ਫਿਰ ਉਮਰਾਂ ਮਾਇਨੇ ਨਹੀਂ ਰੱਖਦੀਆਂ। ਸੋ ਜੇ ਕੌਮ ਇੱਕ ਮੁੱਠ ਆ, ਉਹਦੇ ਵਿੱਚ ਸੰਘਰਸ਼ ਕਰਨ ਦਾ ਜਜ਼ਬਾ, ਜਿਹੜੀਆਂ ਹੂੰ, ਲਾਈਨਸ ਕਲੀਅਰ ਆ, ਜਿਹੜੀਆਂ ਬਾਉਂਡਰੀਜ਼ ਐਨ ਸਪਸ਼ਟ ਹੋ ਗਈਆਂ, ਲਕੀਰਾਂ ਸਪਸ਼ਟ ਨੇ, ਸੋ ਉਹਨਾਂ ਸਪਸ਼ਟ ਲਕੀਰਾਂ ਵਿੱਚੋਂ ਜਦੋਂ ਕੌਮ ਫਿਰ ਐਕਟ ਕਰਦੀ ਆ, ਤਾਂ ਫਿਰ ਏਡੇ ਵੱਡੇ ਵੱਡੇ ਜਿਹੜੇ ਕਹਿੰਦੇ ਸੀ ਰਸ਼ੀਆ ਸਾਡੇ ਨਾਲ ਆ, ਈਰਾਨ ਸਾਡੇ ਨਾਲ ਆ, ਹਿਜ਼ਬੁੱਲਾ ਸਾਡੇ ਨਾਲ ਆ, ਹੋਰ ਕਿੰਨੀਆਂ ਫੋਰਸਿਸ ਉਹਦੇ ਨਾਲ ਸੀ। ਸੋ ਉਹ ਰਾਤਾਂ ਨੂੰ ਜਿਹੜਾ ਹੈਗਾ, ਹੁਣ ਦੱਸਿਆ ਜਾਂਦਾ ਜਿਹੜੇ ਜਹਾਜ਼ ਵਿੱਚ ਉਹ ਭੱਜਿਆ, ਉਹਦਾ ਟਰਾਂਸਪੌਂਡਰ ਵੀ ਬੰਦ ਕਰ ਦਿੱਤੇ ਤਾਂ ਕਿ ਡਿਟੈਕਟ ਨਾ ਹੋਵੇ। ਪਤਾ ਨਾ ਕਿਉਂਕਿ ਲੱਗੇ। ਉਹ ਕਰਾਇਆ ਤਾਂ ਰਸ਼ੀਆ ਨਹੀਂ ਹੈ, ਸੋ ਰਸ਼ੀਆ ਦੀ ਸਾਰੀ ਪਲਾਨ ਸੀ ਵੀ ਉਹਨੂੰ ਬਾਹਰ ਕਿੱਦਾਂ ਕੱਢਣਾ, ਹੂੰ, 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 ਹੂੰ। ਉਹਨੂੰ ਡਿਟੈਕਟ ਨਾ ਹੋਵੇ, ਇਸ ਕਰਕੇ ਉਹ ਸਾਰਾ ਜਿਹੜੇ ਟਰਾਂਸਪੌਂਡਰ, ਸਾਰੇ ਜਿਹੜੇ ਡਿਟੈਕਸ਼ਨ ਦੇ ਕਾਰਜ ਸੀਗੇ ਉਹ ਬੰਦ ਕਰ ਦਿੱਤੇ ਗਏ। ਸੋ ਸਿੱਧੀ ਗੱਲ ਇਹ ਹੈਗੀ ਆ ਵੀ ਜੇ ਕੌਮ ਵਿੱਚ ਆਜ਼ਾਦ ਹੋਣ ਦੀ ਭਾਵਨਾ ਹੈ, ਚਾਹੇ ਸੈਂਕੜੇ ਸਾਲ ਲੱਗ ਜਾਣ, ਯਹੂਦੀਆਂ ਨੂੰ 2000 ਸਾਲ ਲੱਗੇ ਆ, ਹੂੰ, 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 ਉਹ ਹੂੰ। 2000 ਸਾਲਾਂ ਦੇ ਸੰਘਰਸ਼ ਤੋਂ ਬਾਅਦ ਉਹਨਾਂ ਨੂੰ ਇਜ਼ਰਾਈਲ ਮਿਲਿਆ। ਠੀਕ ਹੈ, ਅੱਜ ਉਹ ਬੇਸ਼ੱਕ ਜ਼ੁਲਮ ਕਰ ਰਹੇ ਆ, ਉਹ ਇੱਕ ਵੱਖਰੀ ਕਹਾਣੀ ਆ ਗਈ ਹੋਈ ਆ। ਸੋ ਉਹਨਾਂ ਵਿੱਚ ਜਿਹੜੀ ਵਿਪਰਨ ਕੀ ਰੀਤ ਆ ਗਈ ਹੋਈ ਆ, ਉਹ ਆਪਣੇ ਆਪਣੇ ਰਹਿਬਰਾਂ ਦੇ, ਆਪਣੇ ਧਰਮ ਗ੍ਰੰਥਾਂ ਦੇ, ਆਪਣੇ ਗੁਰੂਆਂ ਦੇ ਰਾਹ ਤੋਂ ਭਟਕ ਗਏ ਹੋਏ ਆ। ਇਹ ਇੱਕ ਵੱਖਰੀ ਕਹਾਣੀ ਆ, ਕਿਤੇ ਆਪਾਂ ਇਹਦੇ ਬਾਰੇ ਵੀ ਜਿਹੜਾ ਜ਼ਿਕਰ ਕਰ ਲਾਂਗੇ। ਪਰ ਆਜ਼ਾਦੀ ਦਾ ਸੁਪਨਾ ਜੇ ਕੌਮਾਂ ਵਿੱਚ ਬਰਕਰਾਰ ਹੈ, ਤਾਂ ਉਮਰਾਂ ਨਹੀਂ ਉਹ ਕੋਈ ਅਰਥ ਰੱਖਦੀਆਂ। ਸੋ ਛੋਟੀ ਉਮਰ ਦੇ ਬੱਚੇ ਵੀ ਜਿਹੜੇ ਇਨਕਲਾਬ ਲਿਆ ਸਕਦੇ ਆ। ਪੰਜਾਬੀ ਸੂਬੇ ਵੇਲੇ ਵੀ ਆਪਾਂ ਦੇਖਿਆ ਸੀਗਾ, ਮੈਨੂੰ ਲੱਗਦਾ ਵੀ ਛੋਟੀ-ਛੋਟੀ ਉਮਰ ਦੇ ਬੱਚੇ ਹਾਂਜੀ ਵੀ ਹਾਂ, ਉਦੋਂ ਏਦਾਂ ਸੀਗੇ। ਈਵਨ ਖਾੜਕੂ ਲਹਿਰ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਵੀ ਉਹ ਭਾਵਨਾ ਹੈ ਆਪਣੀ ਕੌਮ 'ਚ ਵੀ। ਹਾਂਜੀ ਹਾਂ, ਬਿਲਕੁਲ ਬਿਲਕੁਲ, ਸਿੱਖਾਂ 'ਚ ਬਹੁਤ ਭਾਵਨਾ ਹੈਗੀ। ਸੋ ਸਿੱਖਾਂ ਵਿੱਚ ਜਿਹੜੀ ਕਲੈਰਿਟੀ ਆ ਕਾਫੀ ਜ਼ਿਆਦਾ ਹੈਗੀ ਆ। ਹੁਣ ਤਾਂ 10-15-20 ਸਾਲਾਂ ਤੋਂ ਜਦੋਂ ਸੋਸ਼ਲ ਮੀਡੀਆ ਜ਼ਿਆਦਾ ਐਕਟਿਵ ਹੋ ਗਿਆ ਹੋਇਆ, ਹੁਣ ਜਿਹੜੇ ਪੰਜਾਬ 'ਚ ਰਾਜਸੀ ਇਨਕਲਾਬ ਆਏ ਹੈਗੇ ਆ ਵੀ ਅਕਾਲੀਆਂ ਦਾ ਤੇ ਆਮ ਆਦਮੀ ਸੌਰੀ ਦੂਜਾ ਕਾਂਗਰਸ ਦਾ ਸਫਾਇਆ ਕਰ ਦੇਣਾ, ਇਹ ਸਾਰੀ ਚੇਤਨਤਾ ਹੀ ਹੈ ਨਾ। ਹੂੰ, ਉਹ ਹੂੰ, ਖਾਸ ਹੂੰ, ਕਰਕੇ ਹੂੰ। ਦੀਪ ਸਿੱਧੂ ਜਿਹੜੀ ਚੇਤਨਤਾ ਲਾ ਗਿਆ ਵੀ ਹੋਂਦ ਦੀ ਲੜਾਈ ਆ, ਨਸਲਾਂ ਦੀ ਲੜਾਈ ਹੈਗੀ ਆ, ਹਨਾ। ਹੂੰ, 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 ਉਹ ਹੂੰ। ਨਸਲਾਂ ਦੀ ਲੜਾਈ ਤੇ ਹੋਂਦ ਦੀ ਲੜਾਈ ਆ ਜਿਹੜੀ ਨੌਜਵਾਨਾਂ ਦੇ ਮਨਾਂ ਵਿੱਚ ਘਰ ਕਰ ਗਈ ਆ। ਸੋ ਉਹਨਾਂ ਨੇ ਦੋ ਵੱਡੀਆਂ ਤਾਕਤਾਂ ਨੂੰ ਜਿਹੜਾ ਹੁੰਝਾ ਫੇਰਿਆ। ਹੂੰ, ਠੀਕ ਹੂੰ। ਹੈ, ਤੀਜੀ ਤਾਕਤ ਉਹਨਾਂ ਦੇ ਸੁਪਨਿਆਂ ਅਨੁਸਾਰ ਪੂਰੀ ਨਹੀਂ ਹੋਈ, ਪਰ ਇਹਨੂੰ ਵੀ ਹਟਾ ਦੇਣਗੇ ਫਿਰ। ਗੱਲ ਤਾਂ ਵੀ ਹੂੰ, ਜਜ਼ਬੇ ਦੀ ਆ। ਜੇ ਜਜ਼ਬਾ ਤੁਹਾਡੇ ਕੋਲ ਲੜਨ ਦੀ ਇੱਛਾ ਹੈਗੀ ਆ, ਜੇ ਫਾਈਟਿੰਗ ਜਿਹੜੀ ਸਪਿਰਿਟ ਆ। ਸਪਿਰਿਟ ਹੈਗੀ ਆ, ਜੇ ਹੋਂਦ ਦੀ ਲੜਾਈ ਦਾ ਸੰਕਲਪ ਪਤਾ ਹੈ, ਜੇ ਇਹ ਪਤਾ ਹੈਗਾ ਵੀ ਸਾਡੀ ਹੋਂਦ ਖੁਰਦੀ ਜਾ ਰਹੀ ਹੈ, ਉਹ ਬਚਾਉਣੀ ਕਿੱਦਾਂ, ਉਹ ਆਪਣੀ ਸਟੇਟ ਤੋਂ ਬਿਨਾਂ ਨਹੀਂ ਬਚਣੀ, ਫਿਰ ਇਸ ਕਰਕੇ ਆ ਵੀ ਉਸ ਜਿਹੜਾ ਸੰਘਰਸ਼ ਹੈ, ਫਿਰ ਉਹ ਕਿਤੇ ਨਾ ਕਿਤੇ ਫਰੂਟਫੁਲ ਹੋ ਜਾਂਦਾ ਹੈਗਾ। ਗੁੱਡ। ਪਿਛਲੇ 1 ਸਾਲ ਤੋਂ ਤਖਤੇ ਪਲਟੇ ਨੇ, ਤੁਸੀਂ ਸ਼ੁਰੂਆਤ ਦੇ ਵਿੱਚ ਥੋੜਾ ਜਿਹਾ ਉਹਦਾ ਦੱਸਿਆ, ਥੋੜਾ ਵਿਸਥਾਰ ਦੇ ਨਾਲ ਖੋਲ ਕੇ ਦੱਸੋ ਇਹਨਾਂ ਸਾਰੀਆਂ ਕੋਸ਼ਿਸ਼ਾਂ ਦੇ ਬਾਰੇ। ਹਾਂਜੀ ਹਾਂਜੀ, ਸੋ ਆਮ ਤੌਰ ਤੇ ਤਾਂ ਇਹ ਲੱਗ ਰਿਹਾ ਹੈਗਾ ਨਾ ਵੀ ਹਫਤੇ ਵਿੱਚ ਹੀ ਸਾਰਾ ਇਹ ਡਿੱਗ ਗਿਆ, ਪਰ ਹਫਤੇ ਵਿੱਚ ਨਹੀਂ ਡਿੱਗਿਆ। ਸੋ ਜਿਹੜੀਆਂ ਜਿਹੜੀਆਂ ਅਸਲ ਨਿਊਜ਼ ਰਿਪੋਰਟਸ ਨੇ, ਜਿਹੜੇ ਹੁਣ ਜਿਹੜਾ HTS ਹੈਗੀ ਆ, ਹਯਾਤ ਤਹਰੀਰੇ ਅਲ ਸ਼ਾਮ, ਜਿਹੜੀ ਇਹ ਮੇਨ ਖਾੜਕੂ ਜਥੇਬੰਦੀ ਆ, ਜੀ। ਸੋ ਇਹਦੀ ਅਗਵਾਈ ਹੇਠ ਆ ਜਿਹੜਾ ਸਾਰਾ ਸੰਘਰਸ਼ ਲੜਿਆ ਗਿਆ। ਸੋ HTS ਦੇ ਜਿਹੜੇ ਕਮਾਂਡਰਸ ਆ, ਉਹਨਾਂ ਦੀਆਂ ਇੱਕ ਦੋ ਅਖਬਾਰਾਂ ਵਿੱਚ, ਇੱਕ ਲੰਡਨ ਤੋਂ ਛਪਦਾ ਗਾਰਡੀਅਨ, ਉਹਦੇ ਵਿੱਚ ਛਪੀ ਇੰਟਰਵਿਊ ਉਹਨਾਂ ਦੀ। ਜੀ। ਸੋ ਇੱਕ ਅਖਬਾਰ ਹੋਰ ਵਿੱਚ ਆ, ਮੇਰਾ ਖਿਆਲ ਉਹ ਕਿਸੇ ਯੂਰਪ ਦੇ ਅਖਬਾਰ ਵਿੱਚ ਆ ਜਿਹੜੀ ਉਹ ਛਪੀ ਹੈਗੀ ਆ। ਸੋ ਉਹਨਾਂ ਨੇ ਦੱਸਿਆ ਵੀ ਪਿਛਲੇ 1 ਸਾਲ ਤੋਂ ਅਸੀਂ ਇਹ ਕਾਰਵਾਈਆਂ ਕਰ ਰਹੇ ਸੀ। ਹੂੰ, ਹੂੰ, ਹੂੰ। ਉਹ ਦੱਸਦੇ ਹੈਗੇ ਆ ਵੀ 2019 ਵਿੱਚ ਸਾਨੂੰ ਬਹੁਤ ਵੱਡੇ ਸੈਟਬੈਕ, ਪਹਿਲਾਂ ਉਹਨਾਂ ਨੇ ਕਾਫੀ ਸਾਰਾ ਇਲਾਕਾ ਜਿਹੜਾ HTS ਨੇ ਜਿਹੜਾ ਹੈਗਾ ਆਪਣੇ ਕਬਜ਼ੇ 'ਚ ਲੈ ਲਿਆ ਸੀਗਾ, ਖਾਸ ਜੀ। ਕਰਕੇ ਅਲੇਪੋ, ਹੋਮਸ ਤੇ ਹੈਮਸ ਆ ਜਿਹੜੇ, ਇਹ ਉਹਨਾਂ ਦੇ ਇਲਾਕਿਆਂ ਵਿੱਚ ਸੀ। ਸੋ ਤੁਸੀਂ ਦੇਖੋ ਵੀ ਉਹ ਕਿੱਡੀ ਵੱਡੀ ਫਾਈਟਿੰਗ ਫੋਰਸ ਸੀ ਉਦੋਂ ਜਿੱਦਾਂ ISS ਵੀ ਨਾਲ ਸੀਗੀ, ਜਿਹੜਾ ਅਬੂ ਅਕਰ ਬਗਦਾਦੀ ਹੈਗਾ, ਉਹ ਵੀ ਇਹਨਾਂ ਦੇ ਨਾਲ ਸੀ। ਸੋ ਸੀਰੀਅਨ ਗਵਰਨਮੈਂਟ ਨੂੰ ਰੂਸ ਦੀ ਸਹਾਇਤਾ ਨਾਲ ਅਲੇਪੋ ਦਾ ਕਬਜ਼ਾ ਹਾਸਲ ਕਰਨ ਲਈ 4 ਸਾਲ ਲੱਗ ਗਏ ਸੀ ਖਾੜਕੂਆਂ ਤੋਂ। ਠੀਕ ਹੈ। 4 ਸਾਲਾਂ ਵਿੱਚ ਉਹਨਾਂ ਤੋਂ ਕਬਜ਼ਾ ਜਿਹੜਾ ਛਡਾਇਆ ਗਿਆ ਸੀਗਾ। ਸੋ ਇਹ ਮਸਾਂ ਹੀ। ਇੰਨੀ ਵੱਡੀ ਜਿਹੜੀ ਹੈਗੀ ਹੈ ਫਾਈਟਿੰਗ ਫੋਰਸ ਸੀ, ਪਰ 2019 ਵਿੱਚ ਆ ਕੇ ਉਹਨਾਂ ਨੂੰ ਸੈਟਬੈਕ ਹੋਏ, ਕੁਝ ਰਿਸੋਰਸਿਸ ਦੀ ਕਮੀ ਹੋ ਗਈ, ਕੁਝ ਜਿਹੜਾ ਹੈਗਾ ਵੀ ਜਿਹੜੇ ਵੱਡੇ ਲੀਡਰ ਆ ਉਹ ਮਾਰੇ ਗਏ। 2019 ਤੋਂ ਬਾਅਦ ਉਹ ਕਹਿੰਦੇ ਵੀ ਅਸੀਂ ਫਿਰ ਹੌਲੀ ਹੌਲੀ ਸੋਚਣਾ ਸ਼ੁਰੂ ਕਰਿਆ ਸੀ ਵੀ ਜਿਹੜਾ ਹੈਗਾ ਕਰਨਾ ਕੀ ਹੈਗਾ। ਉਹਦੇ ਚੋਂ ਅਸੀਂ ਹੌਲੀ ਹੌਲੀ ਜਿਹੜਾ ਹੈਗਾ ਆਪਣੀਆਂ ਫੋਰਸਿਸ ਨੂੰ ਇਕੱਠਾ ਕਰਿਆ, ਆਪਣੇ ਰਿਸੋਰਸਿਸ ਨੂੰ ਦੇਖਿਆ ਵੀ ਕਿੰਨੇ ਰਿਸੋਰਸਿਸ ਸਾਡੇ ਕੋਲ ਹੈਗੇ ਆ, ਕਿੰਨੇ ਅਸੀਂ ਹੋਰ ਆ ਜਿਹੜੇ ਅੱਗੇ ਕਿੱਥੋਂ ਕਿੱਥੋਂ ਸਾਨੂੰ ਰਿਸੋਰਸਿਸ ਮਿਲ ਸਕਦੇ ਆ, ਹਿਊਮਨ ਰਿਸੋਰਸਿਸ ਐਂਡ ਮਿਲਟਰੀ ਰਿਸੋਰਸਿਸ। ਉਹਦੇ ਤੇ ਕਹਿੰਦੇ ਅਸੀਂ ਪੂਰੀ ਮਿਲਟਰੀ ਸਟ੍ਰੈਟਜੀ ਅਨੁਸਾਰ ਜਿਹੜੀ ਹੈਗੀ ਆ ਵਰਕਆਊਟ ਕਰਿਆ। ਤੇ ਪਿਛਲੇ 1 ਸਾਲ ਤੋਂ ਫਿਰ ਸਾਨੂੰ ਲੱਗਿਆ ਸੀਗਾ ਵੀ ਇਹ ਹੁਣ ਸਮਾਂ ਹੈਗਾ ਜਿਹੜਾ ਸਾਡੇ ਲਈ ਆਉਣ ਵਾਲਾ ਹੈਗਾ। ਪਿਛਲੇ 1 ਸਾਲ ਤੋਂ ਉਹ ਕਹਿੰਦੇ ਵੀ ਫਿਰ ਅਸੀਂ ਜਿਹੜੀ ਹੈਗੀ ਸਰਗਰਮੀ ਸ਼ੁਰੂ ਕਰੀ। ਸੀਰੀਆ ਵਿੱਚ ਬਹੁਤ ਸਾਰੀਆਂ ਜਿਹੜੀਆਂ ਖਾੜਕੂ ਜਥੇਬੰਦੀਆਂ ਦੇ ਛੋਟੇ ਛੋਟੇ ਗਰੁੱਪ ਸਨ, ਉਹ ਕਹਿੰਦੇ ਵੀ ਅਸੀਂ ਸਾਰਿਆਂ ਨਾਲ ਜਿਹੜਾ ਹੈਗਾ ਸੰਪਰਕ ਕਰਿਆ ਵੀ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਵੱਡਾ ਹੰਭਲਾ ਮਾਰੀਏ, ਟਾਰਗੇਟ ਮਿੱਥ ਕੇ, ਔਰ ਸਭ ਤੋਂ ਪਹਿਲਾਂ ਤਾਂ ਏਕਤਾ ਕਰੀਏ। ਏਕਤਾ ਇਸ ਮੁਲਕ 'ਚ ਇਸ ਰੂਪ ਵਿੱਚ ਹੋਵੇ ਵੀ ਆਪਾਂ ਸਾਰੇ ਇੱਕੋ ਤਰ੍ਹਾਂ ਦੇ ਨਿਸ਼ਾਨੇ ਨੂੰ ਪਰਨਾਏ ਹੋਏ ਆ, ਤਾਂ ਇੱਕ ਕਮਾਂਡ ਥੱਲੇ ਇਕੱਠੇ ਹੋਈਏ।
ਸੋ HTS ਨੇ ਵੱਡੇ ਤੌਰ ਤੇ ਇਹ ਲਿਆਂਦਾ ਵੀ ਤੁਸੀਂ ਸਾਰੇ ਜਿਹੜੇ ਛੋਟੇ ਛੋਟੇ ਗਰੁੱਪ ਆ ਸਾਡੇ ਵਿੱਚ ਸ਼ਾਮਲ ਹੋ ਜਾਓ, ਸਾਡੇ ਵਿੱਚ ਮਰਜ ਹੋ ਜਾਓ। ਬਹੁਤ ਸਾਰੇ ਗਰੁੱਪ ਤਾਂ ਉਹਨਾਂ ਦੀ ਤਾਕਤ ਔਰ ਉਹਨਾਂ ਦੀ ਲਿਆਕਤ ਦੇ ਕਰਕੇ ਉਹਨਾਂ ਵਿੱਚ ਸ਼ਾਮਲ ਹੋ ਗਏ, ਪਰ ਜਿਨ੍ਹਾਂ ਨੇ ਨਾ ਕਰੀ ਆ, ਜਿਹੜੇ ਅੜੇ, ਫਿਰ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦਾ ਸਫਾਇਆ ਕਰਤਾ ਇਹਨਾਂ ਨੇ। ਸੋ ਜਿਹੜੀ ਲੀਡਰਸ਼ਿਪ ਅੜਦੀ ਸੀ, ਜਦੋਂ ਲੀਡਰਸ਼ਿਪ ਦਾ ਸਫਾਇਆ ਹੋ ਗਿਆ ਤੇ ਬਾਕੀ ਗਰੁੱਪ ਮੈਂਬਰ ਆ ਜਿਹੜੇ ਉਹ ਇਹਨਾਂ ਨਾਲ ਜਿਹੜੇ ਆ ਲੜੇ। ਫਿਰ ਇਸ ਤਰ੍ਹਾਂ ਵੀ ਜਿਹੜਾ ਕਰਨਾ ਹੈਗਾ, ਉਹ ਕਹਿੰਦੇ ਵੀ ਫਿਰ ਅਸੀਂ 1 ਸਾਲ ਪਹਿਲਾਂ ਇਹ ਸ਼ੁਰੂ ਕਰਿਆ, ਆਪਣੇ ਰਿਸੋਰਸਿਸ ਨੂੰ ਦੇਖਿਆ, ਜਿਹੜੀਆਂ ਇਹ ਖਿੰਡੀਆਂ ਹੋਈਆਂ ਅਨਡਿਸਿਪਲਿਨਡ ਫੋਰਸਾਂ ਸੀਗਾ, ਉਹਨਾਂ ਸਾਰਿਆਂ ਨੂੰ ਡਿਸਿਪਲਿਨ ਵਿੱਚ ਲਿਆਂਦਾ, ਉਹਨਾਂ ਨੂੰ ਇੱਕ ਫਾਈਟਿੰਗ ਫੋਰਸ ਦੇ ਤਿਆਰ ਕਰਿਆ, ਉਹਨਾਂ ਨੂੰ ਮਿਲਟਰੀ ਦੀ ਟ੍ਰੇਨਿੰਗ ਦਿੱਤੀ ਗਈ। ਅਸੀਂ ਆਪਣੇ ਜਿਹੜੇ ਹਥਿਆਰਾਂ ਦੇ ਰਿਸੋਰਸਿਸ ਆ ਲਿਆਂਦੇ, ਅਸੀਂ ਆਪਣੇ ਡਰੋਨ ਪੈਦਾ ਕਰੇ, ਡਰੋਨ ਕਿਤੋਂ ਖਰੀਦੇ, ਕਿਤੋਂ ਆਪ ਜਿਹੜਾ ਅਮਰਜ ਕਰੇ। ਸੋ ਕੁਛ ਨਾ ਕੁਛ ਜਿਹੜੇ ਹੋਰ ਹਥਿਆਰ, ਟੈਂਕ ਤੇ ਹੋਰ ਜੋ ਕੁਛ ਆ, ਇੱਕ ਤਰ੍ਹਾਂ ਨਾਲ ਫਿਰ ਅਸੀਂ ਆਪਣੀ ਫੌਜ ਦੇ ਜਿੱਦਾਂ ਪ੍ਰੋਫੈਸ਼ਨਲ ਫੌਜਾਂ ਦੇ ਵਿੰਗ ਹੁੰਦੇ ਆ, ਵੀ ਆਹ 에ਅਰ ਫੋਰਸ ਦਾ ਵਿੰਗ ਆ, ਆਹ ਜਿਸ ਤਰ੍ਹਾਂ ਮਿਲਟਰੀ ਦਾ ਵਿੰਗ ਹੈਗੀ ਆ, ਰਿਜ਼ਰਵ ਫੋਰਸਿਸ ਨੇ, ਇਹਨੇ ਫਰੰਟ ਤੇ ਲੜਨਾ, ਇਹ ਕਮਿਊਨੀਕੇਸ਼ਨ ਦਾ ਹੈਗਾ, ਇਹਨੇ ਸਾਰੀ ਜਿਹੜੀ ਹੈਗੀ ਆ ਮੀਡੀਆ ਸਟ੍ਰੈਟਜੀ, ਮਤਲਬ ਕਿ ਉਹ ਸਾਰਾ ਕੁਛ ਹੈ ਜਿਹੜਾ ਇੱਕ ਪ੍ਰੋਫੈਸ਼ਨਲ ਫੋਰਸ ਦਾ ਹੁੰਦਾ, ਉਹਨੂੰ ਜਿਹੜਾ ਕਰਿਆ। ਤੇ ਉਸ ਤੋਂ ਬਾਅਦ ਜਦੋਂ ਫਾਈਨਲੀ ਸਾਨੂੰ ਜਿਹੜਾ ਉਹਦਾ ਤਾਂ ਦੇਖੋ ਵੀ ਇਹਦੇ ਵਿੱਚੋਂ ਇਕੱਲੇ ਉਹ ਆਪ ਨਹੀਂ ਸੀ, ਇਜ਼ਰਾਈਲ ਵੀ ਸੀ, ਤੁਰਕੀ ਵੀ ਸੀ ਤੇ CIA ਵੀ ਸੀ, ਸਾਰੀਆਂ ਜਿਹੜੀਆਂ ਸ਼ਾਮਲ ਸੀਗੀਆਂ, ਪਰ ਗਰਾਊਂਡ ਤੇ ਤਾਂ ਇਹਨਾਂ ਨੇ ਹੀ ਲੜਨਾ ਸੀ। ਸੋ ਇਹਨਾਂ ਨੇ ਕੋਆਰਡੀਨੇਸ਼ਨ ਆਪਣੇ ਤੌਰ ਤੇ ਗੋਲੀ ਮੋਲੇ ਤੇ ਇੰਨਾ ਹੀ ਹੋਣਾ ਸੀਗਾ। ਹਾਂਜੀ, ਕੋਆਰਡੀਨੇਸ਼ਨ ਇਸ ਤਰ੍ਹਾਂ ਜਿਹੜਾ ਹੋਇਆ। ਸੋ ਉਹ ਤੋਂ ਬਾਅਦ ਕਹਿੰਦੇ ਵੀ ਫਿਰ ਅਸੀਂ ਜਿੱਦਾਂ ਇਹ ਜਿਹੜੇ ਸਾਊਥ ਵਿੱਚ ਬੰਦੇ ਸੀਗੇ ਉਹ ਇਹਨਾਂ ਦੇ ਅੰਡਰ ਨਹੀਂ ਸੀ, ਉਹਨਾਂ ਨੂੰ ਸਾਰਿਆਂ ਨੂੰ ਨਾਲ ਲਿਆ। ਇਹ ਕਹਿੰਦੇ ਸੀ ਵੀ ਅਸੀਂ ਨਾਰਥ ਵਿੱਚ ਬੈਠੇ ਹਾਂ ਸੀਰੀਆ ਦੇ, ਤੁਸੀਂ ਸਾਊਥ ਵਿੱਚ। ਇਹਨਾਂ ਦੋਹਾਂ ਨਾਰਥ ਤੇ ਸਾਊਥ ਦਾ ਇੱਕ ਸਾਂਝਾ ਕਮਾਂਡ ਸੈਂਟਰ, ਇੱਕ ਤਾਂ ਆਪਣਾ ਹੋਇਆ ਵੀ ਨਾਰਥ ਦਾ ਆਪਣਾ ਤੇ ਸਾਊਥ ਦਾ ਆਪਣਾ, ਇੱਕ ਦੋਹਾਂ ਨੂੰ ਕੋਲੈਬੋਰੇਟ ਕਰਨ ਵਾਲਾ ਇੱਕ ਸਾਂਝਾ ਕਮਾਂਡ ਸੈਂਟਰ ਆ ਜਿਹੜਾ ਉਹ ਸਿਰਾ ਗਿਆ। ਉਹਨਾਂ ਨੂੰ ਦੱਸਿਆ ਗਿਆ ਵੀ ਅਸੀਂ ਨਾਰਥ ਵਿੱਚੋਂ ਜਿਹੜਾ ਹੈਗਾ ਹਮਲਾ ਸ਼ੁਰੂ ਕਰਾਂਗੇ, ਸਾਊਥ ਵਾਲੀਆਂ ਜਿਹੜੀ ਫੋਰਸਿਸ ਆ ਹਲੇ, ਕਿਉਂਕਿ ਉਹ ਡਮਸਕਸ ਦੇ ਨੇੜੇ ਸੀ, ਸਾਊਥ ਵਾਲੀਆਂ ਫੋਰਸਿਸ ਡਮਸਕਸ ਤੋਂ ਪਿੱਛੇ ਸੀ, ਉਹ ਉਸ ਪਾਸੇ ਸੀਗੀਆਂ। ਇਹਨਾਂ ਦਾ ਇਹ ਨਿਸ਼ਾਨਾ ਸੀਗਾ ਵੀ ਅਸੀਂ ਅਲੇਪੋ, ਹੋਮਸ ਤੇ ਹੈਮਸ, ਇਹ ਜਿਹੜੇ 3 ਵੱਡੇ ਸ਼ਹਿਰ ਨੇ, ਜਦੋਂ ਇਹਨਾਂ ਨੂੰ ਲੈ ਲਿਆ, ਉਹ ਤੋਂ ਬਾਅਦ ਜਿਹੜੀਆਂ ਸਾਊਥ ਵਾਲੀਆਂ ਫੋਰਸਿਸ ਆ, ਫਿਰ ਇਧਰੋਂ ਨਾਰਥ ਤੋਂ ਅਸੀਂ ਡਮਸਕਸ ਵੱਲ ਵਧਾਂਗੇ, ਉਧਰੋਂ ਸਾਊਥ ਤੋਂ ਉਹ ਡਮਸਕਸ ਵੱਲ ਵਧਣਗੇ। ਸੋ ਅਲੇਪੋ ਨੂੰ ਜਿਹੜਾ ਹੈਗਾ ਵੀ ਅਲੇਪੋ ਤੇ ਜਦੋਂ ਉਹਨਾਂ ਨੇ ਪਹਿਲਾ ਹਮਲਾ ਕਰਿਆ, ਇਹ ਜਿਸ ਤਰ੍ਹਾਂ ਹੋਇਆ ਮੇਰਾ ਖਿਆਲ ਨਵੰਬਰ ਵਿੱਚ ਹੋਇਆ, ਹਨਾ, ਮਤਲਬ ਕਿ ਨਵੰਬਰ ਦੇ ਆਖਰੀ ਹਫਤੇ 25-26 ਨਵੰਬਰ ਨੂੰ ਜਿਹੜਾ ਇਹਨਾਂ ਨੇ ਜਿਹੜਾ ਹੈਗਾ ਉਹ ਅਲੇਪੋ ਤੇ ਕਰਿਆ। ਔਰ ਕਹਿੰਦਾ ਵੀ 1 ਜਾਂ 2 ਦਿਨ ਆ ਜਿਹੜੀ ਉੱਥੇ ਸੀਗੇ ਹਜ਼ਬੁੱਲਾ ਦੇ ਫਾਈਟਰ ਸੀਗੇ। ਸੋ ਜਿਹੜੀ ਹਜ਼ਬੁੱਲਾ ਦੀ ਇੱਕੋ ਹੀ ਲਾਈਨ ਸੀ, ਹਜ਼ਬੁੱਲਾ ਦੇ ਤੇ ਕੁਝ ਇਰਾਨ ਦੇ ਜਿਹੜੇ ਫਾਈਟਰ ਸੀਗੇ, ਉਹਨਾਂ ਨੇ ਰੈਜ਼ਿਸਟੈਂਸ ਕਰੀ ਆ, ਪਰ ਅਗਲੇ ਦਿਨ ਤੱਕ ਉਹ ਸਾਰੇ ਹੈਗੇ ਆ, ਜਦੋਂ ਇੱਕ ਵੱਡਾ ਹਮਲਾ ਹੋਇਆ ਤੇ ਉਹ ਜਿਹੜੇ ਹੈਗੇ ਆ ਮੈਦਾਨ ਛੱਡ ਕੇ ਭੱਜ ਕੇ। ਉਹ ਕਹਿੰਦੇ ਵੀ ਸਾਨੂੰ ਵੀ ਇੰਨੀ ਉਮੀਦ ਨਹੀਂ ਸੀ ਵੀ ਅਲੇਪੋ ਇੰਨੀ ਜਲਦੀ ਸਾਡੇ ਕਾਬੂ ਚ ਆ ਜਾਊਗਾ। ਸਾਨੂੰ ਲੱਗਦਾ ਸੀਗਾ ਵੀ ਉਹਨਾਂ ਦੀ ਫਾਈਟਿੰਗ ਫੋਰਸ ਹਲੇ ਹੈਗੀ ਆ, ਰੈਜ਼ਿਸਟੈਂਸ ਹੋਊਗੀ, ਪਰ ਉਹ ਇੰਨੀ ਛੇਤੀ ਜਦੋਂ ਹਿਜ਼ਬੁੱਲਾ ਦੀ, ਕਿਉਂਕਿ ਹਿਜ਼ਬੁੱਲਾ ਦਾ ਉਹਨਾਂ ਦਾ ਲੀਡਰ ਜਿਹੜਾ ਨਸਰਾਲਾ ਸੀਗਾ ਉਹ ਮਾਰਿਆ ਗਿਆ, 2 ਮਹੀਨੇ ਹੋ ਗਏ ਹੋਇਆ। ਇਸ ਤਰ੍ਹਾਂ ਹੀ ਹਮਾਸ ਦਾ ਜਿਹੜਾ ਲੀਡਰ ਆ, ਉਹ 2 ਲੀਡਰ ਆ ਜਿਹੜੇ ਮਾਰ ਦਿੱਤੇ ਗਏ ਹੈਗੇ ਆ। ਸੋ ਉਹਨਾਂ ਦੀ ਜਿਹੜੀ ਸਪਲਾਈ ਲਾਈਨ ਸੀ ਕੱਟੀ ਹੋਈ ਹੈ, ਤੇ ਦੂਜੇ ਪਾਸੇ ਲੀਡਰ ਦੀ ਮੌਤ ਤੋਂ ਬਾਅਦ ਆਮ ਤੌਰ ਤੇ ਹੁੰਦਾ ਵੀ ਫਾਈਟਿੰਗ ਫੋਰਸ ਵਿੱਚ ਜਿਹੜੀ ਘਬਰਾਹਟ ਪੈਦਾ ਹੋ ਜਾਂਦੀ ਆ। ਸੋ ਉਹਦਾ ਫਾਇਦਾ ਜਿਹੜਾ HTS ਨੇ ਲਿਆ। ਸੋ ਦੂਜੇ ਦਿਨ ਆ ਜਿਹੜਾ ਅਲੇਪੋ ਆ ਗਿਆ। ਕਹਿੰਦੇ ਵੀ ਅਲੇਪੋ ਦੇ ਆਉਣ ਨਾਲ ਫਿਰ ਸਾਨੂੰ ਹੋ ਗਿਆ ਵੀ ਹਾਂ, ਇਹ ਜਿਹੜੀ ਹੈਗੇ ਵੀ ਹੁਣ ਅਸੀਂ, ਸਾਡੇ ਪੈਰ ਟਿਕ ਗਏ ਹੋਏ ਹੈਗੇ ਆ। ਸੋ ਅਲੇਪੋ ਤੋਂ ਬਾਅਦ ਉਹਨਾਂ ਨੇ ਹੋਮਸ ਨੂੰ ਲਿਆ। ਸੋ ਹੋਮਸ ਵੀ ਜਿਹੜਾ ਇੱਕ ਦਿਨ ਵਿੱਚ ਜਿਹੜਾ ਹੋਮਸ ਆ ਅਗਲਾ ਸਿਟੀ ਸੀ ਮੇਨ, ਹਨਾ, ਵੀ 4 ਸਿਟੀ ਆ ਉਹਨਾਂ ਦੇ, ਮਤਲਬ ਕਿ ਉਹ ਤੋਂ ਬਾਅਦ ਕਹਿੰਦੇ ਵੀ ਜਦੋਂ ਹੈਮ ਤੇ ਹਮਲਾ ਕਰਿਆ ਅਸੀਂ ਸਾਊਥ ਵਾਲਿਆਂ ਨੂੰ ਕਿਹਾ ਸੀ ਵੀ ਜਦੋਂ ਹੈਮ ਨੂੰ ਅਸੀਂ ਕਾਬੂ ਕਰ ਲਿਆ, ਤੁਸੀਂ ਉਹ ਤੋਂ ਬਾਅਦ ਡਮਸਕਸ ਤੇ ਹਮਲਾ ਕਰਨਾ। ਪਰ ਉਹ ਇੰਨੇ ਫਿਰ ਉਤਾਵਲੇ ਹੋ ਗਏ, ਉਹਨਾਂ ਨੇ ਹੈਮ ਦੇ ਹਮਲੇ ਦਾ ਪਰਵਾਹ ਹੀ ਨਹੀਂ ਕੀਤੀ। ਉਹਨਾਂ ਨੂੰ ਲੱਗਦਾ ਸੀਗਾ ਵੀ ਜਦੋਂ ਅਲੇਪੋ ਤੇ ਹੋਮਸ ਸਾਡੇ ਕਬਜ਼ੇ ਚ ਆ ਗਏ, ਹੁਣ ਜਿਹੜਾ ਹੈਮ ਆ ਇਹਨੂੰ ਮੈਨੂੰ ਲੱਗਦੀ ਕਬਜ਼ਾ ਕਰਨ ਚ ਕੋਈ ਔਖੀ ਨਹੀਂ ਆਊਗੀ। ਉਹਨਾਂ ਨੇ ਇੱਕਦਮ ਹੀ ਡਮਸਕਸ ਤੇ ਹਮਲਾ ਸ਼ੁਰੂ ਕਰ ਦਿੱਤਾ। ਸੋ ਠੀਕ ਆ, ਕੋਆਰਡੀਨੇਸ਼ਨ ਵਿੱਚ ਕੁਝ ਫਰਕ ਪਿਆ, ਕਿਉਂਕਿ ਇਹਨਾਂ ਨੇ ਹੈਮਸ ਜਿੱਤ ਕੇ ਡਮਸਕਸ ਵੱਲ ਆਉਣਾ ਸੀ। ਇਹਨਾਂ ਨੂੰ ਫਿਰ ਫਾਈਟਿੰਗ ਫੋਰਸ ਦੇ 2 ਹਿੱਸੇ ਕਰਨੇ ਪਏ। ਇੱਕ ਨੂੰ ਹੈਮਸ ਵਿੱਚ ਪੈਰ ਜਮਾਏ ਵੀ ਇੱਥੇ ਦੁਬਾਰਾ ਕਬਜ਼ਾ ਰੱਖਿਆ ਜਾਵੇ, ਬਾਕੀ ਫਾਈਟਿੰਗ ਫੋਰਸ ਆ ਫਿਰ ਨਾਰਥ ਤੇ ਸਾਊਥ ਵੱਲੋਂ ਜਦੋਂ ਡਮਸਕਸ ਵੱਲ ਆਈਆਂ, ਤਾਂ ਉਸ ਵੇਲੇ ਫਿਰ ਜਿਹੜੀਆਂ ਅਸਾਦ ਦੀਆਂ ਫੋਰਸਿਸ ਸੀਗੀਆਂ ਜਾਂ ਕੁਝ ਰਸ਼ੀਅਨ ਫਾਈਟਰ ਸੀਗੇ, ਉਹ ਰਿਟਰੀਟ ਕਰ ਗਏ। ਉਹੀ ਹੈਗੀ ਆ ਵੀ ਜਦੋਂ ਲੋਕਾਂ ਦੇ ਮਨਾਂ ਚੋਂ ਲੈ ਜੇ, ਜਦੋਂ ਲੋਕਾਂ ਦੇ ਮਨਾਂ ਚੋਂ ਨੇਤਾ ਲੈ ਜੇ ਜਾਂ ਉਹ ਪ੍ਰਸ਼ਾਸਨ ਰਹਿ ਜੇ, ਫਿਰ ਫੌਜ ਵੀ ਬਹੁਤ ਲੰਮਾ ਸਮਾਂ ਜਿਹੜਾ ਹੈਗਾ ਉਹ ਨਹੀਂ ਕਰ ਸਕਦੀ। ਸੋ ਇਸ ਤਰ੍ਹਾਂ ਦੇ ਜਿਹੜੇ ਕਨਸੀਕੁਐਂਸਿਸ ਆ, ਇਹ ਰੂਸ ਲਈ ਤੇ ਈਰਾਨ ਲਈ ਆ ਜਿਹੜੇ ਹੋਣੇ ਆ। ਸੋ ਇੱਕਦਮ ਫਿਰ ਜਦੋਂ ਉਹਨਾਂ ਦਾ ਇਹ ਡਮਸਕਸ ਤੇ ਹਮਲਾ, ਉਹ ਕਹਿੰਦੇ ਵੀ ਅਸੀਂ ਹੈਰਾਨ ਰਹਿ ਗਏ। 1 ਹਫ਼ਤੇ ਦੇ ਵਿੱਚ ਹੀ 7 ਦਸੰਬਰ ਨੂੰ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਮੁਲਕ ਤੇ ਜਿਹੜਾ ਕਬਜ਼ਾ ਕਰ ਲਿਆ। ਸੋ ਬੜਾ ਕੋਆਰਡੀਨੇਟਡ ਐਫਰਟ ਸੀ। ਇਹਦੇ ਵਿੱਚ ਤੁਰਕੀ ਦਾ ਬਹੁਤ ਵੱਡਾ ਰੋਲ ਹੈਗਾ,
ਇਜ਼ਰਾਈਲ ਦਾ ਬਹੁਤ ਵੱਡਾ ਰੋਲ ਹੈ, CIA ਦਾ ਤਾਂ ਅਲਟੀਮੇਟਲੀ ਆਪਾਂ ਨੂੰ ਪਤਾ ਹੀ ਆ ਕਿ ਵੀ ਉਹ ਰੋਲ ਹੋਣਾ ਸੀ। ਸੋ ਵੈਸਟਰਨ ਕੰਟਰੀਜ਼ ਨੇ ਬਹੁਤ ਜਿਹੜਾ ਹੈਗਾ ਵਧੀਆ ਰੋਲ ਨਿਭਾ ਕੇ ਹੈਗਾ ਜਿਹੜਾ ਇੱਕ ਤਾਨਾਸ਼ਾਹ ਨੂੰ ਹੈਗਾ ਉਹ ਗੱਦੀਓਂ ਲਾਹ ਦਿੱਤਾ ਹੋਇਆ। ਸੋ ਇਹ ਐਵੇਂ ਡੀਂਗਾ ਹਾਕਦੇ ਰਹੇ 50-50 ਸਾਲ ਤੱਕ, ਜਿਹੜਾ ਇਹ ਰਾਜ ਕਰਦੇ ਰਹੇ। ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਉਹ ਕਮਾਂਡ ਸੈਂਟਰ ਬਣਾਈ ਬੈਠੇ ਆ, 2-2 3-3 ਬਣੇ ਬੈਠੇ ਆ। ਇਹਨਾਂ ਦਾ ਮਤਲਬ ਆਜ਼ਾਦ ਹੋਣਾ ਦੀਆਂ ਜਾਂ ਰੂਸ ਜਿਹੜੀ ਇੰਨੀ ਸਪੋਰਟ ਕਰ ਰਿਹਾ ਸੀਗਾ, ਇਹਨਾਂ ਦੇ ਪੱਤੇ ਵਿਕੇ ਹੋਏ ਸੀ। ਨਹੀਂ ਦੇਖੋ, ਹੁਣ ਰੂਸ ਆਪਣਾ ਕਿੰਨੇ ਵੱਡੇ ਸੰਘਰਸ਼ ਵਿੱਚ ਹੈਗਾ। ਲਗਭਗ ਜੇ ਆਪਾਂ ਜੇ ਨਾਨ ਅਫੀਸ਼ੀਅਲ ਫਿਗਰ ਵੀ ਲਾਈਏ ਤਾਂ ਮੇਰੇ ਹਿਸਾਬ ਨਾਲ 1 ਲੱਖ ਫੌਜੀ ਰੂਸ ਦਾ ਮਾਰਿਆ ਜਾ ਚੁੱਕਾ ਹੋਣਾ, 1 ਲੱਖ ਯੂਕਰੇਨ ਦਾ। ਸਹੀ ਗੱਲ ਹੈ। ਅਫੀਸ਼ੀਅਲੀ ਬੇਸ਼ੱਕ ਉਹ ਕਹੀ ਜਾਣ 20,000 ਮਰਿਆ ਜਾਂ 25,000 ਮਰਿਆ, ਤਾਂ 1 ਲੱਖ ਬੰਦੇ ਤੋਂ ਘੱਟ ਨਹੀਂ ਮਰਿਆ ਦੋਵੇਂ ਪਾਸੇ। ਸੋ ਈਰਾਨ ਵਿੱਚ ਲਗਾਤਾਰ ਜਦੋਂ ਦਾ ਉਹਨਾਂ ਨੇ ਹਮਾਸ ਦੇ ਲੀਡਰ ਨੂੰ ਮਾਰਿਆ, ਸੋ ਈਰਾਨ ਵਾਕਈ ਬੈਕਫੁੱਟ ਤੇ ਹੈਗਾ। ਸੋ ਉਹਨਾਂ ਨੂੰ ਇਹ ਉਮੀਦ ਨਹੀਂ ਸੀ ਵੀ ਇਜ਼ਰਾਈਲ ਇੰਨਾ ਕੈਲਕੂਲੇਟਿਵ ਮੂਵ ਲੈ ਕੇ ਹਮਾਸ ਦੀ ਲੀਡਰਸ਼ਿਪ ਨੂੰ ਈਰਾਨ ਵਿੱਚ ਮਾਰ ਦੂਗਾ। ਸੋ ਈਰਾਨ ਹੈ ਜਿਹੜਾ ਆਈਸੋਲੇਟਡ ਹੈਗਾ। ਸੋ ਉਹ ਤਾਂ ਆਪਣੇ ਸਰਵਾਈਵਲ ਦੀ ਲੜਾਈ ਲੜ ਰਹੇ ਸੀਗੇ। ਸੋ ਇਹ ਡੀਪ ਉਹਦੇ ਵਿੱਚ ਜਾਣਾ, ਫਿਰ ਜਦੋਂ ਇਜ਼ਰਾਈਲ ਤੇ CIA ਉਹਨਾਂ ਨੂੰ ਆਰਗੇਨਾਈਜ਼ ਕਰ ਰਹੇ ਆ ਥਰੂ ਟਰਕੀ, ਤਾਂ ਉਹਨਾਂ ਨੂੰ ਵੀ ਤਾਂ ਇਹ ਪਤਾ ਸੀਗਾ ਵੀ ਇਹਨਾਂ ਨੂੰ ਨਾ ਪਤਾ ਲੱਗ ਜਾਵੇ। ਸੋ ਇਹਨਾਂ ਨੇ ਉਹ ਸਾਰੇ ਲੂਪ ਹੋਲ ਆ ਜਿਹੜੇ, ਜਦੋਂ ਏਜੰਸੀਆਂ ਐਡੀਆਂ ਵੱਡੀਆਂ ਏਜੰਸੀਆਂ ਵਰਕ ਕਰਦੀਆਂ, ਸੋ ਸਾਰੇ ਲੂਪ ਹੋਲ ਬੰਦ ਕਰਕੇ ਹੀ ਵਰਕ ਕਰਦੀਆਂ ਨਾ। ਸੋ ਉਹਨਾਂ ਨੂੰ ਬਹੁਤ ਕੁਛ ਹੈ ਜਿਹੜਾ ਇਸ ਤਰ੍ਹਾਂ ਦਾ, ਉਹਨਾਂ ਕੋਲ ਆਪਣੇ ਰਿਸੋਰਸਿਸ ਨੇ, ਉਹਨਾਂ ਦੇ ਸਿਗਨਲਸ ਨੂੰ ਜਾਮ ਕਰਨਾ, ਉਹਨਾਂ ਦੀਆਂ ਜਿਹੜੀਆਂ ਵਾਇਰਲੈਸਿਸ ਨੂੰ ਜਾਮ ਕਰਨਾ, ਜਾਂ ਉਹਨਾਂ ਦੀ ਜਿਹੜੀ ਹਿਊਮਨ ਇੰਟੈਲੀਜੈਂਸ ਆ ਉਹਨੂੰ ਕਾਬੂ ਕਰਨਾ। ਸੋ ਇਸ ਤਰ੍ਹਾਂ ਨਾਲ ਵੱਡੀ ਗੱਲ ਇਹ ਹੁੰਦੀ ਹੈ ਵੀ ਜਦੋਂ ਲੋਕਾਂ ਦੇ ਦਿਲਾਂ 'ਚ ਤੁਹਾਡੀ ਕ੍ਰੈਡੀਬਿਲਿਟੀ ਲੈ ਜੇ, ਫਿਰ ਫੌਜਾਂ ਤੇ ਪੁਲਿਸ ਤੇ ਅਫਸਰਸ਼ਾਹੀ ਵੀ ਆ ਉਹ ਵੀ ਰਿਟਰੀਟ ਕਰ ਜਾਂਦੀ ਹੈਗੀ। ਜਦੋਂ ਦਿਲਾਂ 'ਚ ਲੈ ਜਾਓ ਤਾਂ ਤਖਤਾਂ ਤੋਂ ਵੀ ਫਿਰ ਜਿਹੜਾ ਉਹ ਲਾਹ ਜਾਂਦਾ ਹੈ। ਬਿਲਕੁਲ। ਸੋ ਇਜ਼ਰਾਈਲ ਦੀ ਹੁਣ ਥੋੜੀ ਜਿਹੀ ਭੂਮਿਕਾ ਦੱਸੋ ਕਿੱਦਾਂ ਹੈ, ਕਿਉਂਕਿ ਇਜ਼ਰਾਈਲ ਵੀ ਹਮਾਸ ਦੇ ਨਾਲ ਉੱਥੇ ਲੜਦਿਆਂ ਨੂੰ ਸਾਲ ਹੋ ਗਿਆ। ਹਿਜ਼ਬੁੱਲਾ ਨੂੰ ਵੀ ਉਹਨਾਂ ਨੇ ਉਹਦੇ ਤੇ ਵੀ ਹਮਲੇ ਜਿਹੜੇ ਉਹ ਕਰਨੇ ਸ਼ੁਰੂ ਕਰ ਦਿੱਤੇ ਸੀ। ਸੋ HTS ਨੂੰ ਇਹ ਸਾਰੀ ਚੀਜ਼ ਦਾ ਫਾਇਦਾ ਮਿਲਿਆ। ਹਾਂਜੀ। ਸੋ ਇਜ਼ਰਾਈਲ ਨੇ, ਮੈਨੂੰ ਲੱਗਦਾ ਜਦੋਂ ਅਕਤੂਬਰ ਵਿੱਚ ਉਹਨਾਂ ਤੇ ਹਮਲਾ ਹੋਇਆ, ਇਜ਼ਰਾਈਲ ਨੇ, ਤੁਸੀਂ ਦੇਖੋ ਬੈਂਜਾਮਿਨ ਨੇਤਨਯਾਹੂ ਦਾ ਬਿਆਨ ਸੀਗਾ ਵੀ ਮਿਡਲ ਈਸਟ ਆ ਜਿਹੜਾ ਇੱਕ ਨਵੇਂ ਰੂਪ ਵਿੱਚ ਸਾਹਮਣੇ ਆਊਗਾ ਇਸ ਜੰਗ, ਨਵਾਂ ਸੂਰਜ ਚੜ੍ਹੇਗਾ ਉੱਥੇ ਵੀ ਹਾਂ ਨਵਾਂ ਸੂਰਜ ਚੜ੍ਹੇਗਾ। ਸੋ ਉਹਨਾਂ ਨੇ ਜਿਹੜਾ ਹੈਗਾ ਇਸ ਸੰਦਰਭ ਵਿੱਚ ਕਾਰਵਾਈਆਂ ਕਰੀਆਂ। ਇਜ਼ਰਾਈਲ ਨੇ ਬਹੁਤ ਵੱਡੀ ਜਿਹੜੀ ਹੈਗੀ ਭੂਮਿਕਾ ਨਿਭਾਈ। ਤੁਸੀਂ ਦੇਖੋ ਵੀ ਲਗਾਤਾਰ ਹਿਜ਼ਬੁੱਲਾ ਨੂੰ ਨਿਊਟਰਲਾਈਜ਼ ਕਰ ਲਿਆ, ਹਮਾਸ ਨੂੰ ਬਹੁਤ ਵੱਡੀ ਪੱਧਰ ਤੇ ਨਿਊਟਰਲਾਈਜ਼ ਆ ਜਿਹੜੇ ਹੈਗੇ ਉਹ ਕਰ ਚੁੱਕੇ ਹੋਏ ਆ। ਹੁਣ ਇਹਨਾਂ ਦੋਹਾਂ ਫੌਜਾਂ ਦੇ ਡਿੱਗਣ ਨਾਲ ਜਿਹੜਾ ਈਰਾਨ ਆ, ਸੋ ਈਰਾਨ ਨੂੰ ਇੱਕ ਸੰਦੇਸ਼ ਦੇ ਦਿੱਤਾ ਗਿਆ ਹੈਗਾ। ਠੀਕ ਆ, ਉਹ ਰਿਟੈਲੀਏਟ ਕਰੇਗਾ ਹਾਲੇ, ਕਿਉਂਕਿ ਵੱਡਾ ਮੁਲਕ ਹੈਗਾ, ਪਰ ਇਹਨਾਂ ਦਾ ਜਿਹੜਾ ਆਪਣਾ ਆਇਰਨ ਡੋਮ ਸਿਸਟਮ ਹੈਗਾ ਮਿਲਟਰੀ ਦਾ, ਉਹ ਈਰਾਨ ਦੀਆਂ ਮਿਜ਼ਾਈਲਾਂ ਨੂੰ ਇੰਟਰਸੈਪਟ ਕਰ ਸਕਦਾ। ਦੇਖੋ 98% ਮਿਜ਼ਾਈਲਾਂ ਜਿਹੜੀਆਂ ਇੰਟਰਸੈਪਟ ਕਰਕੇ ਉਹਨਾਂ ਨੇ ਰਾਜ ਹੀ ਖਤਮ ਕਰ ਦਿੱਤੇ ਸੀ। ਸੋ ਦੇ ਆਰ ਵੈਰੀ ਇੰਟੈਲੀਜੈਂਟ, ਵੈਰੀ ਕਲੈਵਰ, ਹਨਾ, ਮਿਲਟਰੀ ਪੁਆਇੰਟ ਆਫ ਵਿਊ ਨਾਲ। ਸੋ ਹਾਲੇ ਉਹਨਾਂ ਤੇ ਮਿਲਟਰੀ ਹਮਲਾ ਕਰਨਾ ਸੌਖਾ ਨਹੀਂ ਹੈ। ਸੋ ਉਹਨਾਂ ਨੇ ਕੋਆਰਡੀਨੇਟਡ ਐਫਰਟ ਆ ਜਿਹੜਾ ਤੁਰਕੀ ਦੇ ਨਾਲ, ਹੁਣ ਤੁਰਕੀ ਨੂੰ ਆਪਣੇ ਪਾਲੇ ਵਿੱਚ ਲਿਆਉਣਾ, ਹਾਲਾਂਕਿ ਤੁਰਕੀ ਦੇ ਰਸ਼ੀਆ ਨਾਲ ਬਹੁਤ ਨੇੜਲੇ ਸੰਬੰਧ ਆ। ਵਲਾਦੀਮੀਰ ਪੁਤਿਨ ਨਾਲ ਤੁਰਕੀ ਦੇ ਐਰਡੋਗਨ ਦੇ ਬਹੁਤ ਨੇੜਲੇ ਸੰਬੰਧ ਰਹੇ ਆ। ਉਹਨਾਂ ਸੰਬੰਧਾਂ ਨੂੰ ਕੰਪਰੋਮਾਈਜ਼ ਕਰਕੇ ਕਿਸ ਤਰ੍ਹਾਂ ਤੁਰਕੀ ਕਿਹਨਾਂ ਟਰਮਸ ਐਂਡ ਕੰਡੀਸ਼ਨਸ ਤੇ ਆਇਆ। ਸੋ ਇਹਨਾਂ ਨਾਲ CIA ਤੇ ਉਹਦੇ ਨਾਲ, ਹਾਲਾਂਕਿ ਇਹਦੇ ਨਾਲ ਅਮਰੀਕਾ ਨਾਲ ਉਹਦੇ ਕਾਫੀ ਸਟ੍ਰੇਨਡ ਰਿਲੇਸ਼ਨ ਆ। ਤੁਰਕੀ ਦੇ ਨਾਲ ਬਹੁਤ ਵਧੀਆ ਨੇ, ਪਿਛਲੇ 5-6 ਸਾਲਾਂ ਤੋਂ ਬਹੁਤ ਸਟ੍ਰੇਨਡ ਰਿਲੇਸ਼ਨ ਆ, ਜਦੋਂ ਉਹਦਾ ਤਖਤਾ ਪਲਟਣ ਦੀ ਜਿਹੜੀ ਕੋਸ਼ਿਸ਼ ਕਰੀ ਆ ਸੋ ਵੈਸਟਰਨ ਪਾਵਰਸ ਨੇ। ਸੋ ਉਹ ਕਿਹਨਾਂ ਟਰਮਸ ਐਂਡ ਕੰਡੀਸ਼ਨਸ ਤੇ CIA ਤੇ ਮੁਸਾਦ ਨਾਲ ਆਇਆ, ਇਹ ਬਹੁਤ ਵੱਡੀਆਂ ਗੱਲਾਂ ਨੇ, ਹੌਲੀ ਹੌਲੀ ਅਨਫੋਲਡ ਹੋਣਗੀਆਂ। ਸੋ ਇਜ਼ਰਾਈਲ ਨੇ ਕਲੈਕਟਿਵ ਐਫਰਟ ਕਰਿਆ। ਇਹਨਾਂ ਸਾਰੀਆਂ ਜਿਹੜੇ ਆਪਾਂ ਕਹੀ ਵੀ HTS ਨੇ ਸਾਰੀਆਂ ਖਾੜਕੂ ਜਥੇਬੰਦੀਆਂ ਨੂੰ ਇਕੱਠਾ ਕਰ ਲਿਆ, ਇਹ ਇੰਨੀ ਸੌਖੀ ਖੇਡ ਨਹੀਂ ਸੀ। ਨਹੀਂ ਜੀ, ਨਹੀਂ। ਇਹ ਸਰਕਾਰਾਂ ਤੋਂ ਬਿਨਾਂ, ਬੰਦੇ ਮਾਰਨ ਤੋਂ ਬਿਨਾਂ, ਜਾਂ ਉਹਨਾਂ ਨੂੰ ਦੱਸਣ ਤੋਂ ਬਿਨਾਂ ਵੀ ਅਸੀਂ ਆਹ ਵੀ ਕਰ ਸਕਦੇ ਹਾਂ, ਹਨਾ। ਸੋ ਸਾਰੇ ਸੰਦੇਸ਼ ਦੇ ਕੇ ਉਹਨਾਂ ਨੂੰ ਲਾਈਨ ਤੇ ਲਿਆਂਦਾ ਗਿਆ। ਉਹਨੂੰ ਘੁੱਟਣਿਆਂ ਭਾਰ, ਜਿਹੜਾ ਕਹਿੰਦੇ ਵੀ ਗੋਡਿਆਂ ਭਾਰ ਕਰ ਰਹੀਆਂ ਬਾਕੀ ਸਾਰੀ ਖਾੜਕੂ ਜਥੇਬੰਦੀਆਂ HTS ਦੀ ਅਗਵਾਈ ਹੇਠ। ਸੋ ਇਹ ਵੱਡਾ ਇਜ਼ਰਾਈਲ ਦੀ ਇੰਟੈਲੀਜੈਂਸ ਨੇ ਬਹੁਤ ਵੱਡਾ ਕਾਰਜ ਆ ਜਿਹੜਾ ਇੱਥੇ ਕਰਿਆ ਹੋਊਗਾ। ਸੋ ਇਸ ਕਰਕੇ ਇਜ਼ਰਾਈਲ ਨੇ ਇੱਕ ਤਾਂ ਹਮਾਸ ਔਰ ਹਿਜ਼ਬੁੱਲਾ ਤੇ ਲਗਾਤਾਰ ਹਮਲੇ ਜਾਰੀ ਰੱਖੇ, ਤੇ ਦੂਜੇ ਪਾਸਿਓਂ ਜਿਹੜਾ ਸੀਰੀਆ ਦਾ ਤਖਤ, ਕਿਉਂਕਿ ਸੀਰੀਆ ਤੋਂ ਹੀ ਹਮਾਸ ਨੂੰ ਔਰ ਹਿਜ਼ਬੁੱਲਾ ਨੂੰ ਹਥਿਆਰ ਜਾਂਦੇ ਸੀ, ਉਹਨਾਂ ਨੇ ਹਿਜ਼ਬੁੱਲਾ ਦੀ ਪਾਈਪਲਾਈਨ ਕੱਟੀ ਹੈਗੀ ਆ। ਹੁਣ ਵੀ ਤੁਸੀਂ ਦੇਖੋ ਜਦੋਂ ਨਵੀਂ ਸਰਕਾਰ ਦਾ ਕਬਜ਼ਾ ਹੋ ਗਿਆ, ਹਾਲੇ ਵੀ ਇਜ਼ਰਾਈਲ ਉੱਥੇ ਹਵਾਈ ਹਮਲੇ ਕਰ ਰਿਹਾ ਹੈ। ਉਹਨਾਂ ਦੀ ਮਿਲਟਰੀ ਜਿਹੜੀ ਕੈਪੇਬਿਲਿਟੀ ਆ ਉਹਨੂੰ ਤਬਾਹ ਕਰ ਰਿਹਾ, ਵੀ ਤਾਂ ਕਿ ਕਿਤੇ ਇਹ ਵੀ ਨਾ ਉਸ ਰਸਤੇ ਤੇ ਪੈ ਜਾਣ। ਜਿਹੜੀ ਨਵੀਂ ਸਰਕਾਰ ਆ ਉਹਦੀਆਂ ਜਿਹੜੀਆਂ ਕੈਪੇਬਿਲਿਟੀਜ਼ ਆ ਉਹਨੂੰ ਵੀ ਨਿਊਟਰਲਾਈਜ਼ ਕਰ ਰਿਹਾ ਹੈਗਾ। ਬਹੁਤ ਜ਼ਿਆਦਾ ਹਮਲੇ ਕੀਤੇ ਉਹਨਾਂ ਨੇ, ਬਹੁਤ ਜ਼ਿਆਦਾ ਹਮਲੇ, ਕਿਉਂਕਿ ਸਰਕਾਰ ਬਦਲਣ ਤੋਂ ਬਾਅਦ ਵੀ ਵੱਡੇ ਹਮਲੇ
ਜਾਰੀ ਉਹਨਾਂ ਨੇ। ਨੇ ਕਰੇ ਹੈਗੇ। ਹੂੰ। ਸੋ ਸੋ ਇਹ ਕਈ ਵਾਰੀ ਨਾ ਹੁਣ ਜਦੋਂ ਆਪਾਂ ਸਮਝਦੇ ਹਾਂ ਜਾਂ ਗੱਲ ਕਰਦੇ ਹਾਂ ਅਵਤਾਰ ਸਿੰਘ ਜੀ, ਵੀ ਜਦੋਂ ਇਜ਼ਰਾਈਲ ਦਾ ਤੇ ਗਾਜ਼ਾ ਦੇ ਵਿੱਚ ਜੋ ਚੱਲ ਰਿਹਾ ਸੀ, ਆਪਾਂ ਕਈ ਵਾਰੀ ਸਿਰਫ ਓਨੀ ਕੁ ਥਾਂ ਦੇ ਉੱਤੇ ਸੋਚਣ ਦੀ ਜਿਹੜੀ ਉਹ ਗੱਲ ਕਰਦੇ ਹਾਂ, ਪਰ ਉਹਦੇ ਜਿੱਦਾਂ ਕਹਿ ਲਓ ਵੀ ਦੂਰ ਤੱਕ ਉਸਦੇ ਅਸਰ ਆ, ਪਿੱਛੇ ਉਹਦੇ ਨਾਲ ਹੋਰ ਕਿਹੜੀ ਖੇਡ ਜਿਹੜੀ ਉਹ ਚੱਲ ਰਹੀ ਆ, ਉਹ ਡਿਫਰੈਂਟ ਆ। ਹੁਣ ਤੁਸੀਂ ਤੁਰਕੀ ਦੀ ਗੱਲ ਕੀਤੀ ਹੈ, ਤਖਤਾ ਪਲਟਨ ਦੇ ਵਿੱਚ ਕਿੱਦਾਂ ਦਾ ਰੋਲ ਜਿਹੜਾ ਇਹਨਾਂ ਨੇ ਨਿਭਾਇਆ ਹੈਗਾ? ਹਾਂਜੀ, ਹਾਂਜੀ। ਸੋ ਉਹ ਚਾਹੁੰਦੇ ਸੀਗੇ ਕਿਉਂਕਿ ਤੁਰਕੀ ਆ ਜਿਹੜਾ ਇਹਨਾਂ ਲਈ ਇੱਕ ਬੈਡ ਗਾਏ ਦੇ ਤੌਰ ਤੇ ਹੈਗਾ। ਉਹ ਸਾਰੇ ਪਾਸੇ ਹੀ ਖੇਡ ਜਾਂਦਾ। ਸੋ ਬੜਾ ਕਲੈਵਰ ਆ ਉਹ ਜਿਹੜਾ ਐਰਡੋਗਨ। ਈਵਨ ਡੋਨਲਡ ਟਰੰਪ ਦਾ ਕੱਲ ਬਿਆਨ ਆਇਆ, ਕਹਿੰਦਾ ਹੀ ਇਜ਼ ਵੈਰੀ ਕਲੈਵਰ ਗਾਏ ਐਂਡ ਟਫ ਗਾਏ, ਹੈ ਨਾ। ਵੀ ਉਹ ਕਹਿੰਦਾ ਮੈਨੂੰ ਨਹੀਂ ਪਤਾ, ਹਾਲੇ ਮੈਨੂੰ ਵੀ ਨਹੀਂ ਪਤਾ ਵੀ ਉਹ ਕਿਸ ਤਰ੍ਹਾਂ ਇਹ ਸਾਰਾ ਕੁਝ ਕਾਬੂ ਹੋਇਆ। ਸੋ ਉਹਨਾਂ ਨੂੰ ਜਿਹੜੀ ਹੈਗੀ ਆ ਵੈਸਟਰਨ ਫੋਰਸਿਸ ਨੂੰ ਚਾਹੀਦਾ, ਉਹ ਹੈਗਾ ਇੱਕ ਗੱਲ ਨੂੰ, ਉਹ ਕੱਟੜ ਇਸਲਾਮਿਕ ਹੈਗਾ, ਹਨਾ। ਸੋ ਉਹਦੇ ਪਾਕਿਸਤਾਨ ਨਾਲ ਤੇ ਤਾਲਿਬਾਨ ਨਾਲ, ਈਵਨ ਥੋੜੇ ਥੋੜੇ ਹਮਾਸ ਨਾਲ ਵੀ ਜਿਹੜੇ ਉਹਦੇ ਸਬੰਧ ਆ ਕਿਤੇ ਨਾ ਕਿਤੇ ਜੁੜਦੇ ਸੀਗੇ। ਸੋ ਸੀਰੀਆ ਲਗਾਤਾਰ ਇਸ ਕੋਸ਼ਿਸ਼ ਵਿੱਚ ਸੀ ਤੇ ਅਮਰੀਕਾ ਵੀ ਉੱਥੇ ਕੋਈ ਜਿਹੜਾ ਹੈਗਾ ਡੈਮੋਕ੍ਰੈਟਿਕਲੀ ਥੋੜਾ ਜਿਹੜਾ ਇਹਨਾਂ ਦੇ ਪੱਖ ਦਾ ਲੀਡਰ ਹੋਵੇ, ਵੀ ਉਹਨੂੰ ਲਿਆਂਦਾ ਜਾਵੇ ਤਾਂ ਕਿ ਉਹਦੇ ਜਿਹੜੇ ਰਿਲੇਸ਼ਨ ਆ ਸਾਡੇ ਨਾਲ, ਖਾਸ ਕਿਉਂਕਿ ਉਹ ਯੂਰਪ ਦਾ ਇੱਕ ਆਖਰੀ ਮੁਲਕ ਵੀ ਬਣਦਾ। ਉੱਥੋਂ ਯੂਰਪੀਅਨ ਯੂਨੀਅਨ ਸ਼ੁਰੂ ਹੋ ਜਾਂਦੀ ਹੈ, ਉਹ ਤੋਂ ਅੱਗੇ ਆ ਕੇ ਨਾ, ਤੁਰਕੀ ਤੋਂ, ਹਨਾ। ਹਾਲਾਂਕਿ ਉਹ ਕਹਿ ਰਿਹਾ ਵੀ ਮੈਨੂੰ ਯੂਰਪੀਅਨ ਯੂਨੀਅਨ ਦਾ ਵੀ ਹਿੱਸਾ ਬਣਾ ਲਿਆ ਜਾਵੇ ਲਗਾਤਾਰ। ਗੇਟਵੇ ਟੂ ਯੂਰਪ ਉਹ ਆਪਣੇ ਆਪ ਨੂੰ ਆਖਦਾ। ਗੇਟਵੇ ਟੂ ਯੂਰਪ ਆ, ਉੱਥੋਂ ਗ੍ਰੀਸ ਦੇ ਥਰੂ ਹੁੰਦੇ ਹੋਏ ਲੋਕ ਜਾਂ ਪੁਰਤਗਾਲ ਦੇ ਥਰੂ ਹੁੰਦੇ ਹੋਏ ਮੁੜ ਕੇ ਆ ਜਰਮਨ, ਫਰਾਂਸ ਤੇ ਆ ਯੂਕੇ ਤੱਕ ਆ ਜਿਹੜੇ ਆਉਂਦੇ ਹੈਗੇ। ਸੋ ਗੇਟਵੇ ਟੂ ਯੂਰਪ ਹੈਗਾ। ਸੋ ਜਿਹੜਾ ਉਸ ਤਰ੍ਹਾਂ ਇਹ ਆਪਣੇ ਥਰਡ ਵਰਲਡ ਕੰਟਰੀਜ਼ ਵਿੱਚੋਂ, ਹਨਾ। ਸੋ ਹੁਣ ਉਹ ਚਾਹੁੰਦੇ ਹੈਗੇ ਵੀ ਕੋਈ ਲਿਬਰਲ ਲੀਡਰ ਆਵੇ। ਇਹ ਬਹੁਤ ਟਫ ਹੈਗਾ। ਇਹ ਵਲਾਦੀਮੀਰ ਪੁਤਨ ਦੀ ਉਹ ਜਿੱਦਾਂ ਆਪਾਂ ਕਹਿ ਸਕਦੇ ਹਾਂ ਵੀ ਉਹਦੇ ਵਰਗਾ ਲੀਡਰ ਹੈਗਾ। ਇਹਨੇ ਪਤਾ ਨਹੀਂ ਕਦੋਂ ਵਿਗੜ ਜਾਣਾ ਹੈਗਾ। ਸੋ ਜੇ ਵਿਗੜ ਗਿਆ ਤਾਂ ਉਸ ਫਰੰਟ ਤੇ ਵੈਸਟ ਲਈ ਕਾਫੀ ਜ਼ਿਆਦੇ ਜਿਹੜੀਆਂ ਮੁਸ਼ਕਲਾਂ ਖੜੀਆਂ ਨੇ, ਜਿਹੜੀਆਂ ਹੋ ਸਕਦੀਆਂ, ਕਿਉਂਕਿ ਜਦੋਂ ਗੇਟਵੇ ਆਫ ਯੂਰਪ ਆ ਪੂਰੇ ਯੂਰਪ ਲਈ, ਫਿਰ ਉਹ ਜਿਹੜਾ ਇੱਕ ਤਰ੍ਹਾਂ ਨਾਲ ਬੰਨ ਮਾਰਿਆ ਹੋਇਆ ਇਹਨਾਂ ਨੇ। ਜੇ ਉਹ ਬੰਨ ਮਾਰਿਆ ਹੋਇਆ ਬੰਦਾ ਇਹਨਾਂ ਦੇ ਹੱਕ ਦਾ ਹੋਵੇ, ਵੀ ਉਹ ਯੂਰਪੀਅਨ ਯੂਨੀਅਨ ਦੀ ਮੈਂਬਰਸ਼ਿਪ ਲੈਣ ਤੋਂ ਬਿਨਾਂ ਹੀ ਇਹਨਾਂ ਦਾ ਬੰਦਾ ਹੋ ਜਾਵੇ, ਤਾਂ ਉਹ ਲਗਾਤਾਰ ਟਰਾਈ ਕਰਦੇ ਸੀ, ਪਰ ਉਹਦਾ ਗ੍ਰਿਪ ਤਕੜਾ ਹੈਗਾ। ਸੋ ਉਹਨੇ ਆਪਣੇ ਢੰਗ ਨਾਲ ਜਿਹੜਾ ਪ੍ਰਸ਼ਾਸਨ ਚਲਾਇਆ, ਜਿਸ ਤਰ੍ਹਾਂ ਵਲਾਦੀਮੀਰ ਪੁਤਨ ਚਲਾ ਰਿਹਾ ਜਾਂ ਜਿੱਦਾਂ ਬਸ਼ਰ ਅਲ ਅਸਾਦ ਚਲਾ ਰਿਹਾ ਸੀ। ਹੁਣ ਤੁਸੀਂ ਦੇਖੋ ਵੀ ਲੌਂਗ ਟਰਮ ਤੇ ਇਹਦਾ ਕੀ ਬਣਦਾ। ਵੈਸਟ ਨੇ ਇਹਦਾ ਵੀ ਕੁਝ ਸੋਚਿਆ ਹੋਊਗਾ ਨਾ। ਬੇਸ਼ੱਕ ਅੱਜ ਦੀ ਹਾਲਤ ਵਿੱਚ ਉਹ ਵੈਸਟ ਨਾਲ ਮੜਿਕ ਰਿਹਾ, ਉਹਦੇ ਨਾਲ ਆ ਰਿਹਾ। ਸੋ ਖਾਸ ਕਰਕੇ ਇਜ਼ਰਾਈਲ ਆ ਜਿਹੜਾ, ਉਹ ਕਦੇ ਵੀ ਇਹ ਨਹੀਂ ਕਰੇਗਾ। ਬੇਸ਼ੱਕ ਹਾਲੇ ਇਜ਼ਰਾਈਲ ਦਾ ਮੇਨ ਟਾਰਗੇਟ ਈਰਾਨ ਦੀ ਸੱਤਾ ਤਬਦੀਲੀ ਆ, ਪਰ ਉਹ ਕਿਤੇ ਨਾ ਕਿਤੇ ਚਾਹੇ 20 ਸਾਲਾਂ ਨੂੰ ਹੋਵੇ, ਜੇ ਐਰਡੋਗਨ ਉਦੋਂ ਤੱਕ ਦਾ ਬਜ਼ੁਰਗ ਹੋ ਜਾਏਗਾ, ਵੈਸੇ ਹੀ ਤਖਤਾ ਪਲਟ ਜਾਏਗਾ। ਪਰ ਇਹ ਚਾਹਣਗੇ ਵੀ ਕੋਈ ਜਿਹੜਾ ਲਿਬਰਲ ਲੀਡਰ ਹੈਗਾ ਉੱਥੋਂ ਤੁਰਕੀ ਤੋਂ, ਉਹ ਆਵੇ। ਸੋ ਇਜ਼ਰਾਈਲ ਦਾ ਤੇ ਤੁਰਕੀ ਦਾ ਜਿਹੜਾ ਹੈਗਾ ਇਸ ਤਰ੍ਹਾਂ ਦਾ ਇੱਕ ਆਪਾਂ ਕਹਿ ਸਕਦੇ ਵੀ ਕੈਮਿਸਟਰੀ ਬਣਦੀ ਨਜ਼ਰ ਆ ਰਹੀ ਹੈਗੀ ਆ। ਜੀ ਬਿਲਕੁਲ। ਉਹ ਆਪਣੀ ਭੂਗੋਲਿਕ ਥਾਂ ਦਾ ਚੰਗਾ ਫਾਇਦਾ ਜਿਹੜਾ ਉਹ ਚੱਕ ਰਿਹਾ। ਬਿਲਕੁਲ ਬਹੁਤ ਵਧੀਆ ਫਾਇਦਾ ਉਠਾ ਰਿਹਾ। ਉਹ ਰੂਸ ਦੇ ਤੋਂ ਵੀ ਹਥਿਆਰ ਲੈ ਲੈਂਦਾ, ਇਧਰੋਂ ਜਹਾਜ਼ ਲੈ ਲੈਂਦਾ, ਤੇ ਉਧਰੋਂ ਜਿਹੜੀਆਂ ਮਿਜ਼ਾਈਲਾਂ ਰੋਕਣ ਵਾਲੇ ਜਿਹੜਾ ਸਿਸਟਮ ਆ ਉਹ ਲੈ ਲੈਂਦਾ। ਉਹਨੂੰ ਵੀ ਪਤਾ ਵੀ ਕਿੱਦਾਂ ਜਿਹੜੀ ਆ ਰਾਜਨੀਤੀ ਤੇ ਕੂਟਨੀਤੀ ਜਿਹੜੀ ਉਹ ਕੀਤੀ ਜਾਂਦੀ ਹੈਗੀ ਆ। ਇਹਦੇ ਵਿੱਚ ਇੱਕ ਚੀਜ਼ ਮੈਂ ਪੁੱਛਣਾ ਚਾਹੁੰਦਾ ਆ ਅਵਤਾਰ ਸਿੰਘ ਜੀ, ਹੁਣ ਜਿੱਦਾਂ ਤੁਸੀਂ ਕਿਹਾ ਵੀ HTS ਨੇ ਵੱਖ-ਵੱਖ ਜਿਹੜੀਆਂ ਉੱਥੇ ਜਥੇਬੰਦੀਆਂ ਲੱਗੀਆਂ ਸੀ, ਸਾਰਿਆਂ ਨੂੰ ਇਕੱਠਿਆਂ ਕੀਤਾ, ਇੱਕ ਥਾਂ ਦੇ ਉੱਤੇ ਆਏ। ਸਿੱਖ ਵੀ ਥਾਂ ਦੇ ਉੱਤੇ ਜਿਹੜੇ ਆ, ਕਈ ਥਾਂ ਦੇ ਉੱਤੇ ਜਿਹੜੇ ਮੋਰਚੇ ਖੋਲੇ ਆ, ਹਰ ਇੱਕ ਦਾ ਵੱਖੋ ਵੱਖਰਾ ਰਾਹ ਹੋ ਸਕਦਾ ਆ, ਟੀਚਾ ਤਕਰੀਬਨ ਸਾਰਿਆਂ ਦਾ ਜਿਹੜਾ ਉਹ ਸੇਮ ਆ। ਇਹੋ ਜਿਹੀਆਂ ਚੀਜ਼ਾਂ ਤੋਂ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ। ਹਾਂਜੀ, ਹਾਂਜੀ। ਸੋ ਅਸਲ 'ਚ ਜਦੋਂ ਇੰਟਰਨੈਸ਼ਨਲ ਪੋਲਿਟਿਕਸ ਵਿੱਚ ਜਾਂ ਇੰਟਰਨੈਸ਼ਨਲ ਸੀਨ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ, ਤਾਂ ਜਿਹੜੀਆਂ ਜੁਝਾਰੂ ਕੌਮਾਂ ਹੁੰਦੀਆਂ, ਉਹਦੇ ਲਈ ਇਤਿਹਾਸਕ ਸਬਕ ਜਿਹੜੇ ਆਉਂਦੇ ਹੈਗੇ ਆ। ਸੋ ਸਿੱਖਾਂ ਦਾ ਵੀ ਇਹੀ ਹੈਗਾ ਵੀ ਇੱਕ ਤਾਂ ਜਿਹੜੀ ਆਪਾਂ ਗੱਲ ਕਰੀ ਆ ਵੀ ਜਿਹੜੀਆਂ ਉਮਰਾਂ ਨੇ ਉਹ ਬਹੁਤੇ ਅਰਥ ਨਹੀਂ ਰੱਖਦੀਆਂ। ਜੇ ਤੁਸੀਂ ਜਜ਼ਬਾ ਜੇ ਤੁਹਾਡੇ ਵਿੱਚ ਇੱਕ ਤੀਬਰਤਾ ਹੈਗੀ ਆ, ਸੋ ਤੁਹਾਡੇ ਵਿੱਚ ਇੱਕ ਰੀਝ ਹੈਗੀ ਆ ਵੀ ਖਾਲਸਾ ਜੀ ਕੇ ਬੋਲਬਾਲੇ ਦਾ ਜਿਹੜਾ ਪ੍ਰਗਟਾਵਾ ਕਰਨਾ ਹੈਗਾ। ਹਾਲ ਦੀ ਘੜੀ ਜਿਹੜੀਆਂ ਵੱਖ-ਵੱਖ ਫੈਕਸ਼ਨਸ ਹੈਗੀਆਂ, ਇਹ ਲਗਾਤਾਰ ਹਰੇਕ ਜਿਹੜੀਆਂ ਥਰਡ ਵਰਲਡ ਸੁਸਾਇਟੀ ਆ, ਈਵਨ ਆਪਾਂ ਵੈਸਟਰਨ ਸੁਸਾਇਟੀਜ਼ ਵਿੱਚ ਵੀ ਕਹਿ ਸਕਦੇ ਹਾਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਬਾਈਫਰਕੇਸ਼ਨਸ ਆ ਉਹ ਹੁੰਦੀਆਂ ਹੈਗੀਆਂ। ਪਰ ਜਿਹੜੇ ਨੈਸ਼ਨਲਿਜ਼ਮ ਦੇ ਵਿਦਵਾਨ ਆ ਉਹ ਕਹਿੰਦੇ ਹੈਗੇ ਵੀ ਜਦੋਂ ਕੌਮ ਤੇ ਵੱਡੇ ਹਮਲੇ ਹੋਣ ਲੱਗਦੇ ਆ, ਕੌਮ ਦੀ ਹੋਂਦ ਦਾ ਸਵਾਲ ਖੜਾ ਹੋ ਜਾਂਦਾ, ਤਾਂ ਇਹ ਜਿਹੜੇ ਛੋਟੇ ਛੋਟੇ ਵਖਰੇਵੇਂ ਆ ਆਪਣੇ ਆਪ ਮਿਟ ਜਾਂਦੇ ਹੈਗੇ ਆ। ਸੋ ਸਿੱਖਾਂ ਵਿੱਚ ਇਹ ਵਖਰੇਵੇਂ ਆ, ਇਹ ਵਕਤੀ ਨੇ। ਇਹ ਜਿਸ ਤਰ੍ਹਾਂ ਤੁਸੀਂ ਦੇਖੋ ਵੀ 1984 ਦਾ ਹਮਲਾ ਹੋਇਆ ਤਾਂ ਜਾਂ ਈਵਨ ਨਵੰਬਰ 1984 ਚ ਕਤਲੇਆਮ ਹੋਇਆ, ਤਾਂ ਉਹਦੇ ਚੋਂ ਇਹ ਨਹੀਂ ਪਤਾ ਲੱਗਿਆ ਵੀ ਕੌਣ ਕਾਂਗਰਸੀ ਆ, ਕੌਣ ਅਕਾਲੀ ਆ, ਤੇ ਕੌਣ ਸਰਕਾਰ ਭਗਤ ਆ ਤੇ ਕੌਣ ਸਰਕਾਰ ਦਾ ਵਿਰੋਧੀ ਆ। ਸਾਰੇ ਸਿੱਖ ਇੱਕ ਸਿੱਖ ਦੇ ਤੌਰ ਤੇ ਸੋਚਣ ਲੱਗੇ।
ਸੋ ਜਦੋਂ ਕੌਮ ਇੱਕ ਕੌਮ ਦੇ ਤੌਰ ਤੇ ਸੋਚਣ ਲੱਗ ਜਾਂਦੀ ਹੈ, ਸੋ ਉਹਦੇ ਜਿਹੜੇ ਆ ਛੋਟੇ ਛੋਟੇ ਆਪਣੇ ਤਾਂ ਧਾਰਮਿਕ ਮਤਭੇਦ ਹੀ ਆ ਨਾ, ਵੀ ਰਹਿਤ ਮਰਿਆਦਾ ਕਿਹੜੀ ਅਪਣਾਉਣੀ ਹੈਗੀ ਆ, ਨਿਤਨੇਮ ਦੀਆਂ ਬਾਣੀਆਂ ਕਿੰਨੀਆਂ ਪੜ੍ਹਨੀਆਂ, ਤੇ ਮਤਲਬ ਕਿ ਬਹੁਤ ਛੋਟੇ ਛੋਟੇ ਵਖਰੇਵੇਂ ਆ ਨਾ। ਜਾਂ ਬਹੁਤੀ ਗੱਲ ਆ ਵੀ ਕੋਈ ਅਕਾਲੀਆਂ ਦਾ ਹਮਾਇਤੀ ਆ, ਕੋਈ ਦੀਪ ਸਿੱਧੂ ਦਾ ਹਮਾਇਤੀ ਆ, ਜਾਂ ਕੋਈ ਸੰਤ ਜਰਨੈਲ ਸਿੰਘ ਦਾ ਹਮਾਇਤੀ ਆ। ਸੋ ਇਹ ਵਖਰੇਵੇਂ ਬਹੁਤ ਵੱਡੇ ਨਹੀਂ ਹੈਗੇ ਜਿਸ ਕਿਸਮ ਦੇ ਇਹ ਸੀਗੇ। ਇਹ ਖਾੜਕੂ ਜਥੇਬੰਦੀਆਂ ਵਿੱਚ ਵੀ ਰਹੇ, ਆਪਾਂ ਜਦੋਂ ਸਮੁੱਚੀ ਲਹਿਰ ਨੂੰ ਅਨਫੋਲਡ ਹੁੰਦਾ ਦੇਖਿਆ, ਸੋ ਉਹਨਾਂ ਵਿੱਚ ਜਿਹੜੇ ਹੈਗੇ ਆ ਇਹ ਧਾਰਮਿਕ ਆ ਛੋਟੇ ਛੋਟੇ ਜਿਹੜੇ ਵਖਰੇਵੇਂ ਆ, ਜਦੋਂ ਹੋਂਦ ਦਾ ਸਵਾਲ ਆਉਂਦਾ ਤੇ ਫਿਰ ਇਹ ਜਿਹੜੇ ਵਖਰੇਵੇਂ ਆ ਮਿਟ ਜਾਇਆ ਕਰਦੇ ਹੈਗੇ ਆ। ਸੋ ਗੁਰੂ ਦੇ ਪੁੱਤ ਆ, ਜਿਹੜੇ ਗੁਰੂ ਦੇ ਨਾਤੀ ਪੁੱਤ ਆ, ਜਿਨ੍ਹਾਂ ਦਾ ਸਾਂਝਾ ਪਿਤਾ, ਜਿਨ੍ਹਾਂ ਨੂੰ ਇਹ ਲੱਗਦਾ ਵੀ ਅਸੀਂ ਸਾਂਝੇ ਪਿਤਾ ਦੀ ਔਲਾਦ ਹੈਗੀ ਆ, ਔਰ ਉਹ ਪਿਤਾ ਜਿਹੜਾ ਮਰਦ ਅਗੰਮੜਾ, ਸੋ ਉਸ ਮਰਦ ਅਗੰਮੜੇ ਦੀ ਔਲਾਦ ਹੋਣ ਦਾ ਜਿਹੜਾ ਜਜ਼ਬਾ ਹੈ, ਉਹ ਤੁਹਾਡੇ ਛੋਟੇ ਛੋਟੇ ਵਖਰੇਵਿਆਂ ਨੂੰ ਜਿਹੜਾ ਖਤਮ ਕਰ ਦਿੰਦਾ। ਸਿੱਖਾਂ ਲਈ ਇਹ ਸਬਕ ਆ ਇੰਟਰਨੈਸ਼ਨਲ ਪੋਲਿਟਿਕਸ ਦੇ, ਔਰ ਇਹ ਸਬਕ ਸਿੱਖਾਂ ਨੂੰ ਸਿੱਖ ਲੈਣੇ ਚਾਹੀਦੇ ਆ ਜਿੰਨੀ ਛੇਤੀ ਹੋ ਸਕਣ। ਜਿੰਨੀ ਛੇਤੀ ਹੋ ਸਕੇ ਜੀ। ਮੁੜ ਸੀਰੀਆ ਵੱਲ ਨੂੰ ਰੁੱਖ ਕਰਦੇ ਆ। ਅਸਾਦ ਦਾ ਦੇਸ਼ ਦੇ ਵਿੱਚੋਂ ਭੱਜਣਾ ਰੂਸ ਤੇ ਈਰਾਨ ਦੇ ਲਈ ਕਿਹੜੀ ਚੇਤਾਵਨੀ ਹੈ? ਹਾਂਜੀ ਹਾਂਜੀ, ਸੋ ਰੂਸ ਤੇ ਈਰਾਨ ਲਈ ਇਹ ਚੇਤਾਵਨੀ ਹੈ ਕਿ ਵੀ ਜਿਹੜਾ ਹਾਲ ਅਸਾਦ ਦਾ ਹੋਇਆ, ਉਹ ਸਭ ਤੋਂ ਪਹਿਲਾਂ ਰੂਸ ਦਾ ਹੋ ਸਕਦਾ ਹੁਣ, ਕਿਉਂਕਿ ਜਿਹੜੀ ਕ੍ਰੈਡੀਬਿਲਿਟੀ ਦੀ ਆਪਾਂ ਗੱਲ ਕਰੀਏ ਵੀ ਬਸ਼ਰ ਅਲ ਅਸਾਦ ਗਵਾ ਚੁੱਕਿਆ ਸੀ ਲੋਕਾਂ ਦੀ, ਉਹ ਕ੍ਰੈਡੀਬਿਲਿਟੀ ਵੱਡੀ ਪੱਧਰ ਤੇ ਵਲਾਦੀਮੀਰ ਪੁਤਿਨ ਵੀ ਗਵਾ ਚੁੱਕਿਆ ਹੋਇਆ। ਤੁਸੀਂ ਦੇਖੋ ਵੀ ਜਦੋਂ ਪਿਛਲੇ ਸਾਲ ਵੈਗਨਰ ਗਰੁੱਪ ਦਾ ਜਿਹੜਾ ਇਹਨਾਂ ਦੇ ਨਾਲ ਇੱਕ ਮਲੇਸ਼ੀਆ ਸੀ, ਜਦੋਂ ਵੈਗਨਰ ਗਰੁੱਪ ਨੇ ਬਗਾਵਤ ਕਰ ਦਿੱਤੀ ਵੀ ਅਸੀਂ ਮਾਸਕੋ ਵੱਲੋਂ ਵੱਧ ਰਹੇ ਹੈਗੇ ਆ, ਤਾਂ ਵਲਾਦੀਮੀਰ ਪੁਤਿਨ ਦੀਆਂ ਲੱਤਾਂ ਕੰਬਣ ਲੱਗ ਪਈਆਂ ਸੀ। ਮਰਵਾਤਾ ਸੀ ਉਹਨੇ, ਬੇਸ਼ੱਕ ਉਹ ਮਰਵਾਤਾ ਬਾਅਦ ਚੋਂ, ਹਨਾ, ਉਹ ਕੋਈ ਵੱਡੀ ਗੱਲ ਨਹੀਂ, ਉਹ ਇੱਕ ਟੈਕਟਿਕਸ ਆ। ਪਰ ਤੁਸੀਂ ਦੇਖੋ ਵੀ ਬਗਾਵਤ ਤੋਂ ਡਰਦੇ ਕਿੰਨੇ ਆ ਲੋਕ। ਬਿਲਕੁਲ। ਬੀਬੀ ਉਹ ਬਗਾਵਤ ਤੋਂ ਇੰਨਾ ਘਬਰਾ ਗਿਆ ਵੀ ਜਿਸ ਤਰ੍ਹਾਂ ਨੈਸ਼ਨਲ ਮੀਡੀਆ ਤੇ ਆ ਕੇ ਉਦੋਂ ਉਹਨੇ ਬਿਆਨ ਦਿੱਤਾ ਵੀ ਸਾਡੇ ਦੇਸ਼ ਲਈ ਤੇ ਕੌਮ ਲਈ ਜਿਹੜਾ ਹੋਂਦ ਦਾ ਸਵਾਲ ਖੜਾ ਹੋ ਗਿਆ। ਇਹ ਹਾਲਾਂਕਿ ਪੂਰੀ ਯੂਕਰੇਨ ਦੀ ਜੰਗ ਦੌਰਾਨ ਕਦੀ ਉਹ ਇਸ ਤਰ੍ਹਾਂ ਨਹੀਂ ਸੀ ਆਇਆ। ਇਟ ਮੀਨਸ ਇੰਟਰਨਲੀ ਵਲਾਦੀਮੀਰ ਪੁਤਿਨ ਕਿੰਨਾ ਟੁੱਟਿਆ ਹੋਇਆ, ਤੇ ਹੁਣ ਕੱਲ ਜਿਹੜਾ ਉਹਦੇ ਇੱਕ ਵੱਡੇ ਜਰਨੈਲ ਦਾ ਬੰਬ ਧਮਾਕੇ 'ਚ ਕਤਲ ਕਰਤਾ ਤਾ ਯੂਕਰੇਨ ਦੀਆਂ ਫੋਰਸਿਸ ਨੇ, ਹਨਾ। ਸੋ ਇੱਕ ਐਡਾ ਵੱਡਾ ਜਿਹੜਾ ਨਿਊਕਲੀਅਰ ਫੈਸਿਲਿਟੀਜ਼ ਦਾ ਜਰਨੈਲ ਸੀ, ਉਹਨੂੰ ਉਹਦੇ ਘਰ ਦੇ ਬਾਹਰ ਹੀ ਬੰਬ ਧਮਾਕਾ ਕਰਕੇ ਮਾਰ ਦਿੱਤਾ ਗਿਆ। ਇਟ ਮੀਨਸ ਜਿਹੜੀ ਫਿਸਲ ਰਹੀ ਆ ਜ਼ਮੀਨ। ਆਪਾਂ 3 ਕੁ ਮਹੀਨੇ ਪਹਿਲਾਂ ਕਰਿਆ ਸੀਗਾ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆਫ ਅਮਰੀਕਾ ਦਾ ਜਿਹੜਾ ਇੱਕ ਵੱਡਾ ਬਿਆਨ ਆਇਆ ਸੀ, ਉਹਨੇ ਕਿਹਾ ਸੀ ਵੀ ਰਸ਼ੀਆ ਜਿਹੜਾ ਸਾਡੇ ਲਈ ਬਹੁਤ ਵੱਡੀ ਇਨਵੈਸਟਮੈਂਟ ਦੀ ਇੱਕ ਤਰ੍ਹਾਂ ਨਾਲ ਓਪਰਚੁਨਿਟੀ ਆ, ਅਸੀਂ ਬਹੁਤ ਜ਼ਿਆਦਾ ਰਿਸੋਰਸਿਸ ਇਨਵੈਸਟ ਕਰ ਰਹੇ ਹੈਗੇ ਆ। ਹੁਣ ਜਿਹੜਾ ਇਹ ਜਰਨਲ ਮਰਿਆ, ਕੱਲਾ ਯੂਕਰੇਨ ਦੀਆਂ ਫੋਰਸਿਸ ਨੇ ਨਹੀਂ ਮਾਰਿਆ, ਉਹਦੇ ਵਿੱਚ ਵੈਸਟਰਨ ਫੋਰਸਿਸ ਦੀ ਵੀ ਬਹੁਤ ਵੱਡੀ ਭੂਮਿਕਾ ਹੋਊਗੀ। ਸੋ ਵੈਸਟ ਆ ਜਿਹੜਾ ਬਹੁਤ ਅੰਦਰ ਤੱਕ ਇੰਟਰੂਡ ਕਰਨ ਦੀ ਕੋਸ਼ਿਸ਼ ਕਰ ਰਿਹਾ। ਬੇਸ਼ੱਕ ਹਾਲੀਆਂ ਘਟਨਾਵਾਂ ਛੋਟੀਆਂ ਨੇ, ਪਰ ਇਹਦੇ ਬਹੁਤ ਡੂੰਘੇ ਅਰਥ ਨੇ, ਵਲਾਦੀਮੀਰ ਪੁਤਿਨ ਲਈ ਵੱਡੇ ਅਰਥ ਨੇ। ਵੀ ਜਿਸ ਦਿਨ ਲੋਕ ਸੰਘਰਸ਼ ਸ਼ੁਰੂ ਹੋ ਗਏ ਜਿਹੜੇ 2011 ਵਿੱਚ ਸੀਰੀਆ ਤੇ ਅਰਬ ਵਰਲਡ ਵਿੱਚ ਹੋਏ ਸੀ, ਇਹ ਤੋਂ ਰੋਕੇ ਨਹੀਂ ਜਾਣੇ, ਇਹਨੂੰ ਭੱਜਣਾ ਪੈਣਾ, ਔਰ ਪਤਾ ਨਹੀਂ ਫਿਰ ਭੱਜੇਗਾ ਕਿਹੜੇ ਮੁਲਕ 'ਚ। ਸੋ ਇਸ ਲਈ ਉਹਦੇ ਲਈ ਇੱਕ ਤਾਂ ਯੂਕਰੇਨ ਵਾਰ 'ਚ ਉਹਨੂੰ ਉਲਝਾਇਆ ਹੋਇਆ, ਦੂਜਾ ਉਹਦੇ ਜਰਨੈਲ ਦੀ ਮੌਤ ਹੋ ਜਾਣੀ, ਉਹਦਾ ਬੰਬ ਧਮਾਕੇ 'ਚ ਕਤਲ ਹੋ ਜਾਣਾ, ਔਰ ਬਸ਼ਰ ਅਲ ਅਸਾਦ ਦਾ ਜਿਹੜਾ ਇੱਕ ਸਹਾਰਾ ਸੀ, ਉਹਨੂੰ ਮਾਨਸਿਕ ਸਹਾਰਾ ਸੀ, ਉਹ ਟੁੱਟ ਜਾਣਾ, ਹਨਾ। ਤੇ ਉੱਥੋਂ ਉਹਨਾਂ ਦਾ ਇੱਕਦਮ ਭੱਜ ਜਾਣਾ ਆਪਣੇ ਬੇੜੇ ਲੈ ਕੇ। ਸੋ ਇਹ ਬਹੁਤ ਵੱਡੀਆਂ ਇੰਪਲੀਕੇਸ਼ਨਸ ਆ ਵਰਲਡ ਪੋਲਿਟਿਕਸ ਵਿੱਚ। ਰੂਸ ਦੀ ਜਿਹੜੀ ਹੈਜਮਨੀ ਆ, ਜਾਂ ਰੂਸ ਦੀ, ਖਾਸ ਕਰਕੇ ਵਲਾਦੀਮੀਰ ਪੁਤਿਨ ਦੀ, ਆਪਾਂ ਜੇ ਰੂਸ ਦੀ ਵੀ ਨਾ ਕਹੀਏ ਨਾ, ਸੋ ਵਲਾਦੀਮੀਰ ਪੁਤਿਨ ਦੀ ਜਿਹੜੀ ਲੀਡਰਸ਼ਿਪ ਆ, ਉਹਦੇ ਲਈ ਚੁਣੌਤੀ ਆ ਜਿਹੜੀ ਸਾਹਮਣੇ ਆ ਰਹੀ ਹੈਗੀ। ਉਹਨੂੰ ਇੱਕ ਖੜਕਮਾ ਸੰਦੇਸ਼ ਆ ਜਿਹੜਾ ਵੈਸਟ ਨੇ ਦਿੱਤਾ ਹੈਗਾ ਵੀ ਯੂ ਕੁਡ ਬੀ ਨੈਕਸਟ ਬਸ਼ਰ ਅਲ ਅਸਾਦ। ਜੀ, ਬਸ਼ਰ ਅਲ ਅਸਾਦ ਭੱਜ ਕੇ ਉੱਥੇ ਗਿਆ ਰੂਸ ਦੇ ਵਿੱਚ। ਦੱਸਿਆ ਇਹ ਜਾ ਰਿਹਾ ਵੀ ਮਨ ਨਹੀਂ ਸੀ ਉਹਨਾਂ ਦਾ ਮੰਨ ਰਿਹਾ, ਅਣਮੰਨੇ ਜਿਹੇ ਮਨ ਦੇ ਨਾਲ ਪਨਾਹ ਦਿੱਤੀ ਆ। ਕੀ ਗੱਲ ਹੈ, ਸਹੀ ਹੈ? ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਕਿਉਂਕਿ ਉਹਦੇ ਕੋਲ 2 ਹੀ ਆਪਸ਼ਨਾਂ ਸੀ, ਜਾਂ ਈਰਾਨ ਜਾਂਦਾ ਜਾਂ ਰੂਸ ਜਾਂਦਾ, ਹਨਾ। ਠੀਕ ਹੈ। ਉਹ ਰੂਸ ਨਾਲ ਉਹਨਾਂ ਦੇ, ਇਹਦੇ ਪਿਤਾ ਜੀ ਦੇ ਵੀ ਚੰਗੇ ਸੰਬੰਧ ਰਹੇ ਆ, ਉਹ ਤੋਂ ਕਾਫੀ ਮਿਲਟਰੀ ਇਕਵਿਪਮੈਂਟ ਆ, ਹੋਰ ਸਾਰੇ ਡਿਪਲੋਮੈਟਿਕ ਐਫਰਟਸ ਆ ਜਿਹੜੇ ਇਹਨਾਂ ਦੇ ਪੁਰਾਣੇ ਸੰਬੰਧ ਹੈਗੇ ਆ। ਇਹਦੇ ਬੱਚੇ ਵੀ, ਜਿਹੜਾ ਬਸ਼ਰ ਅਲ ਅਸਾਦ ਦਾ ਵੱਡਾ ਬੇਟਾ ਹਾਫਿਜ਼ ਆ, ਉਹ ਵੀ ਰਸ਼ੀਆ ਦੀ ਕਿਸੇ ਯੂਨੀਵਰਸਿਟੀ ਵਿੱਚ ਆ ਜਿਹੜਾ ਪੜ੍ਹਦਾ ਹੈਗਾ। ਠੀਕ ਹੈ। ਤੇ ਦੂਜਾ ਹੈਗਾ ਵੀ ਇਹ ਫੈਮਿਲੀ ਆ ਜਿਹੜੀ, ਕਿਉਂਕਿ ਵੈਸਟਰਨਾਈਜ਼ਡ ਹੈਗੀ ਆ, ਹਨਾ। ਇਹ ਆਪ ਤਾਂ ਜਿੱਦਾਂ ਵੱਡੇ ਮਹਿਲਾਂ 'ਚ ਰਹਿਣ ਵਾਲੇ, ਸਵਿਮਿੰਗ ਪੂਲਾਂ 'ਚ ਰਹਿਣ ਵਾਲੇ, ਕਲੱਬਾਂ 'ਚ ਜਾਣ ਵਾਲੇ, ਜਾਂ ਜੋ ਜਿਹੜੀਆਂ ਇਆਸ਼ੀਆਂ ਨੇ ਉਹ ਕਰਨ ਵਾਲੇ ਆ। ਸੋ ਈਰਾਨ ਵਿੱਚ ਜਾ ਕੇ ਇਹਨਾਂ ਦੀ ਜਿਹੜੀ ਹੈਗੀ ਆ, ਉਹ ਬਹੁਤ ਕਲੋਜ਼ ਹੋ ਜਾਣੀ ਸੀ, ਇਹਨਾਂ ਦੀ ਲਾਈਫ ਜਿਹੜੀ ਹੈਗੀ ਆ ਡਲ ਹੋ ਜਾਣੀ ਸੀ, ਜੇਲ੍ਹ ਵਰਗੀ ਸਥਿਤੀ ਹੋ ਜਾਣੀ ਸੀ। ਸੋ ਇਹਨਾਂ ਨੇ ਰੂਸ ਨੂੰ ਇਸ ਕਰਕੇ ਚੁਣਿਆ। ਬੇਸ਼ੱਕ ਰੂਸ ਨੇ ਲਗਾਤਾਰ ਡਿਪਲੋਮੈਟਿਕ ਰਿਲੇਸ਼ਨ ਸੀਗੇ ਇਹਦੇ ਨਾਲ, ਪਰ ਵਲਾਦੀਮੀਰ ਪੁਤਿਨ
ਬਹੁਤ ਜ਼ਿਆਦਾ ਇੱਛਾਵਾਨ ਨਹੀਂ ਸੀ ਵੀ ਇਹਨੂੰ ਰੱਖਿਆ ਜਾਵੇ। ਉਹਨਾਂ ਅੱਛਾ। ਨੂੰ ਆਏ ਸੀਗਾ ਵੀ ਇਹ ਸਾਡੇ ਲਈ ਕਿਤੇ ਨਾ ਕਿਤੇ ਖਤਰਾ ਖੜਾ ਹੋ ਸਕਦਾ, ਇਹ ਸਾਡੇ ਲਈ ਐਸਟ ਨਹੀਂ ਹੈਗਾ, ਸਾਡੇ ਲਈ ਲਾਇਬਿਲਿਟੀ ਬਣ ਜਾਣਾ ਇਹਨੇ ਕਿਤੇ ਨਾ ਕਿਤੇ। ਠੀਕ ਆ। ਪਰ ਹੂੰ। ਉਹ ਇੱਕ ਪੁਰਾਣੇ ਰਿਲੇਸ਼ਨ ਚੋਂ ਇੱਕ ਜਿਹੜੀ ਨਿੱਜੀ ਦੋਸਤੀ ਹੁੰਦੀ ਆ, ਕਈ ਵਾਰ ਉਹ ਤੁਹਾਡੇ ਡਿਪਲੋਮੈਟਿਕ ਰਿਲੇਸ਼ਨਸ ਤੇ ਭਾਰੂ ਪੈ ਜਾਂਦੀ ਆ। ਇੱਕ ਬੰਦੇ ਹੂੰ, ਨੂੰ ਤਰਸ ਵੀ ਆ ਜਾਂਦਾ ਵੀ ਹੁਣ ਜਾਊਗਾ ਕਿੱਥੇ ਉਹ, ਹਨਾ? ਤਾਂ ਹੂੰ। ਬਹੁਤ ਕੁਛ ਆ, ਜਦੋਂ ਬੰਦਾ ਚਾਹੇ ਜੰਗ ਦੇ ਮੈਦਾਨ ਵਿੱਚ ਵੀ ਹੋਵੇ, ਵਲਾਦੀਮੀਰ ਪੁਤਿਨ ਜੰਗ ਦੇ ਮੈਦਾਨ ਵਿੱਚ ਵੀ ਆ, ਕਿਤੇ ਨਾ ਕਿਤੇ ਜਿਹੜੇ ਹਿਊਮਨ ਸੈਂਟੀਮੈਂਟਸ ਆ ਉਹ ਤੁਹਾਡੇ ਤੇ ਪ੍ਰਵੇਲ ਕਰ ਜਾਂਦੇ ਹੈਗੇ ਆ। ਹੂੰ, 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 ਤੋ ਇਸ ਹੂੰ, ਕਰਕੇ ਉਹ ਸਾਨੂੰ ਲੱਗਿਆ ਵੀ ਹਿਊਮਨ ਸੈਂਟੀਮੈਂਟਸ ਪ੍ਰਵੇਲ ਕਰ ਗਏ ਹੋਏ ਆ। ਇਸੇ ਕਰਕੇ ਜਿਹੜਾ ਹੈਗਾ ਵੀ ਉਹਨਾਂ ਨੇ ਇੱਕ ਅਣਮੰਨੇ ਜਿਹੇ ਮਨ ਨਾਲ ਦਿੱਤੇ ਹੈਗੇ ਆ, ਉਹਨੂੰ ਜਿਹੜੀ ਪਨਾਹ ਦਿੱਤੀ ਹੈਗੀ ਆ। ਹਾਲ ਦੀ ਘੜੀ ਉਹਦਾ ਫਿਊਚਰ ਕਿਸ ਤਰ੍ਹਾਂ ਦਾ, ਉਹ ਕਿੰਨੀ ਕੁ ਸੇਫਟੀ ਐਂਡ ਸਿਕਿਉਰਿਟੀ ਵਿੱਚ ਰਹੂਗਾ, ਕਿੰਨਾ ਕੁ ਓਪਨ ਹੋਊਗਾ, ਕਿੰਨਾ ਕੁ ਵਿਚਰ ਸਕਦਾ। ਕਿਉਂਕਿ ਇਸ ਤੋਂ ਪਹਿਲਾਂ ਵੀ 2014 ਵਿੱਚ ਯੂਕਰੇਨ ਦੇ ਰਾਸ਼ਟਰਪਤੀ ਆ ਜਿਹੜੇ, ਉਹ ਰੂਸ ਨਾਲ ਰਲ ਗਏ ਸੀ, ਉਹਨਾਂ ਨੂੰ ਛੱਡ ਕੇ, ਕਿਉਂਕਿ ਉਦੋਂ ਹੀ ਜਦੋਂ ਅਰਬ ਸਪਰਿੰਗ ਹੋਇਆ, ਉਹ ਤੋਂ ਬਾਅਦ ਯੂਕਰੇਨ ਸਪਰਿੰਗ ਵੀ ਹੋਇਆ ਸੀ। ਬਹੁਤ ਵੱਡੀ ਯੂਕਰੇਨ ਵਿੱਚ ਡੈਮੋਕ੍ਰੇਸੀ ਦੀ ਲਹਿਰ ਚੱਲੀ ਸੀ। ਜਿਹੜਾ ਜੀ, ਜੀ, ਰਾਸ਼ਟਰਪਤੀ ਸੀ ਉਹਨੂੰ ਭੱਜਣਾ ਪਿਆ ਸੀ, ਉਹ ਰੂਸ ਭੱਜਣਾ ਚ ਰਹਿ ਪਿਆ ਰਿਹਾ। ਸੀ। ਬਿਲਕੁਲ। ਯਸ਼ਚੈਂਕੋ ਆ ਸ਼ਾਇਦ ਉਹਦਾ ਨਾਂ, ਜੇ ਮੈਂ ਨਹੀਂ ਭੁੱਲ ਰਿਹਾ ਤਾਂ, ਹੂੰ, ਉਹ ਹੂੰ, ਭੱਜਿਆ ਸੀਗਾ। ਔਰ ਆਪਣੇ ਖਜ਼ਾਨੇ ਚੋਂ $2 ਬਿਲੀਅਨ ਆ ਜਿਹੜੇ ਉਹਨੇ ਰੂਸ ਵਿੱਚ ਟ੍ਰਾਂਸਫਰ ਕਰੇ ਸੀਗੇ ਉਸ ਹੂੰ, ਵੇਲੇ, ਹੂੰ, ਹਨਾ? ਸੋ ਹੁਣ ਇੱਥੋਂ ਵੀ 2-2.5 ਬਿਲੀਅਨ ਤਾਂ ਇੱਥੋਂ ਵੀ ਜਿਹੜੇ ਹੈਗੇ ਆ ਗਏ ਹੋਣਗੇ, ਉਹਨਾਂ ਦੀ ਆਪਣੇ ਰੱਖ ਰਖਾ ਲਈ। ਸੋ ਉਹ ਤੋਂ ਬਿਨਾਂ ਐਡਵਰਡ ਸਨੋਡਨ ਰਹਿ ਰਿਹਾ, ਜਿਹੜਾ ਯੂਐਸ ਦੀ NSA ਦਾ ਜਿਹੜਾ ਮੈਂਬਰ ਸੀਗਾ, ਉਹਨਾਂ ਦਾ ਮੁਲਾਜ਼ਮ ਸੀ, ਜਿਹਨੇ ਕਾਫੀ ਸਾਰੇ ਜਿਹੜੇ ਹੈਗੇ ਆ ਉਹਨਾਂ ਦੇ ਬਸ। ਰਾਜ ਦਾ ਕਰੇ ਸੀ। ਐਡਵਰਡ ਸਨੋਡਨ ਨੂੰ ਜਿਹੜੀ ਹੈਗੀ ਉੱਥੇ ਦਿੱਤੀ ਗਈ। ਹੋਰ ਕੁਝ ਡਿਸੀਡੈਂਟਸ ਨੇ ਜਿਹੜੇ ਉੱਥੇ ਰਹਿ ਰਹੇ ਹੈਗੇ ਆ। ਸੋ ਬਸ਼ਰ ਅਲ ਅਸਾਦ ਦੀ ਜਿਹੜੀ ਹੈਗੀ ਆ ਵੀ ਸਵਾਗਤ ਹੋ ਗਿਆ, ਪਰ ਅਣਮੰਨੇ ਮਨ ਨਾਲ ਹੋਇਆ। ਹੁਣ ਦੇਖੋ ਵੀ ਅਗਲੀ ਜਿਹੜੀ ਸਿਚੁਏਸ਼ਨ ਆ ਮਿਡਲ ਈਸਟ ਵਿੱਚ ਤੇ ਵੈਸਟਰਨ ਪੋਲਿਟਿਕਸ ਵਿੱਚ ਕੀ ਅਨਫੋਲਡ ਹੁੰਦੀ ਹੈ, ਤੇ ਉਹਦੇ ਚੋਂ ਬਸ਼ਰ ਅਲ ਅਸਾਦ ਲੰਮੇ ਸਮੇਂ ਤੱਕ ਉੱਥੇ ਰਹਿੰਦੇ ਆ ਜਾਂ ਕਿਸੇ ਹੋਰ ਮੁਲਕ ਵਿੱਚ ਚਲੇ ਜਾਂਦੇ ਹੈਗੇ ਆ। ਜੀ। ਨਹੀਂ, ਬਿਲਕੁਲ। ਆਪਾਂ ਕਈ ਮਹੀਨੇ ਪਹਿਲਾਂ ਗੱਲ ਕੀਤੀ ਸੀ ਰੀਸਟਰਕਚਰਿੰਗ ਆਫ ਰਸ਼ੀਆ, ਰੀਸਟਰਕਚਰਿੰਗ ਆਫ ਸਾਊਥ ਏਸ਼ੀਆ। ਸ਼ੁਰੂਆਤ ਕਿਤੇ ਨਾ ਕਿਤੇ ਫੇਰ ਮਿਡਲ ਈਸਟ ਤੋਂ ਹੀ ਹੋ ਕੇ ਉਧਰਲੇ ਪਾਸੇ ਨੂੰ ਗੱਲ ਵੱਧਦੀ ਨਜ਼ਰ ਆ ਰਹੀ ਹੈ। ਹਾਂ, ਬਿਲਕੁਲ ਬਿਲਕੁਲ। ਸੋ ਮਿਡਲ ਈਸਟ ਦੀ ਰੀਸਟਰਕਚਰਿੰਗ ਆ ਜਿਹੜੀ ਹੋ ਗਈ, ਆਪਾਂ ਨੇ ਤਾਂ ਕਿਹਾ ਵੀ ਮੈਪਸ ਵੀ ਨਵੇਂ ਡਰਾ ਹੋ ਸਕਦੇ ਆ। ਸੋ ਕੁਰਦਾਂ ਦਾ ਆਪਣਾ ਮਸਲਾ, ਜੇ ਆਪਾਂ ਜਿੱਦਾਂ ਕਿਹਾ ਵੀ ਜੇ ਤੁਰਕੀ ਨੂੰ ਹੈਂਡਲ ਕਰਨਾ, ਉਹਦਾ ਆਪਣਾ ਮਸਲਾ ਹੈਗਾ। ਸੀਰੀਆ, ਇਰਾਕ ਦਾ ਹੈਗਾ। ਸੋ ਹੁਣ ਗਾਜ਼ਾ ਦੀ ਤੇ ਈਵਨ ਜਿਹੜਾ ਹੈਗਾ ਲੈਬਨਾਨ, ਉਹਦੀ ਵੀ ਰੀਸਟਰਕਚਰਿੰਗ ਹੋ ਸਕਦੀ ਆ। ਸੋ ਹੋ ਸਕਦਾ ਵੀ ਇੱਥੋਂ ਰੀਸਟਰਕਚਰਿੰਗ, ਉਹ ਤੋਂ ਬਾਅਦ ਈਰਾਨ, ਅਫਗਾਨਿਸਤਾਨ ਤੇ ਪਾਕਿਸਤਾਨ ਵਾਲੀ ਜਿਹੜੀ ਉਹ ਨੈਕ ਹੈਗੀ, ਉੱਥੇ ਚਾਈਨਾ ਵੀ ਥੋੜਾ ਜਿਹਾ ਲੱਗਦਾ ਨਾਲ ਆ ਕੇ, ਹਨਾ? ਹੂੰ, ਸੋ ਹੂੰ, ਉੱਥੇ ਜਿਹੜੀ ਹੈਗੀਆਂ ਬਹੁਤ ਵੱਡਾ ਉਹਨਾਂ ਲਈ ਵੱਡੇ ਚੈਲੰਜਸ ਆ ਸਕਦੇ ਹੈਗਾ ਨੈਕਸਟ। ਜਿਸ ਕਿਸਮ ਦੇ ਚੈਲੰਜਸ ਸੀਰੀਆ ਵਿੱਚੋਂ ਤੇ ਲੈਬਨਾਨ ਔਰ ਹਮਾਸ ਦੇ ਥਰੂ ਪ੍ਰਗਟ ਹੋਇਆ, ਉਸ ਤਰ੍ਹਾਂ ਦੇ ਚੈਲੰਜਸ ਦੇ ਫਿਊਚਰ ਵਿੱਚ ਵੈਸਟਰਨ ਪੋਲਿਟਿਕਸ ਲਈ ਉਹ ਜਿਹੜੀ ਪਾਕਿਸਤਾਨ, ਈਰਾਨ ਤੇ ਅਫਗਾਨਿਸਤਾਨ ਵਾਲੀ ਜਿਹੜੀ ਨੈਕ ਹੈਗੀ ਆ, ਉੱਥੋਂ ਹੂੰ, ਪੈਦਾ ਹੋ ਸਕਦੇ ਆ। ਸੋ ਹੋ ਸਕਦਾ ਨੈਕਸਟ ਰੀਸਟਰਕਚਰਿੰਗ ਰੂਸ ਦੀ ਤਾਂ ਹੋਏਗੀ, ਰੂਸ ਦੀ ਤਾਂ ਉਹਨਾਂ ਦੇ ਕਾਰਡਸ ਤੇ ਹੈਗੀ ਆ। ਸੋ ਹਨਾ, ਸੋ ਪ੍ਰਾਇੋਰਟੀ ਹੋ ਦੇਣਗੇ ਕਿਉਂਕਿ ਰੂਸ ਥੋੜਾ ਜਿਹਾ ਟਫ ਹੈਗਾ ਤੋੜਨਾ। ਸੋ ਠੀਕ ਹੈ। ਰੂਸ ਟੁੱਟੇਗਾ ਜ਼ਰੂਰ, ਟਫ ਹੈ। ਤੇ ਇਹਦੇ ਨਾਲ ਜੇ ਉਹਨਾਂ ਨੇ ਸੈਕੰਡ ਲਾਈਨ ਆ ਆਪਣੀ ਜਿਹੜੀ ਸਾਊਥ ਏਸ਼ੀਆ ਵਾਲੀ, ਉਹ ਈਰਾਨ, ਅਫਗਾਨਿਸਤਾਨ ਤੇ ਪਾਕਿਸਤਾਨ ਵਾਲੀ ਨੈਕ ਨੂੰ ਜੇ ਕਰਨਾ ਹੋਇਆ ਕੈਪਚਰ, ਕਿਉਂਕਿ ਬਲੂਚਿਸਤਾਨ ਵਿੱਚ ਕਾਫੀ ਜ਼ਿਆਦਾ ਉਹਨਾਂ ਨੇ ਹਾਲਾਤ ਆ ਜਿਹੜੇ ਪੈਦਾ ਕਰ ਦਿੱਤੇ ਹੋਏ ਨੇ। ਉਹ ਤਾਂ ਸੋ ਵਧੀਆ ਪਿਆ ਕੰਮ। ਪਹਿਲ ਕਿਹਦੀ ਹੁੰਦੀ ਆ, ਸਾਊਥ ਏਸ਼ੀਆ ਵਾਲੇ ਦੀ ਹੁੰਦੀ ਆ ਜਾਂ ਰੂਸ ਦੀ ਹੁੰਦੀ ਆ? ਇਹ ਡਿਪੈਂਡ ਕਰੇਗਾ ਓਪਰਚੁਨਿਟੀ ਕਿੱਥੋਂ ਛੇਤੀ ਪੈਦਾ ਹੁੰਦੀ ਹੈਗੀ ਆ। ਸੋ ਇੱਥੇ ਓਪਰਚੁਨਿਟੀ ਜੀ, ਇੱਥੇ ਇਹ ਵੀ ਆਪਾਂ ਦੇਖ ਸਕਦੇ ਹਾਂ ਜਿੱਦਾਂ ਵੀ ਰੂਸ ਦੇ ਐਕਚੁਅਲ ਦੇ ਵਿੱਚ ਪੱਤੇ ਜਿਹੜੇ ਪੂਰੀ ਤਰ੍ਹਾਂ ਜਿਹੜੇ ਉਹ ਵਿਕ ਚੁੱਕੇ ਹੋਏ ਆ, ਅੰਦਰੋਂ ਕਾਫੀ ਹੱਦ ਤੱਕ ਖੋਖਲਾ ਹੋ ਗਿਆ। ਨਾਰਥ ਕੋਰੀਆ ਦੇ ਫੌਜੀ ਨਾਲ ਆ ਕੇ ਲੜ ਰਹੇ ਆ, ਅਸਲਾ ਵੀ ਉਹਨਾਂ ਤੋਂ ਲੈ ਰਿਹਾ। ਜਿੱਦਾਂ ਮਿਡਲ ਈਸਟ ਦੇ ਵਿੱਚ ਇਹਨਾਂ ਨੇ ਇਹ ਥਾਂ ਆਪਣੀ ਬਣਾਈ ਸੀ, ਉਹ ਵੀ ਹੁਣ ਲੂਜ਼ ਕਰ ਗਏ ਆ। ਜਿੱਦਾਂ ਤੁਸੀਂ ਵਲਾਦੀਮੀਰ ਪੁਤਿਨ ਦਾ ਵੀ ਦੱਸਿਆ ਵੀ ਅੰਦਰੋਂ ਉਹ ਪੂਰੀ ਤਰ੍ਹਾਂ ਘਬਰਾਇਆ ਆ। ਸੋ ਇਹ ਔਨ ਦਾ ਬ੍ਰਿੰਕਸ ਹੀ ਹੈਗਾ ਆ ਵੀ ਇਹਦਾ ਕੰਮ ਖਤਮ ਹੋਣ ਵਾਲਾ ਹੀ ਆ ਪੁਤਿਨ ਦਾ। ਉਦਾਂ ਰੂਸ ਨੂੰ ਵੱਖਰਾ ਰੱਖ ਕੇ ਜੇ ਕੱਲੇ ਪੁਤਿਨ ਨੂੰ ਦੇਖਿਆ ਜਾਵੇ ਤਾਂ ਨਹੀਂ, ਉਹ ਅਸਲ 'ਚ ਵੈਸਟ ਦੀ ਇਹੋ ਹੀ ਟਰਾਈ ਹੈ। ਜਿੱਦਾਂ ਆਪਾਂ ਤੁਰਕੀ ਬਾਰੇ ਗੱਲ ਕਰੀਏ ਨਾ, ਵੈਸਟ 2 ਸਟ੍ਰੈਟਜੀਜ਼ ਤੇ ਕੰਮ ਕਰ ਰਿਹਾ ਹੈ। ਵੈਸਟ ਪਹਿਲੀ ਸਟ੍ਰੈਟਜੀ ਤੇ ਇਹ ਕੰਮ ਕਰ ਰਿਹਾ ਵੀ ਵਲਾਦੀਮੀਰ ਪੁਤਿਨ ਨੂੰ ਬਦਲ ਕੇ ਕੋਈ ਡੈਮੋਕ੍ਰੈਟਿਕ ਲੀਡਰ ਲੈ ਆਂਦਾ ਜਾਵੇ, ਫਿਰ ਰੂਸ ਨੂੰ ਤੋੜਨ ਦਾ ਜਿਹੜਾ ਉਹ ਨਾ ਕਰਿਆ ਜਾਵੇ ਕੰਮ, ਹਨਾ? ਰੂਸ ਨੂੰ ਐਜ਼ ਇਟ ਇਜ਼ ਹੀ ਰੱਖ ਲਿਆ ਜਾਵੇ, ਪਰ ਲੀਡਰਸ਼ਿਪ ਚੇਂਜ ਕਰ ਦਿੱਤੀ ਜਾਵੇ। ਪਰ ਹੁਣ ਜੇ ਲੀਡਰਸ਼ਿਪ ਨਹੀਂ ਚੇਂਜ ਹੁੰਦੀ, ਟਫ ਹੈਗਾ, ਉਹ ਬੰਦੇ ਮਾਰ ਦਿੰਦਾ CIA ਦੇ ਜਾਂ ਮੁਸਾਦ ਦੇ ਜਾਂ ਹੋਰ ਨਾਲ ਏਜੰਸੀਜ਼ ਦੇ, ਫਿਰ ਜੇ ਉਹ ਆਖਰੀ ਮੌਕੇ ਤੇ ਆ ਕੇ ਉਹਨਾਂ ਨੂੰ ਜਿਹੜਾ ਹੈਗਾ ਐਕਸ਼ਨ ਲੈਣਾ ਪਿਆ, ਉਹ ਡਿਪੈਂਡ ਕਰੂਗਾ ਵੀ ਫਿਰ ਇਹਦੇ ਜਿਹੜੀ ਰੀਸਟਰਕਚਰਿੰਗ ਵੀ 4-5 ਟੁਕੜਿਆਂ 'ਚ ਵੰਡ ਦਿਓ, ਉਹਦੇ 'ਚੋਂ ਫਿਰ ਜਿਹੜੀਆਂ ਆਪਣੀਆਂ ਪਾਕਟਸ ਆ
ਜਿਹੜੀਆਂ ਬਾਕੀ ਕ੍ਰੀਏਟ ਕਰ ਲਓ। ਸੋ ਇਹ ਹੋਏਗਾ ਰੂਸ ਦਾ ਆਰਥਿਕ ਨੁਕਸਾਨ, ਕਿਉਂਕਿ ਜੰਗ ਤਾਂ ਭਾਜੀ ਜੰਗ ਹੀ ਹੈ ਜੰਗ ਹੀ ਆ, ਹਨਾ। ਬਿਲਕੁਲ ਬਿਲਕੁਲ। ਸੋ ਜੰਗ ਵਿੱਚ ਇੰਨੇ ਰਿਸੋਰਸ, ਈਵਨ ਤੁਸੀਂ ਦੇਖੋ ਵੀ ਯੂਕਰੇਨ ਨੂੰ ਵੈਸਟਰਨ ਕੰਟਰੀਜ਼ ਨੇ ਕਿੰਨਾ ਪੈਸਾ ਦਿੱਤਾ, ਇਹਨਾਂ ਦੇ ਆਪ ਦੀਆਂ ਜਿਹੜੀਆਂ ਇਕਨੋਮੀਜ਼ ਆ ਹਿੱਲੀਆਂ ਹੋਈਆਂ। ਹਿੱਲੀਆਂ ਹਾਲਾਂਕਿ ਪਈਆਂ। ਇਹਨਾਂ ਕੋਲੇ ਹੈਗਾ ਵੀ ਇਹਨਾਂ ਕੋਲ ਲੌਂਗ ਟਰਮ ਬੌਂਡਸ ਆ, ਇਹਨਾਂ ਦੀਆਂ ਇਕਨੋਮੀਜ਼ ਆ ਜਿਹੜੀਆਂ ਬਹੁਤ ਸੇਫ ਐਂਡ ਸਿਕਿਉਰ ਆ। ਪੂਰੀ ਦੁਨੀਆ ਚੋਂ ਲੋਕ ਆ ਜਿਹੜੇ ਉਹ ਇਨਵੈਸਟ ਕਰਦੇ ਆ, ਈਵਨ ਅਰਬ ਕੰਟਰੀਜ਼ ਚੋਂ ਜਾਂ ਹੋਰ ਬਹੁਤ ਜਿਹੜੇ ਅਮੀਰ ਲੋਕ ਨੇ ਉਹ ਵੈਸਟਰਨ ਕੰਟਰੀਜ਼ ਵਿੱਚ, ਚਾਹੇ ਉਹ ਲੰਡਨ ਆ, ਚਾਹੇ ਜਰਮਨੀ ਆ, ਚਾਹੇ ਯੂਐਸ ਦਾ ਨਿਊਯਾਰਕ ਸਟਾਕ ਐਕਸਚੇਂਜ ਆ, ਜਾਂ ਉਹਨਾਂ ਦੀ ਪ੍ਰਾਪਰਟੀ ਮਾਰਕੀਟ ਆ, ਉਹਦੇ ਵਿੱਚ ਇਨਵੈਸਟ ਕਰਦੇ ਆ। ਸੋ ਬੇਸ਼ੱਕ ਉਹਨਾਂ ਦੀ ਬੌਂਡਸ ਦੀਆਂ ਜਿਹੜੀ ਸੇਫਟੀ ਆ ਕ੍ਰੀਏਟ ਹੈਗੀ ਆ, ਪਰ ਫਿਰ ਵੀ ਆਰਥਿਕਤਾ ਤਾਂ ਹਿਲਦੀ ਆ ਨਾ, ਵੀ ਬਿਲੀਅਨਸ ਆਫ ਡਾਲਰਸ ਆ ਜਿਹੜੇ ਦਿਨਾਂ ਵਿੱਚ ਹੀ ਸਾਈਫਨ ਆਫ ਕਰ ਦੇਣੇ ਆਪਣੇ ਅਕਾਊਂਟਸ ਚੋਂ। ਸੋ ਕਿਤੇ ਨਾ ਕਿਤੇ ਤਾਂ ਆ ਹੀ ਰਹੇ ਆ ਨਾ ਉਹ, ਪਰ ਉੱਥੇ ਕੱਲਾ ਮੁਲਕ ਲੜ ਰਿਹਾ, ਉਹਦੇ ਕੋਲ ਟੈਕਸੇਸ਼ਨ ਦੇ ਇੰਨੇ ਕੋਈ ਰਿਸੋਰਸਿਸ ਨਹੀਂ, ਪਿੰਡਾਂ ਵਿੱਚ ਜਨਤਾ ਰਹਿੰਦੀ ਆ। ਉਹ ਇੰਡੀਆ ਵਾਲਾ ਹੀ ਹਾਲ ਆ ਵੀ ਮੇਰੇ ਖਿਆਲ 5-10% ਲੋਕ ਹੀ ਟੈਕਸ ਦਿੰਦੇ ਆ, ਬਾਕੀ ਤਾਂ ਐਂ ਕੰਮ ਚੱਲੀ ਜਾਂਦਾ ਜਿੱਦਾਂ। ਏਦਾਂ ਹੀ ਆ, ਸਹੀ ਗੱਲ। ਸੋ ਇਸ ਲਈ ਇੰਨੇ ਵੱਡੇ ਇਕਨੋਮਿਕ ਰਿਸੋਰਸਿਸ ਨੂੰ ਕ੍ਰੀਏਟ ਕਰਨਾ ਔਰ ਲੰਬੇ ਸਮੇਂ ਤੱਕ ਰੱਖਣਾ, ਫਿਰ ਮਿਲਟਰੀ ਦੇ ਫੌਜੀ ਮਰ ਰਹੇ ਆ। ਹੁਣ ਸਾਡੇ ਕੋਲ ਰਿਪੋਰਟਾਂ ਨੇ ਵੀ ਜਿਹੜੇ ਹੌਤੀ ਫੌਜੀ ਆ, ਜਿਨ੍ਹਾਂ ਦੇ ਜਿਹੜੇ ਉੱਥੇ ਲੜ ਰਹੇ ਹੈਗੇ ਨੇ ਯਮਨ ਵਿੱਚ, ਉਹ ਵੀ ਆ ਕੇ ਲੜ ਰਹੇ ਆ ਰੂਸ ਯੂਕਰੇਨ ਚ, ਉੱਥੋਂ ਐਕਸਪੋਰਟ ਕਰਕੇ ਲਿਆਏ ਆ ਫੌਜੀਆਂ ਨੂੰ। ਅੱਛਾ ਜੀ, ਹਾਂਜੀ ਠੀਕ ਹਾਂ। ਆ। ਸੋ ਪਿਛਲੇ ਹਫਤੇ ਦੀ ਜਿਹੜੀ ਹੈਗੀ ਆ ਇਹ ਮੇਨ ਖਬਰ ਹੈਗੀ ਆ, ਮੈਂ ਇੰਟਰਨੈਸ਼ਨਲ ਅਖਬਾਰਾਂ ਵਿੱਚ ਪੜ੍ਹੀ ਹੈਗੀ ਆ। ਸੋ ਵੀ ਹੌਤੀ ਫੌਜੀ ਆ ਜਿਹੜੇ ਹੌਤੀ ਤੋਂ ਲਿਆ ਕੇ ਉਹ ਜਿਹੜੇ ਯਮਨ ਚ ਲੜ ਰਹੇ ਹੈਗੇ ਆ, ਉਹ ਯੂਕਰੇਨ ਵਿੱਚ ਰੂਸ ਵੱਲੋਂ ਲੜਨ ਲਈ ਜਾ ਰਹੇ ਹੈਗੇ ਆ। ਇਟ ਮੀਨਸ ਸਕੇਰਸਿਟੀ ਤਾਂ ਹੈ ਨਾ ਰਿਸੋਰਸਿਸ ਦੀ, ਤਾਂ ਹੀ ਤਾਂ ਕਹਿੰਦਾ ਵੀ ਨਿਆਣੇ ਹੋਰ ਜੰਮੋ। ਹਾਂਜੀ ਹਾਂ, ਵੀ ਉਹ ਸਕੇਰਸਿਟੀ ਆ, ਫੌਜੀ ਨਹੀਂ ਮਿਲ ਰਹੇ। ਹਥਿਆਰ ਕਿੱਥੋਂ ਆਈ ਜਾ ਰਹੇ ਆ ਹਲੇ ਮੈਨੂੰ ਇਹਦੇ ਬਾਰੇ ਨਹੀਂ ਪਤਾ, ਕਿਉਂਕਿ ਆਈ ਐਮ ਨਾਟ ਆਰਮਸ ਐਕਸਪਰਟ ਜਿੰਨੀ ਕਿ ਇੰਟਰਨੈਸ਼ਨਲ ਮੀਡੀਆ ਵਿੱਚ ਆਉਂਦੀ ਆ। ਪਰ ਹਾਲ ਦੀ ਘੜੀ ਉਹਨਾਂ ਕੋਲ ਜਿਹੜੀਆਂ ਮਿਜ਼ਾਈਲਾਂ, ਪਿਛਲੇ ਹਫਤੇ ਬਹੁਤ ਵੱਡਾ ਹਮਲਾ ਉਹਨੇ ਯੂਕਰੇਨ ਦੇ ਜਿਹੜੇ ਹੈਗੇ ਆ ਪਾਵਰ ਸੈਂਟਰਸ ਆ, ਜਿਹੜੇ ਥਰਮਲ ਪਲਾਂਟ ਵਗੈਰਾ, ਉਹਨਾਂ ਤੇ ਕਰਿਆ। ਸੋ ਹਲੇ ਮਿਜ਼ਾਈਲਾਂ ਦੀ ਕੈਪੇਬਿਲਿਟੀ ਉਹਦੇ ਕੋਲ ਹੈਗੀ ਆ, ਪਰ ਗਰਾਊਂਡ ਫੋਰਸਿਸ ਦੀ ਕਮੀ ਆ। ਉਹ ਜਿਹੜਾ ਗੈਪ ਪੈਣਾ, ਜਿਹਨਾਂ ਮਾਂ-ਬਾਪ ਦੇ ਬੱਚੇ ਮਾਰੇ ਗਏ ਆ, ਜਦੋਂ ਉਹਨਾਂ ਨੇ ਰਿਵੋਲਟ ਕਰਨਾ ਤੇ ਫਿਰ ਜਿਹੜੀ ਗੱਲ ਬਣਨੀ ਆ, ਉਹਦੇ ਚੋਂ ਹੀ ਵੈਸਟਰਨ ਫੋਰਸਿਸ ਚਾਹੁੰਦੀਆਂ ਵੀ ਅੰਦਰੋਂ ਰਿਵੋਲਟ ਸ਼ੁਰੂ ਹੋਵੇ, ਫਿਰ ਅਸੀਂ ਉਹਨੂੰ ਇਗਨਾਈਟ ਕਰ ਦਈਏ ਤੇ ਲੀਡਰਸ਼ਿਪ ਦੀ ਤਬਦੀਲੀ ਕਰ ਦਈਏ। ਸੋ ਜਿੱਦਾਂ ਆਪਾਂ ਹੁਣ ਸੀਰੀਆ 'ਚ ਦੇਖਦੇ ਆ, ਤਾਂ ਹੀ ਲੋਕਾਂ ਦੇ ਵਿੱਚ ਉੱਥੇ ਆਜ਼ਾਦੀ ਦੀ ਅਥਾਹ ਖੁਸ਼ੀ ਆ। ਹਾਂਜੀ ਹਾਂ, ਬਿਲਕੁਲ ਬਿਲਕੁਲ, ਉਹ ਬਹੁਤ ਜ਼ਿਆਦਾ ਖੁਸ਼ੀ ਮਨਾ ਰਹੇ ਹੈਗੇ ਆ। ਜੀ। ਐਂਥਨੀ ਬਲਿੰਕਨ ਨਵੀਂ ਸਰਕਾਰ ਬਣਾਉਣ ਲਈ ਕਾਫੀ ਸਰਗਰਮ ਨਜ਼ਰ ਆ ਰਹੇ ਆ। ਅਮਰੀਕਾ ਦਾ ਕੀ ਰੋਲ ਰਹੇਗਾ? HTS ਨੂੰ ਇੱਕ ਪਾਸੇ ਅੱਤਵਾਦੀ ਜਥੇਬੰਦੀ ਵੀ ਇਹਨਾਂ ਨੇ ਗਰਦਾਨਿਆ ਹੋਇਆ। ਨਹੀਂ, ਮੈਨੂੰ ਲੱਗਦਾ ਉਹ ਵਾਪਸ ਲੈ ਰਹੇ ਹੈਗੇ ਆ। ਸੋ HTS ਦਾ ਸਾਰੇ ਪਾਸੋਂ ਹੀ ਆ ਗਿਆ, ਯੂਰਪ ਵੀ ਲੈ ਰਿਹਾ, ਠੀਕ ਹੈ। UK ਦੀ ਫੋਰਨ ਮਿਨਿਸਟਰੀ ਦਾ ਵੀ ਮੈਂ ਆ ਰਿਹਾ ਸੀ, ਤੇ ਅਮਰੀਕਾ ਵੱਲੋਂ ਵੀ ਜਿਹੜਾ ਹੈਗਾ ਉਹਨੂੰ ਉਹ ਟੈਰਰਿਸਟ ਆਰਗੇਨਾਈਜੇਸ਼ਨ ਦਾ ਧੱਬਾ ਲਾ ਕੇ ਉਹਨੂੰ ਜਿਹੜਾ ਹੈਗਾ ਪੋਲੀਟੀਕਲ ਆਰਗੇਨਾਈਜੇਸ਼ਨ ਦਾ ਉਹ ਦੇ ਰਹੇ ਹੈਗੇ। ਤਾਂ ਹੀ ਕਰਕੇ ਐਂਥਨੀ ਬਲਿੰਕਨ ਆ ਜਿਹੜੇ ਲਗਾਤਾਰ ਉੱਥੇ ਸਰਗਰਮ ਨੇ। ਜਿਹੜੀ ਟ੍ਰਾਂਜੀਸ਼ਨ ਆਫ ਪਾਵਰ ਹੈਗੀ ਆ ਵੀ ਉਹ ਸੇਫ ਹੱਥਾਂ ਵਿੱਚ ਹੋਵੇ, ਇਹ ਨਾ ਹੋਵੇ ਵੀ ਜਿਹੜੀ ਨਵੀਂ ਸਰਕਾਰ ਆਵੇ ਉਹ ਵੀ ਐਂਟੀ ਇਜ਼ਰਾਈਲ ਤੇ ਐਂਟੀ ਅਮਰੀਕਾ ਹੋਵੇ। ਸੋ ਉਹਨਾਂ ਨਾਲ ਸਾਰਿਆਂ ਨਾਲ ਡਿਪਲੋਮੈਟਿਕ ਰਿਲੇਸ਼ਨ ਰॉ ਦੇ ਥਰੂ ਤੇ CIA ਦੇ ਥਰੂ ਤੇ ਮੁਸਾਦ ਦੇ ਥਰੂ ਆ ਜਿਹੜੇ ਉਹ ਲਗਾਤਾਰ ਉਹ ਚਲਾ ਰਹੇ ਹੈਗੇ ਨੇ। ਸੋ ਅਮਰੀਕਾ ਦੀ ਬਹੁਤ ਵੱਡੀ ਭੂਮਿਕਾ ਹੋਵੇਗੀ, ਕਿਉਂਕਿ ਮਿਡਲ ਈਸਟ ਵਿੱਚ ਬੇਸ਼ੱਕ ਇਜ਼ਰਾਈਲ ਆਪਣੇ ਤੌਰ ਤੇ ਕਾਰਵਾਈ ਕਰ ਰਿਹਾ, ਪਰ ਉਹ ਆਪਣੇ ਤੌਰ ਤੇ ਨਹੀਂ ਕਰ ਰਿਹਾ। ਉਹਦੇ ਲਈ ਸਾਰੀਆਂ ਵੈਸਟਰਨ ਪਾਵਰਸ ਆ ਉਹਦੀ ਹਮਾਇਤ ਤੇ ਹੈਗੀਆਂ। ਸੋ ਇਜ਼ਰਾਈਲ ਜਦੋਂ ਆਪਣੀਆਂ ਫੌਜਾਂ ਨਾਲ ਇੱਕ ਤਰ੍ਹਾਂ ਨਾਲ ਇੱਕ ਮੋਰਚੇ ਤੇ ਹੈਗਾ, ਜਿਹੜੀ ਆ ਟ੍ਰਾਂਜੀਸ਼ਨ ਹੈਗੀ ਆ ਉਹਦੇ ਵਿੱਚ ਅਮਰੀਕਾ ਦਾ ਮੇਜਰ ਰੋਲ ਹੋਵੇਗਾ। ਉਹਦੇ ਵਿੱਚ ਬਾਕੀ 5 ਆਈਜ਼ ਆ, ਕੈਨੇਡਾ, UK, ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਆ, ਉਹਨਾਂ ਦੀਆਂ ਜਿਹੜੀਆਂ ਹੈਗੀਆਂ ਵੀ ਆਪਣੀਆਂ ਇਨਪੁਟਸ ਆ ਉਹ ਸਾਰੀਆਂ ਹੋਣਗੀਆਂ। ਪਰ ਅਮਰੀਕਾ ਜਿਹੜਾ ਹੈਗਾ ਹਮੇਸ਼ਾ ਦੀ ਤਰ੍ਹਾਂ ਲੀਡਿੰਗ ਰੋਲ 'ਚ ਰਹੇਗਾ ਟ੍ਰਾਂਜੀਸ਼ਨ ਆਫ ਪਾਵਰ ਲਈ, ਤੇ ਸਰਕਾਰ ਨੂੰ ਵਾਪਸ ਇੱਕ ਥਾਂ ਸਿਰ ਔਰ ਪ੍ਰੋ ਵੈਸਟਰਨ ਸਟਾਂਸ ਨਾਲ ਚਲਾਉਣ ਲਈ ਅਮਰੀਕਾ ਦਾ ਬਹੁਤ ਵੱਡਾ ਰੋਲ ਹੋਵੇਗਾ। ਇੰਡੀਆ ਦੀ ਕਸ਼ਮੀਰ ਵਾਲੀ ਗੱਲ ਦੇ ਵਿੱਚ ਸੀਰੀਆ ਦਾ ਸਾਥ ਬਹੁਤ ਸਾਥ ਦਿੰਦਾ ਹੁੰਦਾ ਸੀ। ਹੁਣ ਉਹਦੇ ਚਲੇ ਜਾਣ ਦੇ ਨਾਲ ਚਲੋ ਥੋੜਾ ਬਹੁਤਾ ਅਸਰ ਪਊਗਾ। ਓਵਰਆਲ ਇੰਡੀਆ ਦਾ ਕਿੱਦਾਂ ਨਾਤਾ ਤੁਸੀਂ ਦੇਖਦੇ ਆ ਇਸ ਪੂਰੇ ਦੇ ਵਿੱਚ? ਕੋਈ ਰੋਲ ਦੇ ਵਿੱਚ ਕੁਝ ਨਜ਼ਰ ਆਉਂਦਾ ਵੀ ਕੀ ਕਰ ਸਕਦਾ ਇੰਡੀਆ ਜਾਂ ਕੀ ਹੋ ਸਕਦਾ? ਨਹੀਂ, ਹਾਲ ਦੀ ਘੜੀ ਕਿਉਂਕਿ ਇੰਡੀਆ ਲਈ ਤਾਂ ਹੁਣ ਜਿਹੜੇ ਉਹਦੇ ਆਲੇ ਦੁਆਲੇ ਕੁਝ ਚੈਲੰਜਸ ਆ, ਬੰਗਲਾਦੇਸ਼ ਦਾ ਚੈਲੰਜ ਆ ਜਿਹੜਾ ਵੱਡਾ ਸਾਹਮਣੇ ਆ ਰਿਹਾ। ਬੰਗਲਾਦੇਸ਼ ਨੇ ਚਾਈਨਾ ਤੋਂ ਜਿਹੜੇ ਹੈਗੇ ਆ ਬਹੁਤ ਹੀ ਸੋਫਿਸਟੀਕੇਟਡ ਜਿਹੜੇ ਹਵਾਈ ਜਹਾਜ਼ ਨੇ, ਫੌਜੀ ਹਵਾਈ ਜਹਾਜ਼, ਉਹਨਾਂ ਦਾ ਆਰਡਰ ਦੇ ਦਿੱਤਾ ਹੋਇਆ। ਸੋ ਉਹ ਹਵਾਈ ਜਹਾਜ਼ ਆ ਜਿਹੜੇ ਰਾਫੇਲ ਹਵਾਈ ਜਹਾਜ਼ ਜਿਹੜਾ ਫਰਾਂਸ ਤੋਂ ਲਿਆ ਉਹਦੇ ਬਰਾਬਰ ਦੇ ਨੇ। ਠੀਕ ਸੋ ਹੈ। ਹੁਣ ਮਤਲਬ ਕਿ ਉਹ ਉਨੀ ਕੈਪੇਬਿਲਿਟੀ ਦੇ ਹੈਗੇ ਆ। ਸੋ ਹੁਣ ਇੰਡੀਆ ਲਈ ਹੈਗਾ ਵੀ ਇੰਡੀਆ ਦੀ ਅੱਗੇ 에ਅਰ ਫੋਰਸ ਸੀ ਜਿਹੜੀ ਜ਼ਿਆਦਾਤਰ ਪਾਕਿਸਤਾਨ ਤੇ ਉਹ ਕਰਦੀ ਸੀ ਕਿ ਵੀ ਉਸ ਮੋਰਚੇ ਤੇ ਜ਼ਿਆਦਾ ਐਕਟਿਵ ਰਹਿੰਦੀ ਸੀ।
ਹੁਣ ਇੰਡੀਆ ਨੂੰ 3 ਮੋਰਚਿਆਂ ਤੇ ਐਕਟਿਵ ਰਹਿਣਾ ਪਊਗਾ, ਪਾਕਿਸਤਾਨ ਵਾਲਾ, ਬੰਗਲਾਦੇਸ਼ ਵਾਲਾ ਤੇ ਚਾਈਨਾ ਵਾਲਾ। ਸੋ ਉਹਨਾਂ ਦੀ ਜਿਹੜੀ ਫੋਰਸ ਦਾ ਜਿਹੜਾ ਕੰਮ ਆ ਤੇ ਸਿਰਦਰਦੀ ਆ, ਤੇ ਇਹਨਾਂ ਨੂੰ ਹੁਣ ਹੋਰ ਸੋਫਿਸਟੀਕੇਟਡ ਜਿਹੜੇ ਹਵਾਈ ਜਹਾਜ਼ ਆ ਉਹ ਲੈਣੇ ਪੈਣਗੇ। ਸੋ ਪਿਛਲੇ ਦਿਨੀ ਇੱਕ ਖਬਰ ਸਾਹਮਣੇ ਆਈ ਗਈ ਵੀ ਜਿਹੜਾ ਚੰਡੀ ਮੰਦਰ ਵਿੱਚ ਫੌਜੀ ਹੈੱਡਕੁਆਟਰ ਆ, ਉਹਦੇ ਵਿੱਚ ਮਿਲਟਰੀ ਦੇ ਆਫੀਸਰਸ ਦੀ ਤੇ ਜਿਹੜੇ ਸਿਵਲ ਆਫੀਸਰਸ ਆ ਉਹਨਾਂ ਦੀ ਇੱਕ ਵਿਸ਼ੇਸ਼ ਬੈਠਕ ਹੋਈ ਆ, ਜਿਹਦੇ ਵਿੱਚ ਫਿਕਰ ਜ਼ਾਹਰ ਕੀਤਾ ਗਿਆ ਵੀ ਸਾਡੇ ਫੌਜੀਆਂ ਦੀ ਕੁਆਲਿਟੀ ਘਟ ਰਹੀ ਆ, ਵੀ ਫੌਜ ਵਿੱਚ ਲੜਨ ਵਾਲੇ ਲੋਕਾਂ ਦੀ ਕੁਆਲਿਟੀ ਘਟ ਰਹੀ ਆ, ਖਾਸ ਕਰਕੇ ਪੰਜਾਬ ਵਿੱਚੋਂ ਉਹ ਕੈਪੇਬਲ ਨੌਜਵਾਨ ਨਹੀਂ ਮਿਲ ਰਹੇ। ਇੱਕ ਤਾਂ ਪੰਜਾਬ ਚੋਂ ਪਲਾਇਨ ਹੋ ਰਹੀ ਆ, ਵੀ ਲੋਕ ਬੱਚੇ ਬਾਹਰ ਜਾ ਰਹੇ ਹੈਗੇ, ਮਿਲਟਰੀ 'ਚ ਨਹੀਂ ਆ ਰਹੇ। ਦੂਜੇ ਜਿਹੜੇ ਵੀ ਪੰਜਾਬ 'ਚ ਉਹ ਸਰੀਰਕ ਸਮਰੱਥਾ ਤੇ ਜਾਂ ਉਹ ਜੰਗਜੂ ਫੋਰਸ ਆ, ਉਹ ਫਾਈਟਿੰਗ ਫੋਰਸ ਆ ਜਿਹੜੀ ਇੰਡੀਆ ਲਈ ਲੜਨ ਵਾਲੀ ਹੋਵੇ, ਉਹ ਨਾ ਹੋਵੇ। ਇਹਦੇ ਤੇ ਬਹੁਤ ਫਿਕਰਮੰਦੀ ਜ਼ਾਹਰ ਕੀਤੀ ਗਈ ਆ, ਔਰ ਵਿਦਵਾਨਾਂ ਨੇ ਇਹ ਗੱਲ ਕਹੀ ਹੈਗੀ ਆ ਵੀ ਪੰਜਾਬ ਵਿੱਚੋਂ ਤੁਸੀਂ ਬੇਗਾਨਗੀ ਦਾ ਅਹਿਸਾਸ ਦੂਰ ਕਰੋ। ਕਿਤੇ ਨਾ ਕਿਤੇ ਇਹ ਗੱਲ ਤੁਰੀ ਹੈਗੀ ਆ ਵੀ ਪੰਜਾਬ ਦੇ ਨੌਜਵਾਨਾਂ ਵਿੱਚ ਜਿਹੜੀ ਬੇਗਾਨਗੀ ਦਾ ਅਹਿਸਾਸ ਆ, ਉਹਨਾਂ ਨੂੰ ਤੁਸੀਂ ਕਿਸਾਨਾਂ ਨਾਲ ਜੋ ਇਹ ਕਰ ਰਹੇ ਹੋ ਜਾਂ ਹੋਰ ਥਾਵਾਂ ਤੇ ਉਹਨਾਂ ਨੂੰ ਇਹ ਲੱਗ ਰਿਹਾ ਵੀ ਸਾਡੇ ਨਾਲ ਵਿਤਕਰਾ ਹੋ ਰਿਹਾ, ਇਹ ਵਿਤਕਰੇ ਨੂੰ ਕਿਤੇ ਨਾ ਕਿਤੇ ਘੱਟ ਕਰਨ ਦੀ ਕੋਸ਼ਿਸ਼ ਕਰੋ। ਉਹਨਾਂ ਦੇ ਖਿਲਾਫ ਜਿਹੜਾ ਏਜੰਡਾ ਚਲਾਇਆ ਜਾ ਰਿਹਾ ਹੈ ਸਿੱਖਾਂ ਦੇ ਖਿਲਾਫ ਮੀਡੀਆ 'ਚ, ਉਹਨੂੰ ਘੱਟ ਕਰੋ ਤਾਂ ਕਿ ਪੰਜਾਬ ਤੋਂ ਜਿਹੜੀ ਹੈਗੀ ਆ ਉਹ ਇੱਕ ਤਰ੍ਹਾਂ ਨਾਲ ਫਾਈਟਿੰਗ ਫੋਰਸ ਆਈ ਜਾਵੇ। ਸੋ ਇਨਸਾਈਡ ਆ ਜਿਹੜੀਆਂ ਬਹੁਤ ਸਾਰੀਆਂ ਕਮਜ਼ੋਰੀਆਂ ਨੇ ਹੁਣ ਬੰਗਲਾਦੇਸ਼ ਦੇ ਹੱਥੋਂ ਨਿਕਲ ਜਾਣ। ਈਵਨ ਸਾਨੂੰ ਪਤਾ ਲੱਗਿਆ ਚਿੱਟੀ ਗੋਂਗ ਤੋਂ ਉਹਨਾਂ ਨੇ ਜਿਹੜਾ ਟ੍ਰੇਡ ਹੁੰਦਾ ਸੀ ਉਹ ਵੀ ਬੰਦ ਕਰ ਦਿੱਤਾ ਹੋਇਆ ਨਾ। ਸੋ ਉਹ ਜ਼ਿਆਦਾ ਚਾਈਨਾ ਤੇ ਪਾਕਿਸਤਾਨ ਵੱਲ ਉਲਰ ਰਹੇ ਹੈਗੇ ਨੇ। ਸੋ ਇਹ ਵੱਡਾ ਚੈਲੰਜ ਆ ਜਿਹੜਾ ਇੰਡੀਆ ਲਈ ਆਊਗਾ। ਸੀਰੀਆ ਵਾਲੇ ਮਸਲੇ ਵਿੱਚ ਤਾਂ ਉਹਨਾਂ ਦੀ ਕੋਈ ਵੱਡੀ ਦਖਲਅੰਦਾਜ਼ੀ ਨਹੀਂ, ਪਰ ਉਹਨਾਂ ਦੇ ਆਪਣੀਆਂ ਬਰੂਹਾਂ ਤੇ ਜਿਹੜੇ ਮਸਲੇ ਖੜੇ ਹੋ ਰਹੇ ਆ ਸੋ ਉਹ ਕਾਫੀ ਆ। ਸੋ ਇਹ ਵੀ ਨੇ ਗੱਲਾਂ ਵੀ ਤ੍ਰਿਪੁਰਾ ਵਿੱਚ ਆ ਜਿਹੜਾ ਇੰਡੀਅਨ ਜਿਹੜੀ ਮਿਲਟਰੀ ਹੈਗੀ ਆ ਉਹ ਵੱਡੇ ਟ੍ਰੇਨਿੰਗ ਕੈਂਪ ਲਾ ਰਹੀ ਆ ਤਾਂ ਕਿ ਬੰਗਲਾਦੇਸ਼ ਵਿੱਚ ਜਿਸ ਤਰ੍ਹਾਂ ਜਨਰਲ ਸੁਭੇਗ ਸਿੰਘ ਦੀ ਅਗਵਾਈ ਹੇਠ ਫੌਜ ਭੇਜੀ ਗਈ ਸੀ, ਦੁਬਾਰਾ ਉਸ ਤਰ੍ਹਾਂ ਦੀ ਫੌਜ ਭੇਜਣ ਦਾ ਵੀ ਐਡਵੈਂਚਰ ਕੀਤਾ ਜਾ ਸਕਦਾ। ਸੋ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਵੀ ਦੁਬਾਰੇ ਉੱਥੇ ਆਮ ਫੌਜੀਆਂ ਮਤਲਬ ਕਿ ਆਮ ਲੋਕਾਂ ਦੀ ਤਰ੍ਹਾਂ ਮਤਲਬ ਕਿ ਖੜਕੂ ਜਥੇਬੰਦੀਆਂ ਦੀ ਤਰ੍ਹਾਂ ਉੱਥੇ ਵੱਡੇ ਜਿਹੜੇ ਲੋਕ ਭੇਜ ਕੇ ਉੱਥੇ ਰਾਜ ਪਲਟਾ ਕਰਾ ਕੇ ਉੱਥੇ ਆਪਣੇ ਹੱਕ ਦੀ ਜਿਹੜੀ ਇੱਕ ਸਰਕਾਰ ਬਣਾਈ ਜਾ ਸਕੇ। ਸੋ ਇਸ ਤਰ੍ਹਾਂ ਦੇ ਚੈਲੰਜਸ ਆ ਜਿਹੜੇ ਇੰਡੀਆ ਦੇ ਸਾਹਮਣੇ ਆ ਰਹੇ ਹੈਗੇ ਜੀ। 2 ਹੈਡਲਾਈਨਸ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਤੇ ਫਿਰ ਆਪਾਂ ਪ੍ਰੋਗਰਾਮ ਦੀ ਸਮਾਪਤੀ ਵੱਲ ਆ। ਸਾਊਥ ਚਾਈਨਾ ਜਿਹੜਾ ਮਾਰਨਿੰਗ ਪੋਸਟ ਉਹ ਲਿਖਦਾ ਵੀ ਇੰਡੀਆ ਲੂਜ਼ਿਸ ਏ ਕੀ ਕਸ਼ਮੀਰ ਐਲਾਈ ਵਿਦ ਦ ਫਾਲ ਆਫ ਸੀਰੀਆਜ਼ ਅਸਾਦ, ਤੇ ਦ ਡਿਪਲੋਮੈਟ ਏਸ਼ੀਆ ਵਾਲੇ ਲਿਖਦੇ ਨੇ ਵਿਦ ਦ ਫਾਲ ਆਫ ਬਸ਼ਰ ਅਲ ਅਸਾਦ ਇੰਡੀਆ ਲੂਜ਼ਿਸ ਏ ਫਰੈਂਡ। ਸੋ ਜਿਸ ਤਰੀਕੇ ਦੇ ਨਾਲ ਹੁਣ ਇੰਡੀਆ ਦੇ ਵਿੱਚ ਅਥੋਰੀਟੇਰੀਅਨ ਆਟੋਕ੍ਰੇਸੀ ਵਾਲੀ ਗੱਲ ਆ, ਸੋ ਉਹਦੇ ਯਾਰ ਵੀ ਉਦਾਂ ਦੇ ਹੀ ਜਿਹੜੇ ਉਹ ਸੀਗੇ। ਸੋ ਉਹਦੇ ਜਾਣ ਦੇ ਨਾਲ ਉਹਨਾਂ ਨੂੰ ਥੋੜਾ ਬਹੁਤਾ ਲੱਗਦਾ ਆ ਵੀ ਮਿਡਲ ਈਸਟ ਦੇ ਵਿੱਚ ਉਹਨਾਂ ਦਾ ਰੋਲ ਥੋੜਾ ਹੋਰ ਡਿਮਿਨਿਸ਼ ਜਿਹੜਾ ਹੋਊਗਾ ਉਹ ਜ਼ਰੂਰ ਘਟੇਗਾ। ਬਿਲਕੁਲ। ਪਤਾ ਕੀ ਹੈ ਵੀ ਥੋੜਾ ਦੂਰ ਹੈ ਨਾ, ਬੰਗਲਾਦੇਸ਼ ਤੁਹਾਡੀਆਂ ਬਰੂਹਾਂ ਤੇ ਹੈਗਾ, ਪਾਕਿਸਤਾਨ ਤੇ ਚਾਈਨਾ ਤੁਹਾਡੀਆਂ ਬਰੂਹਾਂ ਤੇ ਹੈਗਾ, ਉਹ ਤਿੰਨੋਂ ਪਾਸੇ ਘਰੇ ਨੇ ਹੁਣ। ਹਾਂਜੀ ਹਾਂ, ਵੀ ਉਹ ਇਸ ਕਰਕੇ ਆ ਵੀ ਉਹਦੇ ਨਾਲ ਜੇ ਉਹ ਥੋੜਾ ਬਹੁਤਾ ਕੋਈ ਅੱਗੇ ਪਿੱਛੇ ਵੀ ਹੁੰਦਾ ਸੀ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਇੰਪੈਕਟ ਨਹੀਂ ਸੀ ਪੈਂਦਾ। ਜਿਹੜਾ ਬਰੂਹਾਂ ਤੇ ਹੋ ਰਿਹਾ ਉਹ ਜ਼ਿਆਦਾ ਫਰਕ ਪਾਏਗਾ। ਠੀਕ ਹੈ, ਇੰਟਰਨੈਸ਼ਨਲ ਡਿਪਲੋਮੇਸੀ ਵਿੱਚ ਦੂਰ ਬੈਠੇ ਦੋਸਤ ਵੀ ਆ ਜਿਹੜੇ ਕੰਮ ਆਉਂਦੇ ਹੈਗੇ ਆ। ਹੁਣ ਤੁਰਕੀ ਦਾ ਮਜ਼ਬੂਤ ਹੋਣਾ ਜਿਹੜਾ ਉਹ ਇੰਡੀਆ ਲਈ ਜਿੱਦਾਂ ਖਤਰਨਾਕ ਹੋਏਗਾ। ਸੋ ਤੁਰਕੀ ਕਿਉਂਕਿ ਉਹ ਕਸ਼ਮੀਰ ਦੇ ਮਸਲੇ ਤੇ ਜਿਹੜਾ ਪਾਕਿਸਤਾਨ ਦੇ ਨਾਲ ਖੜਾ ਤੇ ਈਵਨ ਤਾਲਿਬਾਨ ਨਾਲ ਸਾਰਿਆਂ ਨਾਲ ਖੜਾ ਹੈਗਾ ਜੀ। ਜਾਂਦੇ ਜਾਂਦੇ ਸਿੱਖਾਂ ਨੂੰ ਇਸ ਪੂਰੀ ਸਰਗਰਮੀ ਤੋਂ ਕੀ ਸਬਕ ਮਿਲਦਾ? ਹਾਂ, ਸਿੱਖਾਂ ਨੂੰ ਇਹ ਹੈਗਾ ਵੀ ਜਿਹੜੇ ਸਿੱਖਾਂ ਵਿੱਚ ਦੇ ਇੱਕ ਹਿੱਸੇ ਵਿੱਚ ਲਗਾਤਾਰ ਇਹ ਆ ਰਿਹਾ ਹੈ ਬਹੁਤ ਵੱਡੀ ਪੱਧਰ ਤੇ ਵੀ ਅਮਰੀਕਾ ਜਿਹੜੀ ਡਾਇੰਗ ਫੋਰਸ ਆ, ਚਾਈਨਾ, ਬ੍ਰਿਕਸ ਤੇ ਜਿਹੜੀਆਂ ਐਂਟੀ ਅਮਰੀਕਨ ਫੋਰਸਿਸ ਆ ਉਹ ਬਹੁਤ ਵੱਡੀ ਪੱਧਰ ਤੇ ਮਜ਼ਬੂਤ ਹੋ ਰਹੀਆਂ। ਉਹਨਾਂ ਨੇ ਆਪਣੀ ਕਰੰਸੀ ਬਣਾ ਲਈ ਆ, ਡਾਲਰ ਦਾ ਹੁਣ ਜਨਾਜ਼ਾ ਨਿਕਲਣ ਵਾਲਿਆ। ਸੋ ਇਹਨਾਂ ਗੱਲਾਂ ਤੋਂ ਸਿੱਖਾਂ ਨੂੰ ਸਾਵਧਾਨ ਰਹਿਣਾ ਚਾਹੀਦਾ। ਸੋ ਅਮਰੀਕਾ ਨੂੰ ਸਾਡੇ ਹਿਸਾਬ ਨਾਲ ਕੋਈ ਵੀ ਤਾਕਤ ਅਗਲੇ 100 ਸਾਲਾਂ ਤੱਕ ਚੈਲੰਜ ਨਹੀਂ ਕਰ ਸਕਦੀ। ਸੋ ਸਿੱਖਾਂ ਨੂੰ ਜਿਹੜਾ ਹੈਗਾ ਵੀ ਇਹਨਾਂ ਤੋਂ ਸਬਕ ਇਹ ਲੈਣਾ ਚਾਹੀਦਾ ਹੈਗਾ ਵੀ ਜਿਸ ਤਰ੍ਹਾਂ ਵੱਖ-ਵੱਖ ਫੋਰਸਿਸ ਨੇ ਜਾਂ HTS ਵਰਗੀਆਂ ਜਥੇਬੰਦੀਆਂ ਨੇ ਵੀ ਅਮਰੀਕਾ ਨਾਲ ਕੋਆਰਡੀਅਲ ਰਿਲੇਸ਼ਨ ਬਣਾ ਕੇ ਜਿਹੜਾ ਹੈਗਾ ਆਪਣੇ ਮਨ ਭਾਉਂਦੇ ਨਤੀਜੇ ਕੱਢ ਰਹੇ ਹੈਗੇ ਵੀ ਸਿੱਖ ਵੀ ਡਿਪਲੋਮੈਟਿਕਲੀ ਆ ਜਿਹੜੀ ਅਮਰੀਕਾ ਨਾਲ ਤੇ ਜਿਹੜੀਆਂ ਵੈਸਟਰਨ ਡਿਪਲੋਮੇਸੀਜ਼ ਹੈਗੀਆਂ ਉਹਨਾਂ ਨਾਲ ਆਪਣੇ ਚੰਗੇ ਰਿਲੇਸ਼ਨ ਬਣਾਉਣ, ਉਹਨਾਂ ਦੀਆਂ ਗੁੱਡ ਬੁੱਕਸ ਵਿੱਚ ਰਹਿਣ, ਉਹਨਾਂ ਨੂੰ ਜਿਹੜਾ ਹੈਗਾ ਆਈਡੀਓਲੋਜੀਕਲੀ ਸਿੱਖੀ ਦੀਆਂ ਭਾਵਨਾਵਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਔਰ ਸਿੱਖਾਂ ਦੀਆਂ ਜਿਹੜੀਆਂ ਪੋਲੀਟੀਕਲ ਡੈਸਟਨੀ ਦੀਆਂ ਜਿਹੜੀਆਂ ਰੀਝਾਂ ਨੇ ਉਹਦੇ ਬਾਰੇ ਲਗਾਤਾਰ ਇੰਟਰੈਕਟ ਕਰਦੇ ਰਹਿਣ ਤਾਂ ਕਿ ਇਸੇ ਤਰ੍ਹਾਂ ਕਿਸੇ ਨਾ ਕਿਸੇ ਮੌਕੇ ਤੇ ਜਿਹੜਾ ਹੈਗਾ ਸਿੱਖਾਂ ਦੀ ਆਜ਼ਾਦੀ ਦਾ ਸੂਰਜ ਵੀ ਚੜ੍ਹ ਕੇ ਰਹੇ। ਜੀ, ਬਹੁਤ ਧੰਨਵਾਦ ਅਵਤਾਰ ਸਿੰਘ ਜੀ, ਬੜੀ ਮਿਹਰਬਾਨੀ। ਇਸ ਗੁੰਝਲਦਾਰ ਮਸਲੇ ਦੀਆਂ ਪਰਤਾਂ ਨੂੰ ਤੁਸੀਂ ਖੋਲ੍ਹਿਆ, ਸਮਝਾਇਆ। ਸੋ ਉਮੀਦ ਕਰਦੇ ਹਾਂ ਜਿਹੜੇ ਸਾਡੇ ਸਰੋਤੇ ਤੇ ਦਰਸ਼ਕਾਂ ਨੇ ਵੀ ਇਸ ਪੂਰੇ ਪ੍ਰੋਗਰਾਮ
ਦੇ ਵਿੱਚੋਂ ਕੁਛ ਨਾ ਕੁਛ ਨਵਾਂ ਜਿਹੜੇ ਸਬਕ ਆ ਉਹ ਲਏ ਹੋਣਗੇ। ਮਿਲਦੇ ਹਾਂ ਅਗਲੀ ਵਾਰੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ